ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਲਵਿੰਦਰ। ਅੱਜ ਸੁਚੇਤਕ ਸਟੂਡੀਓ ਦੇ ਥੀਏਟਰਸ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਵਾਗਤ ਹੈ। ਔਰ ਵਰਚੁਅਲ ਇਹ ਜਿਹੜੀ ਦਿੱਖ ਹੈ, ਜਿਹੜੀ ਵਰਚੁਅਲ ਅੱਜ ਕੱਲ੍ਹ ਪੇਸ਼ਕਾਰੀਆਂ ਨੇ, ਉਹਦੇ ਵਿੱਚ ਇਹ ਇੱਕ ਨਵੀਂ ਕ੍ਰਾਂਤੀ ਹੈ ਕਿ ਅਸੀਂ ਆਪੋ ਆਪਣੇ ਘਰੇ ਬੈਠ ਕੇ ਉਹ ਸਾਰੀਆਂ ਗੱਲਾਂ ਕਰ ਲੈਂਦੇ ਹਾਂ, ਹੋਰਾਂ ਨਾਲ, ਦੂਸਰਿਆਂ ਨਾਲ, ਆਪਣਿਆਂ ਨਾਲ, ਜਿਹੜੀਆਂ ਅਸੀਂ ਇਸ ਕਰੋਨਾ ਕਾਲ ਤੋਂ, ਇਸ ਮਹਾਮਾਰੀ ਤੋਂ ਬਚਦਿਆਂ ਬਚਾਉਂਦਿਆਂ ਆਪਣੇ ਆਪ ਨੂੰ ਸੇਫ ਰੱਖਦਿਆਂ, ਆਪਣੇ ਆਪ ਨੂੰ ਸਿਹਤ ਜਾਬਤਾ ਰੱਖਦਿਆਂ ਕਰ ਲੈਂਦੇ ਹਾਂ ਗੱਲਾਂ। ਜੀ ਹਾਂ, ਅੱਜ ਸੁਚੇਤਕ ਸਟੂਡੀਓ ਦੇ ਥੀਏਟਰਸ ਪ੍ਰਾਈਮ ਟਾਈਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਅਸੀਂ ਇਸ ਮੰਚੀ ਅਦਾਕਾਰੀ ਔਰ ਥੀਏਟਰ ਦੇ ਬਾਬਤ ਉਸਦੇ ਹਵਾਲੇ ਨਾਲ ਜਿਹੜੀਆਂ ਗੱਲਾਂ ਕਰ ਰਹੀਆਂ ਨੇ, ਉਹ ਬਹੁਤ ਖੂਬਸੂਰਤ ਜ਼ਿੰਦਗੀ ਜੀਣ ਵਾਲੇ ਇੱਕ ਅਦਾਕਾਰ, ਜਿਹਨੂੰ ਮੈਂ ਕਹਿਣਾ ਹੁੰਦਾ ਕਿ ਬਹੁਤ ਸਾਰੇ ਕਲਾਕਾਰ ਰੂਹ ਤੋਂ ਹੀ ਕਲਾਕਾਰ ਹੁੰਦੇ ਨੇ, ਰੂਹ ਤੋਂ ਹੀ ਉਹ ਫਨਕਾਰ ਹੁੰਦੇ ਨੇ। ਅਦਾਇਗੀ, ਰੰਗ ਔਰ ਇਸ ਕਿਸਮ ਦੀ ਜਿਹੜੀ ਕਲਾ ਹੈ, ਉਹਨਾਂ ਦੇ ਮਾਨਸਿਕਤਾ ਦੇ ਵਿੱਚ, ਉਹਨਾਂ ਦੀ ਰੂਹੇ ਰਵਾਂ ਦੇ ਵਿੱਚ, ਉਹਨਾਂ ਦੀ ਸ਼ਖਸੀਅਤ ਦੇ ਵਿੱਚ ਝਲਕਦੀ ਹੈ। ਅੱਜ ਜਿਸ ਸ਼ਖਸੀਅਤ ਨਾਲ ਮੈਂ ਤੁਹਾਡੀ ਨਾਲ ਰੂਬਰੂ ਕਰਵਾਉਣ ਜਾ ਰਿਹਾ, ਉਹਨਾਂ ਬਾਰੇ ਮੈਂ ਇੰਨਾ ਕਹਿ ਸਕਦਾ ਕਿ ਉਹਨਾਂ ਨੂੰ ਰੰਗਮੰਚ ਨਾਲ ਜੁੜਿਆਂ ਲਗਭਗ ਅੱਧੀ ਸਦੀ ਹੋ ਗਈ ਹੈ। ਜੀ ਹਾਂ, ਅੱਧੀ ਇੱਕ ਸਦੀ ਦੇ ਵਿੱਚ ਉਹਨਾਂ ਨੇ ਜਿੰਨਾ ਸਫ਼ਰ ਰੰਗਮੰਚ ਦਾ ਦੇਖਿਆ, ਕੱਟਿਆ, ਨਿਭਾਇਆ, ਸਿਰਜਿਆ, ਔਰ ਉਹਦੇ ਨਾਲ ਨਾਲ ਉਹ ਲੰਬਾ ਸਮਾਂ ਰੰਗਮੰਚ ਦੀ ਜਿਹੜੀ ਪੇਸ਼ਕਾਰੀਆਂ ਨੇ, ਰੰਗਮੰਚ ਦੀਆਂ ਪ੍ਰੋਡਕਸ਼ਨਾਂ ਨੇ, ਰੰਗਮੰਚ ਦਾ ਜਿਹੜਾ ਜਿੰਨਾ ਵੀ ਇਹ ਪ੍ਰੋਗਰਾਮਿੰਗ ਹੈ, ਰੰਗਮੰਚ ਦੀ ਜਿੰਨੀ ਵੀ ਵਿਵਸਥਾ ਹੈ, ਉਹਨਾਂ ਨੂੰ ਲੈ ਕੇ ਬਹੁਤ ਸੁਚੇਤ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਦੀ ਸ਼ਖਸੀਅਤ ਦਾ ਇੱਕ ਬਹੁਤ ਖੂਬਸੂਰਤ ਗੁਣ ਹੈ ਕਿ ਉਹ ਅਧਿਆਪਨ ਉਹਨਾਂ ਦੀ ਰਗ ਰਗ ਦੇ ਵਿੱਚ ਹੈ। ਰੰਗਮੰਚ ਨੂੰ ਪੜ੍ਹਾਉਂਦਿਆਂ, ਬੱਚਿਆਂ ਨਾਲ ਜੁੜਦਿਆਂ, ਨਵੇਂ ਸਬਕ ਸਿੱਖਦਿਆਂ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰਾ ਫਲਸਫਾ ਜ਼ਿੰਦਗੀ ਦਾ ਉਹਨਾਂ ਨੇ ਆਪਣੀ ਸ਼ਖਸੀਅਤ ਦੇ ਵਿੱਚ ਵੀ ਰੱਖਿਆ, ਔਰ ਆਪਣੇ ਜਿਹੜੇ ਬੱਚੇ ਨੇ, ਅਗਲੀਆਂ ਨਸਲਾਂ ਨੇ, ਅਗਲੀਆਂ ਪੀੜ੍ਹੀਆਂ ਨੇ, ਉਹਨਾਂ ਨੂੰ ਵੀ ਦਿੱਤਾ। ਜੀ ਹਾਂ, ਮੇਰੀ ਮੁਰਾਦ ਹੈ ਰੰਗਮੰਚ ਦੇ ਸ਼ਾਹਕਾਰ, ਮਹਾਂ ਸ਼ਖਸੀਅਤ ਪ੍ਰੋਫੈਸਰ ਮਹਿੰਦਰ ਕੁਮਾਰ ਜੀ। ਸਰ, ਸਤਿ ਸ੍ਰੀ ਅਕਾਲ ਜੀ। ਸਰ, ਮੇਰੀ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ? ਹੁਣ ਆਈ ਹੈ, ਵਿਚਕਾਰ ਰੁਕ ਗਈ ਸੀ। ਵੈਲਕਮ ਸਰ, ਵੈਲਕਮ ਜੀ, ਖੁਸ਼ ਆਮਦੀਦ ਸਰ। ਥੈਂਕ ਯੂ। ਮੈਨੂੰ ਖੁਸ਼ੀ ਹੈ ਤੁਹਾਡੇ ਰੂਬਰੂ ਬੈਠ ਕੇ ਤੇ ਦਰਸ਼ਕਾਂ ਨਾਲ ਤੁਹਾਡੇ ਮਾਧਿਅਮ ਨਾਲ ਸਾਂਝ ਪਾਉਣ ਵਿੱਚ ਚੰਗਾ ਲੱਗ ਰਿਹਾ। ਸਰ, ਮੈਂ ਜਦੋਂ ਤੁਹਾਡੀ ਤਾਰੀਫ ਕਰਾ ਰਿਹਾ ਸੀਗਾ, ਤੁਹਾਡੀ ਤਾਰੀਫ ਦੇ ਵਿੱਚ ਮੈਂ ਇੱਕ ਛੋਟੀ ਜੀ ਗੁਸਤਾਖੀ ਕੀਤੀ ਕਿ ਮੈਨੂੰ ਤੁਹਾਡੀ ਜਿਹੜੇ ਪ੍ਰੋਡਕਸ਼ਨਾਂ ਨੇ, ਤੁਹਾਡੀਆਂ ਜਿਹੜੀਆਂ ਰੰਗਮੰਚ ਹੈ, ਥੀਏਟਰ ਹੈ, ਮੈਨੂੰ ਉਸ ਤੋਂ ਵੀ ਜ਼ਿਆਦਾ ਤੁਹਾਡਾ ਜਿਹੜਾ ਫਲਸਫਾ, ਉਹ ਇੱਕ ਅੱਛੇ ਅਧਿਆਪਕ ਵਾਲਾ, ਇੱਕ ਅੱਛੇ ਗੁਰੂ ਵਾਲਾ, ਇੱਕ ਅੱਛੇ ਰਾਹ ਦਸੇਰੇ ਵਾਲਾ ਲੱਗਿਆ। ਇਸ ਲਈ ਮੈਂ ਮਾਫੀ ਚਾਹੁੰਦਾ ਕਿ ਮੇਰੇ ਮਨ 'ਚ ਮੈਂ ਬੜਾ ਵੱਡਾ ਫੈਨ ਹਾਂ ਤੁਹਾਡਾ ਇਸ ਗੱਲ ਦਾ, ਕਿ ਮੈਨੂੰ ਬਹੁਤ ਸਾਰੇ ਬੱਚੇ ਤੁਹਾਡੇ ਜਿਹੜੇ ਰੰਗਮੰਚ ਨਾਲ, ਥੀਏਟਰ ਤੁਹਾਡੇ ਤੋਂ ਸਿੱਖਦੇ ਰਹੇ ਆ, ਉਹ ਜਿੱਦਾਂ ਦੀਆਂ ਗੱਲਾਂ ਕਰਦੇ ਸੀ, ਮੈਂ ਬੜਾ ਮੁਤਾਸਰ ਹੁੰਦਾ ਸੀ ਤੁਹਾਡੀਆਂ ਗੱਲਾਂ ਕਰਕੇ। ਇਸ ਲਈ ਮੈਂ ਤੁਹਾਨੂੰ ਗੁਰੂ ਦੇ ਰੂਪ 'ਚ, ਇੱਕ ਅਧਿਆਪਕ ਦੇ ਰੂਪ ਦੇ ਵਿੱਚ ਇੱਥੇ ਜਿਹੜੀ ਤੁਹਾਡੀ ਜਾਣ ਪਛਾਣ ਕਰਾਈ ਹੈ। ਤੁਸੀਂ ਮੈਨੂੰ ਜੋ ਇੱਜ਼ਤ ਬਖਸ਼ੋਗੇ ਮੈਨੂੰ ਕਬੂਲ ਹੈ, ਪਰ ਮੈਂ ਆਪਣੇ ਆਪ ਨੂੰ ਹੁਣ ਵੀ ਇੱਕ ਲਰਨਰ ਸਮਝਦਾ। ਮੈਂ ਸਮਝਦਾ ਕਿ ਹਰ ਰੋਜ਼ ਇੱਕ ਹਰ ਨਵਾਂ ਦਿਨ ਮੇਰੇ ਲਈ ਸਿੱਖਣ ਲਈ ਕੁਛ ਨਾ ਕੁਛ ਲੈ ਕੇ ਆਉਂਦਾ, ਹਰ ਨਵਾਂ ਮਿਲਣ ਵਾਲਾ, ਹਰ ਨਵੇਂ ਨਾਲ ਗੱਲ ਜਦੋਂ ਕਰਦਾ ਮੈਂ, ਕਈ ਵਾਰ ਤਾਂ ਪ੍ਰਕਿਰਤੀ ਵੀ ਮੈਨੂੰ ਨਵੀਂ ਲੱਗਦੀ ਹੈ ਤੇ ਲੱਗਦਾ ਹੈ ਕਿ ਅੱਜ ਇਹ ਮੈਨੂੰ ਨਵਾਂ ਕੁਛ ਸਿਖਾਏਗੀ। ਤੇ ਜੋ ਮੈਂ ਅੱਗੇ ਆਪਣੇ, ਜਿਨ੍ਹਾਂ ਨੂੰ ਤੁਸੀਂ ਸਮਝਿਆ ਕਿ ਪਿਛਲੇ 50 ਸਾਲ ਤੋਂ ਮੇਰੇ ਤਰ੍ਹਾਂ ਤਰ੍ਹਾਂ ਦੇ ਸਟੂਡੈਂਟਸ ਰਹੇ ਨੇ, ਉਹਨਾਂ ਨਾਲ ਮੈਂ ਸਾਂਝਿਆਂ ਕਰ ਸਕਾਂਗਾ, ਕਿਉਂਕਿ ਹਰ ਵਿਅਕਤੀ ਹਰ ਚੀਜ਼ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ। ਸਹੀ। ਤੇ ਉਹ ਨਜ਼ਰੀਆ ਸਭ ਦਾ ਸਾਂਝਾ ਹੋਵੇ ਇਹ ਸੰਭਵ ਤਾਂ ਨਹੀਂ, ਪਰ ਰੰਗਮੰਚ ਇਹ ਕਲਾ ਹੈ ਕਿ ਉਹ ਆਪਣੇ ਨਜ਼ਰੀਏ ਨੂੰ ਹੋਰਾਂ ਦੇ ਨਾਲ ਇੱਕ ਸਮਝ ਆਉਣ ਯੋਗ ਤਰੀਕੇ ਨਾਲ ਸਾਂਝਿਆਂ ਕਰੇ, ਕਿਉਂਕਿ ਸਟੇਜ ਤੇ ਦਰਸ਼ਕ ਦੀ ਜਿਹੜੀ ਸਾਂਝ ਹੈ, ਉਹ ਸਮਝਣ ਤੇ ਸਮਝਾਉਣ ਦੀ ਹੈ। ਇੱਕ ਰਸ ਦੀ ਤੰਦਰਾ ਦੋਨਾਂ ਦੇ ਵਿਚਕਾਰ ਬਣਦੀ ਹੈ। ਉਹ ਇਸ ਲਈ ਜਦੋਂ ਮੈਂ ਅੱਜ ਮੇਰੇ ਸਾਹਮਣੇ ਸੱਚਮੁੱਚ ਦੇ ਦਰਸ਼ਕ ਨਹੀਂ ਬੈਠੇ ਤਾਂ ਮੈਨੂੰ ਥੋੜਾ ਜਿਹਾ
ऑड लग रहा है क्योंकि मैं हमेशा लाइव ਅਦਾਕਾਰੀਆਂ ਪੇਸ਼ਕਾਰੀਆਂ ਤੇ ਖੁਦ ਦਰਸ਼ਕ ਦੇ ਤੌਰ ਤੇ ਵੀ ਲਾਈਵ ਦੇਖਣਾ ਬੜਾ ਅੱਛਾ ਲੱਗਦਾ ਰਿਹਾ। ਪਰ ਸਮੇਂ ਦੀ ਗੱਲ ਹੈ, ਅੱਜ ਦਾ ਦੌਰ ਇਹੀ ਮੰਗਦਾ ਹੈ ਕਿ ਮੈਂ ਇਸ ਮਾਧਿਅਮ ਨਾਲ ਹੀ ਤੁਹਾਡੇ ਸਭ ਨਾਲ ਜੁੜਾਂ ਤੇ ਜੋ ਮੇਰੀ ਸਮਝ ਵਿੱਚ ਆਇਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਸਰ, ਜਿਹੜਾ ਇਹ ਦੌਰੇ ਕਰੋਨਾ ਹੈ ਜੀ, ਅੰਦਰ ਬੈਠੇ ਹੋ ਤੁਸੀਂ ਔਰ ਮੈਨੂੰ ਉਮੀਦ ਹੈ ਕਿ ਸਿਹਤ ਯਾਫਤਾ ਹੋ ਔਰ ਰਹੋ ਵੀ ਤੁਸੀਂ, ਲੰਬੀਆਂ ਉਮਰਾਂ ਹੋਣ। ਇਹ ਕਰੋਨਾ ਦਾ ਜਿਹੜਾ ਪਿਛਲੇ 4-5 ਮਹੀਨਿਆਂ ਦਾ ਸੰਕਟ ਹੈ ਔਰ ਮੈਂ ਯਕੀਨਨ ਤੌਰ ਤੇ ਕਹਿ ਸਕਦਾ ਕਿ ਤੁਸੀਂ ਇਸ ਨੂੰ ਵੀ ਕਿਸੇ ਨਾ ਕਿਸੇ ਪਾਸੇ ਕ੍ਰੀਏਟਿਵ ਲਾਜ਼ਮੀ ਤੌਰ ਤੇ ਬਣਾ ਲਿਆ ਹੋਏਗਾ। ਮੈਂ ਸਹੀ ਹਾਂ? ਤੁਸੀਂ ਬਿਲਕੁਲ ਠੀਕ ਸੋਚਦੇ ਹੋ। ਸਾਰੇ ਕਲਾਕਾਰ, ਮੇਰਾ ਖਿਆਲ ਹੈ ਕਿ ਇਸ ਸਮੇਂ ਵਿੱਚ ਕੁਛ ਨਾ ਕੁਛ ਨਵਾਂ ਸੋਚਦੇ ਸਿਰਜਦੇ ਰਹੇ ਹੋਣਗੇ। ਇੱਕ ਹੋਰ ਦੈਟ ਇਜ਼ ਵੈਰੀ ਵੈਰੀ ਪਰਸਨਲ ਕਿ ਜਦੋਂ ਸਿਰਜਣ ਦਾ ਮੌਕਾ ਆਉਂਦਾ ਹੈ ਉਦੋਂ ਕਿੰਨੀਆਂ ਹੀ ਤੁਹਾਨੂੰ ਮਜਬੂਰੀਆਂ ਹੋਣ, ਦੌੜ ਭੱਜ ਹੋਵੇ, ਸਮਾਂ ਘੱਟ ਹੋਵੇ, ਕੁਛ ਵੀ ਹੋਵੇ, ਪਰ ਤੁਹਾਡਾ ਜੋ ਸਿਰਜਣ ਦਾ ਪ੍ਰੋਸੈਸ ਹੈ ਨਾ ਉਹ ਉਹਦੇ ਵਿੱਚ ਖਲਲ ਨਹੀਂ ਪਾਉਂਦਾ। ਸਾਰੀਆਂ ਤੁਹਾਡੀਆਂ ਜਿਹੜੀਆਂ ਵਿਅਸਤਤਾਵਾਂ ਨੇ ਉਹਦੇ ਬਾਵਜੂਦ ਤੇ ਕਿਉਂਕਿ ਉਸ ਸਾਰੀ ਦੌੜ ਭੱਜ ਵਿੱਚ ਮੀਟਿੰਗ ਡੈਡਲਾਈਨਸ, ਕੱਲ੍ਹ ਇਹ ਹੋਣਾ ਹੀ ਹੈ, ਪਰਸੋਂ ਇਹ ਹੋਣਾ ਹੀ ਹੈ, ਤੇ ਆਹਿਸਤਾ ਆਹਿਸਤਾ ਤਾਰੀਖ ਨਜ਼ਦੀਕ ਆ ਜਾਂਦੀ ਹੈ ਤੇ ਉਹ ਸਾਰਾ ਕੁਛ ਇੱਕ ਐਸਾ ਰੂਟੀਨ ਦਾ ਹਿੱਸਾ ਬਣਦਾ ਰਿਹਾ ਮੇਰੇ ਕਿ ਮੈਨੂੰ ਬਲਕਿ ਹੁਣ ਬੜਾ ਅਜੀਬ ਲੱਗਿਆ ਕਿ ਸਿਰਫ ਬੈਠਣਾ, ਸੋਚਣਾ, ਸਿਰਜਣਾ ਤੇ ਕੋਈ ਕਿਤੋਂ ਦੇ ਕੋਈ ਪ੍ਰੈਸ਼ਰਸ ਨਹੀਂ, ਕੋਈ ਡੈਡਲਾਈਨਸ ਨਹੀਂ, ਕੋਈ ਆਡੀਅנס ਦੀ ਉਡੀਕ ਨਹੀਂ ਕਿ ਉਹਨਾਂ ਨੇ ਆ ਕੇ ਦੇਖਣਾ ਤੇ ਮੈਨੂੰ, ਪਰ ਆਪਣੇ ਲਈ ਕਰੀ ਜਾ ਰਹੇ ਹਾਂ। ਸੋ ਇਸ ਦੇ ਵਿਚਕਾਰ ਇਹੋ ਜਿਹੇ ਵੀ ਪੌਜ਼ਿਸ ਆਏ ਜਿਹਦੇ ਵਿੱਚ ਬੜੀ ਲਿਸਟਲੈਸਨੈਸ ਜੀ ਮਹਿਸੂਸ ਹੋਈ ਕਿ ਇਹ ਸਾਰਾ ਕੁਛ ਜੋ ਅਸੀਂ ਲੋਕਾਂ ਲਈ ਕਰਦੇ ਸੀ ਹੁਣ ਸਿਰਫ ਆਪਣੇ ਲਈ, ਕਿਉਂਕਿ ਰੰਗਮੰਚ ਤਾਂ ਸਾਂਝ ਦਾ ਵਸੀਲਾ ਹੈ ਨਾ। ਤੇ ਇਹ ਥੋੜਾ ਜਿਹਾ ਮੈਨੂੰ ਵਿੱਚ ਕਦੀ ਇਹੋ ਜਿਹੇ ਦੌਰੇ ਪੈਂਦੇ ਰਹੇ ਕਿ ਕਿੱਥੇ ਨੇ ਉਹ ਸਾਰੇ ਲੋਕ ਜਿਨ੍ਹਾਂ ਨਾਲ ਸੀ, ਕਿਉਂਕਿ ਮੈਂ ਕੁਛ ਆਨਲਾਈਨ ਕਲਾਸਿਸ ਵੀ ਲਿੱਤੀਆਂ, ਕੁਛ ਵਾਈਵੇ ਵੀ ਵਗੈਰਾ ਵੀ, ਤਾਂ ਬਹੁਤ ਹੀ ਅਜੀਬ ਲੱਗਿਆ ਕਿਉਂਕਿ ਦਰਸ਼ਕਾਂ ਦੇ ਸਮੂਹ ਨੂੰ ਜਾਂ ਸਟੂਡੈਂਟਸ ਦੇ ਸਮੂਹ ਨੂੰ ਜਾਂ ਈਵਨ 1-to-1 ਗੱਲ ਦੇ ਵਿੱਚ ਤੁਹਾਡੇ ਜੋ ਤੁਸੀਂ ਬੋਲ ਰਹੇ ਹੁੰਦੇ ਹੋ ਉਸਦਾ ਪ੍ਰਤੀਕਰਮ, ਉਹਦਾ ਜਿਹੜਾ ਰਿਐਕਸ਼ਨ ਹੈ ਉਹ ਮੈਟਰ ਕਰਦਾ ਤੁਹਾਡੀ ਗੱਲਬਾਤ ਨੂੰ ਅੱਗੇ ਤੋਰਨ ਵਿੱਚ, ਤੁਹਾਡੀ ਐਕਸਪ੍ਰੈਸ਼ਨ ਨੂੰ, ਤੁਹਾਡੀ ਕਲਾ ਨੂੰ ਅੱਗੇ ਲਿਜਾਣ ਲਈ। ਸੋ ਇਟ ਇਜ਼ ਡਿਫਰੈਂਟ ਫਰੋਮ ਮੇਰੀ ਜਿਹੜੀ ਬੈਕਗਰਾਉਂਡ ਹੈ ਪੇਂਟਰ ਦੀ ਵੀ ਹੈ, ਸੋ ਇਟਸ ਡਿਫਰੈਂਟ ਫਰੋਮ ਪੇਂਟਿੰਗ ਅ ਕੈਨਵਸ। ਸਹੀ ਸਰ ਮੈਨੂੰ ਜਿਹੜੇ ਸੁਚੇਤਕ ਸਟੂਡੀਓ ਦੇ ਹਦਾਇਤਕਾਰ ਨੇ, ਸਾਨੂੰ ਉਹਨਾਂ ਨੇ ਜਿਹੜਾ ਮਜ਼ਮੂਨ ਦਿੱਤਾ ਸੀ ਉਹ ਸੀਗਾ ਕਿ ਡਾਇਰੈਕਟਰਸ ਪੇਂਟ ਬ੍ਰਸ਼, ਤੇ ਅਸੀਂ ਉਸ ਦੇ ਹਵਾਲੇ ਨਾਲ ਗੱਲਾਂ ਕਰਾਂਗੇ, ਲੇਕਿਨ ਥੋੜੀ ਨਾਲ ਆਪਾਂ ਆਪਣੀਆਂ ਹੱਦਾਂ ਸਰਹੱਦਾਂ ਇਸ ਮੌਜੂ ਦੇ ਆਸੇ ਪਾਸੇ ਜ਼ਰੂਰ ਤੁਰੇ ਫਿਰਾਂਗੇ। ਜ਼ਿੰਦਗੀ ਦੇ ਫਲਸਫੇ ਨੂੰ ਲੈ ਕੇ ਤੁਹਾਡੇ ਨਾਲ ਮੈਂ ਗੱਲਾਂ ਕਰੂੰਗਾ। ਇਹ ਜਿਹੜਾ ਡਾਇਰੈਕਟਰਸ ਪੇਂਟ ਬ੍ਰਸ਼ ਹੈ ਇੱਕ ਡਿਫਰੈਂਟ ਜਿਹਾ ਕਨਸੈਪਟ ਆ ਔਰ ਮੈਨੂੰ ਲੱਗਦਾ ਇਹਦੇ ਚ ਬਹੁਤ ਸਾਰੇ ਥੀਏਟਰ ਦੇ ਕਈ ਸਾਰੇ ਜਿਹੜੇ ਪਹਿਲੂ ਨੇ ਉਹ ਕਵਰ ਹੋ ਜਾਂਦੇ ਨੇ। ਤੁਸੀਂ ਇਕੱਲਾ ਡਰੈਸ ਆਪਣਾ ਸਟੇਜ ਡਿਜ਼ਾਈਨਰ ਨਹੀਂ ਰਹਿੰਦੇ, ਤੁਸੀਂ ਇਕੱਲਾ ਸਟੇਜ ਮੇਕਰ ਨਹੀਂ ਰਹਿੰਦੇ, ਤੁਸੀਂ ਕਈ ਕੁਛ ਹੁੰਦਾ ਨੇ। ਮੈਨੂੰ ਥੋੜਾ ਜਿਹਾ ਜੇ ਤੁਸੀਂ ਆਪਣੇ ਹਿਸਾਬ ਨਾਲ, ਕਿਉਂਕਿ ਇਹ ਤੁਹਾਡਾ ਕਾਫੀ ਸੋਹਣਾ ਕਨਸੈਪਟ ਆ ਇਹ ਜਿਹੜਾ ਡਾਇਰੈਕਟਰਸ ਪੇਂਟ ਬ੍ਰਸ਼। ਕੈਨਵਸ ਉੱਤੇ ਪੇਂਟ ਕਰਨ ਲਈ ਤੁਹਾਡੇ ਕੋਲ ਕੁਛ ਬੇਜਾਨ ਰੰਗ, ਇੱਕ ਬੇਜਾਨ ਬ੍ਰਸ਼ ਜਾਂ ਕਈ ਸਾਰੇ ਬ੍ਰਸ਼ਿਸ, ਸੋ ਤੁਸੀਂ ਉਹਨਾਂ ਦੇ ਨਾਲ ਕੰਮ ਕਰਦੇ ਹੋ, ਕੈਨਵਸ ਦੇ ਵਿੱਚ ਉਹਨਾਂ ਬੇਜਾਨ ਰੰਗਾਂ ਨਾਲ ਜਾਨ ਪਾਉਂਦੇ ਹੋ। ਵੈਰਾਜ਼ ਜੋ ਰੰਗਮੰਚ ਹੈ ਜਿਸ ਦੇ ਡਾਇਰੈਕਟਰ ਨੂੰ ਪੇਂਟ ਬ੍ਰਸ਼ ਹੋਣ ਦੀ ਮੈਂ ਸੰਗਿਆ ਦਿੰਦਾ ਕਿ ਡਾਇਰੈਕਟਰ ਹੈ, he uses a paint brush। ਉਹਦਾ ਪੇਂਟ ਬ੍ਰਸ਼ ਕੀ ਹੈ? ਐਕਟਰਸ। ਕਿਉਂਕਿ ਮੈਂ ਇਸ ਵਿਚਾਰ ਦਾ ਸ਼ੁਰੂ ਤੋਂ ਹੀ ਧਾਰਨੀ ਹਾਂ ਕਿ ਥੀਏਟਰ ਦੇ ਵਿੱਚ ਜੇ ਕੋਈ ਚੀਜ਼ ਜਿਸ ਤੋਂ ਬਿਨਾਂ ਥੀਏਟਰ ਨਹੀਂ ਹੋ ਸਕਦਾ ਉਹ ਐਕਟਰ ਹੈ। ਮੇਰੀ ਸਪੈਸ਼ਲਾਈਜੇਸ਼ਨ ਡਾਇਰੈਕਸ਼ਨ ਰਹੀ ਹੋਵੇ,
ਬੈਕ ਸਟੇਜ ਕੰਮ ਰਿਹਾ ਹੋਵੇ, ਕਾਸਟਿਊਮਸ, ਸੈਟਸ, ਪ੍ਰੋਪਸ, ਐਵਰੀਥਿੰਗ, ਪਰ ਇਹਦੇ ਵਿੱਚ ਸਭ ਤੋਂ ਵੱਧ ਜਿਹੜੀ ਚੀਜ਼ ਇੰਪੋਰਟੈਂਸ ਰੱਖਦੀ ਹੈ ਉਹ ਹੈ ਐਕਟਰ। ਸੋ ਸਾਡੇ ਇੱਥੇ ਜਦੋਂ ਮੈਂ ਇਸੀ ਪੇਂਟ ਬ੍ਰਸ਼ ਦੀ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਇਹ ਪ੍ਰੈਕਟੀਕਲੀ ਇੱਕ ਵਿਅਕਤੀ ਡਾਇਰੈਕਟਰ ਦੇ ਤੌਰ ਤੇ ਕਿਸ ਤਰ੍ਹਾਂ ਇਸਤੇਮਾਲ ਕਰਦਾ। ਸੋ ਨਵਾਂ ਇੱਥੇ ਪਹਿਲੀ ਵਾਰੀ ਸਾਰੇ ਰੀਜਨ ਦੇ ਵਿੱਚ ਇੱਕ ਨਵਾਂ ਥੀਏਟਰ ਡਿਪਾਰਟਮੈਂਟ ਐਸਟੈਬਲਿਸ਼ ਹੋਇਆ, 72 ਦੇ ਵਿੱਚ ਸ਼ੁਰੂ ਹੋਇਆ, ਤੇ ਉਸ ਤੋਂ ਪਹਿਲਾਂ 3-4 ਸਾਲ ਬਲਵੰਤ ਗਾਰਗੀ ਸਾਹਿਬ ਨਾਲ। ਇਹ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਜੀ ਇੰਡੀਅਨ ਥੀਏਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 72 ਦੇ ਵਿੱਚ ਇਹ ਐਸਟੈਬਲਿਸ਼ ਹੋਇਆ, ਪਰ ਉਸ ਤੋਂ 3-4 ਸਾਲ ਪਹਿਲਾਂ ਬਲਵੰਤ ਗਾਰਗੀ ਸਾਹਿਬ ਨਾਲ ਮੈਂ ਰਲ ਕੇ ਇਸ ਦੀ ਸਾਰੀ ਰੂਪ ਰੇਖਾ ਤਿਆਰ ਕੀਤੀ, ਕਿਉਂਕਿ ਇਹ ਮੁੱਢੋਂ ਹੀ ਇੱਕ ਨਵਾਂ ਕਨਸੈਪਟ ਸੀ। ਅੱਜ ਵੀ ਕਿਸੇ ਯੂਨੀਵਰਸਿਟੀ ਦੇ ਵਿੱਚ ਕੋਈ ਨਵਾਂ ਡਿਪਾਰਟਮੈਂਟ ਬਣਾਉਣਾ ਹੋਵੇ ਤਾਂ ਤੁਹਾਨੂੰ ਕਰੋੜਾਂ ਦਾ ਬਜਟ, ਕਈ ਤਰ੍ਹਾਂ ਦੇ ਸੈਂਕਸ਼ਨਸ, ਕਈ ਤਰ੍ਹਾਂ ਦੇ ਪ੍ਰੋਫੈਸਰ, ਰੀਡਰ, ਲੈਕਚਰਰ। ਉਹ ਪਹਿਲਾ ਇਹੋ ਜਿਹੀ ਮਿਸਾਲ ਹੈ ਜਿਸ ਦੇ ਵਿੱਚ ਬਲਵੰਤ ਗਾਰਗੀ ਸਾਹਿਬ ਦਾ ਅੰਤਰਰਾਸ਼ਟਰੀ ਵਿਜ਼ਨ ਕੰਮ ਕਰ ਰਿਹਾ ਸੀ ਕਿ ਸਭ ਤੋਂ ਜ਼ਰੂਰੀ ਚੀਜ਼, ਜਿਸ ਕਰਕੇ ਉਹਨਾਂ ਨੇ ਬਹੁਤ ਪਿਆਰ ਨਾਲ, ਮਿੰਨਤ ਨਾਲ, ਇਸਰਾਰ ਨਾਲ ਮੈਂ ਇਸ ਤੋਂ ਇੱਥੇ ਆਉਣ ਤੋਂ ਪਹਿਲਾਂ ਆਰਟਸ ਕਾਲਜ ਵਿੱਚ ਪੜ੍ਹਾਉਂਦਾ ਸੀ। ਸੋ ਮੇਰਾ ਪੇਂਟ ਬ੍ਰਸ਼ ਉਹੀ ਪੇਂਟ ਬ੍ਰਸ਼ ਸੀ ਜਿਹੜਾ ਆਮ ਲੋਕਾਂ ਦਾ ਹੁੰਦਾ, ਸਾਰੇ ਆਰਟਿਸਟਾਂ ਦਾ, ਲੇਕਿਨ ਮੈਂ ਇੱਥੇ ਆ ਕੇ ਉਸ ਪੇਂਟ ਬ੍ਰਸ਼ ਨੂੰ ਬਦਲਿਆ। ਮੈਂ ਸਮਝਿਆ ਕਿ ਇਹ ਇੱਕ ਲਾਈਵ ਮੀਡੀਅਮ ਹੈ। ਹੁਣ ਤੱਕ ਜਿੰਨੀ ਵੀ ਕਲਾ ਅਸੀਂ ਸਮਝਦੇ ਹਾਂ ਉਹ ਜਾਂ ਤਾਂ 2 ਡਾਇਮੈਂਸ਼ਨ ਜਾਂ 3 ਡਾਇਮੈਂਸ਼ਨ। ਇੱਥੇ ਆ ਕੇ, ਥੀਏਟਰ ਦੇ ਵਿੱਚ ਆ ਕੇ, ਰੰਗਮੰਚ ਵਿੱਚ ਆ ਕੇ ਇੱਕ ਚੌਥੀ ਡਾਇਮੈਂਸ਼ਨ ਦਾ ਸਾਨੂੰ ਪਤਾ ਚੱਲਦਾ ਹੈ, ਉਹ ਹੈ ਸਮਾਂ। ਇਟ ਹੈਪਨਸ ਇਨ ਦ ਟਾਈਮ। 0 ਤੋਂ ਸ਼ੁਰੂ ਹੋ ਕੇ 10 ਮਿੰਟ, 15 ਮਿੰਟ, 20 ਮਿੰਟ, ਘੰਟਾ, 2 ਘੰਟੇ, ਇਹ ਜਿਹੜੀ ਮਿਆਦ ਹੈ ਇਹ ਆਪਣੇ ਆਪ ਵਿੱਚ ਇੱਕ ਡਾਇਮੈਂਸ਼ਨ ਹੈ। ਤੇ ਇਸ ਨੂੰ ਅਸੀਂ ਸੀਨ ਦਾ ਸੀਨ, ਮੈਂ ਇਸ ਨੂੰ ਸਮਝਦਾ, ਜੋ ਕਿ ਸਾਰੇ ਲੋਕ ਐਗਰੀ ਵੀ ਕਰਦੇ ਨੇ, ਕਿ ਜੇ ਪੜ੍ਹਨ ਨਾਲ ਜਾਂ ਸੁਣਨ ਨਾਲ ਸਰਦਾ ਤਾਂ ਸਟੇਜ ਦੇ ਉੱਤੇ ਨਾਟਕ ਦੀ ਜ਼ਰੂਰਤ ਕੀ ਸੀ। ਇਹ ਇਸ ਲਈ ਜਾਂਦਾ ਹੈ ਕਿ ਇਸ ਦਾ ਸੰਬੰਧ 80% ਦੇਖਣ ਨਾਲ ਹੈ। 20% ਹੋਰ ਚੀਜ਼ਾਂ ਹਨ, ਯਾਨੀ ਟੈਕਸਟ ਤੁਸੀਂ ਕਿਤਾਬ ਖੋਲ ਕੇ ਵੀ ਪੜ੍ਹ ਸਕਦੇ ਹੋ, ਮਿਊਜ਼ਿਕ ਕੰਨਾਂ ਨਾਲ ਸੁਣ ਸਕਦੇ ਹੋ, ਬਟ ਜੋ ਤੁਸੀਂ ਦੇਖਦੇ ਹੋ ਉਹ ਚਿੱਤਰਾਂ ਦੀਆਂ ਲੜੀਆਂ ਨੇ। ਜਿਸ ਤਰ੍ਹਾਂ ਸਟਿਲ ਫੋਟੋਗ੍ਰਾਫ ਹੁੰਦਾ ਹੈ, ਫਿਰ ਉਹਨਾਂ ਤੋੜ ਦਿੰਦੇ ਹੋ 24 ਫਰੇਮ ਪਰ ਸੈਕਿੰਡ, ਤੇ ਉਹ ਇੱਕ ਵੱਡੀ ਮੂਵੀ ਬਣ ਜਾਂਦੀ ਹੈ। ਸੋ ਇਹ ਈਚ ਫਰੇਮ, ਈਚ ਪਿਕਚਰ ਔਨ ਦਾ ਸਟੇਜ, ਰਾਈਟ ਫਰੋਮ ਦਾ ਲੈਫਟ ਟੂ ਰਾਈਟ, ਟੌਪ ਟੂ ਬਾਟਮ, ਉਹ ਸਾਰਾ ਕੁਝ ਦੇਖਣਾ, ਸਮਝਣਾ ਤੇ ਉਸ ਨੂੰ ਨਵੀਂ ਸ਼ੇਪ ਦੇਣੀ, ਸੀਨ ਦਰ ਸੀਨ, ਫਰੇਮ ਦਰ ਫਰੇਮ, ਮੂਵਮੈਂਟ ਦਰ ਮੂਵਮੈਂਟ, ਇਹ ਕੰਮ ਡਾਇਰੈਕਟਰ ਪੇਂਟ ਬ੍ਰਸ਼ ਨਾਲ ਕਰਦਾ, ਕਿਉਂਕਿ ਇਸ ਦਾ ਸੰਬੰਧ ਦੇਖਣ ਨਾਲ ਹੈ। ਜੇ ਇਸ ਦਾ ਸੰਬੰਧ ਸਿਰਫ ਸੁਣਨ ਨਾਲ ਹੀ ਹੁੰਦਾ ਜਾਂ ਪੜ੍ਹਨ ਨਾਲ ਹੀ ਹੁੰਦਾ, ਲਫ਼ਜ਼ਾਂ ਨਾਲ ਹੀ ਹੁੰਦਾ ਜਾਂ ਮਿਊਜ਼ਿਕ, ਤਾਂ ਇਸ ਦਾ ਕੰਮ ਸਾਨੂੰ ਦੇਖਣ ਦੀ ਕੋਈ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ। ਨਾ ਅਸੀਂ ਇਸ ਦੇ ਲਈ ਮੰਗਦੇ ਕਿ ਜ਼ਰੂਰ ਦੇਖਣ ਜਾਣਾ, ਆਮੋ ਸਾਹਮਣੇ ਦੇਖਣਾ, ਲਾਈਵ ਦੇਖਣਾ। ਤੇ ਜੋ ਸਾਡੇ ਸਾਹਮਣੇ ਵਾਪਰ ਰਿਹਾ ਹੁੰਦਾ ਹੈ ਉਹ ਈਚ ਫਰੇਮ, ਯਾਨੀ ਈਚ frame before an actor takes a move from one place A to place B, ਉਹ ਜਿਹੜਾ ਹੈ ਉਹ ਡਾਇਰੈਕਟਰ ਦੇ ਮਨ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੈ ਜਿਸ ਤਰ੍ਹਾਂ ਕੈਨਵਸ ਦੇ ਉੱਤੇ ਪੇਂਟ ਬ੍ਰਸ਼ ਚੱਲਦਾ ਜਾਂ ਚੱਲਣਾ ਚਾਹੀਦਾ। ਸਭ ਨੂੰ ਇੰਨੀ ਸਮਝ ਸ਼ਾਇਦ ਨਾ ਹੋਵੇ, ਕਿਉਂਕਿ ਮੈਨੂੰ ਲੱਗਦਾ ਹੈ ਇੱਕ ਐਂਗਲ ਤੋਂ, ਇੱਕ ਜ਼ਾਵੀਏ, ਕੋਣ ਤੋਂ ਦੇਖਣ ਨਾਲ ਕੁਝ ਲੋਕਾਂ ਨੂੰ ਇਹ ਸਭ ਤੋਂ ਆਸਾਨ ਕੰਮ ਲੱਗਦਾ ਹੈ ਕਿ ਡਾਇਰੈਕਟਰ ਹੋਣਾ ਚਾਹੀਦਾ ਆਦਮੀ ਨੂੰ, ਤੇ ਕਿਉਂਕਿ ਸਕ੍ਰਿਪਟ ਤਾਂ ਲਿਖਿਆ ਹੋਇਆ, ਬੋਲਣਾ ਐਕਟਰਸ ਨੇ। ਮੈਂ ਤਾਂ ਸਹੀ ਕਹਿਣਾ, ਸੱਜੇ ਨਹੀਂ ਖੱਬੇ, ਖੱਬੇ ਨਹੀਂ ਸੱਜੇ, ਉੱਪਰ ਨਹੀਂ ਨੀਚੇ, ਬਸ ਉਸਦੇ ਪਿੱਛੇ ਕੀ ਤਪੱਸਿਆ ਘਾਲਣਾ, ਤੁਹਾਡੇ ਮਨ ਦੇ ਵਿੱਚ ਕਿੰਨਾ ਕੁਝ ਚੱਲਦਾ ਹੈ। ਜਦੋਂ ਇੱਕ ਪੇਂਟਰ ਆਪਣਾ ਬ੍ਰਸ਼ ਕੈਨਵਸ ਦੇ ਉੱਤੇ ਰੱਖਦਾ ਹੈ ਤਾਂ ਇਹ ਨਹੀਂ ਕਿ ਕੁਝ ਵੀ ਹੋ ਜਾਏਗਾ, ਉਸ ਤੋਂ ਪਹਿਲਾਂ ਬੜੀ ਸੋਚ, ਬਿਫੋਰ ਦੀ ਬ੍ਰਸ਼ ਟਚਿਸ ਦ ਕੈਨਵਸ,
ਉਹ ਜੋ ਪਹਿਲਾਂ ਦਾ ਕੰਮ ਹੈ ਉਹ ਸਾਰਾ ਪੂਰੀ ਦੁਨੀਆ ਤੁਹਾਡੇ ਜ਼ਿਹਨ 'ਚ ਚੱਲ ਰਹੀ ਹੁੰਦੀ, ਤੁਸੀਂ ਪੂਰੀ ਦੁਨੀਆ ਇੱਕ ਕ੍ਰੀਏਟ ਕਰਦੇ ਹੋ ਪਹਿਲਾਂ ਜ਼ਿਹਨ 'ਚ, ਫਿਰ ਉਹ ਤੁਸੀਂ ਮੇਰੇ ਲੱਗਦਾ ਅੱਗੇ ਫਿਰ ਉਹ ਬ੍ਰਸ਼ ਉਹ ਸਾਰਾ ਸਟੇਜ ਤੇ ਲੈ ਕੇ ਆਉਂਦੇ। ਜੀ, ਮੇਰੇ ਰੰਗ ਮੇਰੇ ਐਕਟਰ ਹੁੰਦੇ ਨੇ, ਜਾਂ ਕੋਈ ਛੋਟਾ ਸਟੂਲ ਜਾਂ ਕੋਈ ਦਰਖਤ ਜਾਂ ਕੋਈ ਖਾਲੀ ਜਗ੍ਹਾ। ਇਹ ਇੱਕ ਬੜਾ ਥੋੜਾ ਜਿਹਾ ਫਿਰ ਤੋਂ ਕਹਿਣ ਵਾਲੀ ਗੱਲ ਹੈ, ਲੋਕ ਸਮਝਦੇ ਨੇ, ਲੋਕ ਡਿਜ਼ਾਈਨ ਨੂੰ ਸਿਰਫ ਸੈੱਟ ਸਮਝਦੇ ਨੇ। ਮੈਂ ਇਹ ਕਹਿਣਾ ਚਾਹਾਂਗਾ ਕਿ ਬੇਅਰ ਸਟੇਜ, ਖਾਲੀ ਸਟੇਜ ਵੀ ਡਿਜ਼ਾਈਨ ਮੰਗਦਾ ਹੈ। ਉਹ ਐਕਟਰਸ ਦੀ ਮਦਦ ਨਾਲ, ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਕਿ ਖਾਲੀ ਸਟੇਜ ਦੇ ਉੱਤੇ ਵੀ ਤੁਸੀਂ ਸਾਰਾ ਕੁਝ ਸਿਰਜ ਸਕਦੇ ਹੋ ਵਿਦ ਦੀ ਹੈਲਪ ਆਫ ਐਕਟਰਸ, ਉਹਨਾਂ ਦੀ ਮੂਵਮੈਂਟ, ਉਹਨਾਂ ਦਾ ਆਪਣੇ ਆਪ ਨੂੰ ਜੈਸਟੀਕੂਲੇਟ ਕਰਨਾ ਜੈਸਚਰਸ ਦੇ ਨਾਲ, ਮੂਵਸ ਦੇ। ਤੇ ਇਹ ਇੱਕ ਚੀਜ਼ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਐਕਟਿੰਗ ਸਿਰਫ ਬੋਲਣਾ ਜਾਂ ਮੂਵ ਕਰਨਾ ਨਹੀਂ ਹੁੰਦਾ। ਆਪਣੇ ਆਪ ਨੂੰ ਸਟੇਜ ਦੀ ਸਪੇਸ ਨਾਲ, ਅਵੇਲੇਬਲ ਸਪੇਸ ਨਾਲ ਆਪਣੇ ਆਪ ਨੂੰ ਰਿਲੇਟ ਕਰਨਾ ਵੀ ਇਸ ਦੇ ਵਿੱਚ ਸ਼ਾਮਿਲ ਹੈ। ਜਦੋਂ ਮੈਂ ਪੇਂਟ ਬ੍ਰਸ਼ ਕਹਿੰਦਾ ਤਾਂ ਮੇਰਾ ਇਹੀ ਮਤਲਬ ਹੈ ਕਿ ਇੱਕ ਜੋ ਕੈਨਵਸ ਹੈ ਉਹ ਸਟੇਜ ਹੈ ਮੇਰੇ ਲਈ, ਸਟੇਜ ਦੀ ਸਾਰੀ ਸਪੇਸ ਮੇਰੇ ਲਈ ਕੈਨਵਸ ਹੈ। ਕਰਦੇ ਕਰਦੇ ਜਦੋਂ ਮੈਂ ਕਿਸੇ ਦੇ ਚਿਹਰੇ ਉੱਤੇ ਮੇਕਅਪ ਵੀ ਕਰਦਾ ਤਾਂ ਉਹ ਚਿਹਰਾ ਮੇਰੇ ਕੈਨਵਸ ਹੋ ਜਾਂਦਾ ਹੈ, ਮੈਂ ਕੈਨਵਸ ਟ੍ਰੀਟ ਕਰਦਾ ਹਾਂ। ਤੇ ਜਦੋਂ ਕਿਸੇ ਲਈ ਮੈਂ ਕਾਸਟਿਊਮ ਕਰਦਾ ਹਾਂ ਤਾਂ ਉਹ ਬਾਡੀ ਮੇਰੇ ਲਈ ਕੈਨਵਸ ਬਣ ਜਾਂਦੀ ਹੈ। ਮੈਂ ਉਸਨੂੰ ਇਸ ਤਰ੍ਹਾਂ ਟ੍ਰੀਟ ਕਰਦਾ ਹਾਂ। ਤੇ ਮੈਂ ਸਮਝਦਾ ਹਾਂ ਕਿਉਂਕਿ ਵਿਜ਼ੂਅਲ ਆਰਟ ਹੈ, 80% ਸੰਬੰਧ ਇਹਦਾ ਦੇਖਣ ਨਾਲ ਹੈ, ਤਾਂ ਇਹ ਹਰ ਚੀਜ਼ ਨੂੰ ਇੰਨੀ ਡਿਟੇਲ ਨਾਲ ਹੀ ਦੇਖਣਾ ਚਾਹੀਦਾ, ਇੱਕ ਦਾ ਦੂਜੇ ਨਾਲ ਸੰਬੰਧ, ਤੇ ਆਪਣੇ ਆਪ ਵਿੱਚ ਉਹ ਸੁੰਦਰ ਹੋਵੇ ਬਟ ਦੂਜਿਆਂ ਨਾਲ ਵੀ ਉਸਦਾ ਸੰਬੰਧ ਠੀਕ ਬਣਦਾ ਹੋਵੇ। ਇੱਕ ਐਕਟਰ ਆਪਣੇ ਆਪ 'ਚ ਚੰਗਾ ਕੰਮ ਕਰ ਜਾਏ ਤੇ ਕੋ ਐਕਟਰ ਦੇ ਨਾਲ ਉਸਦੀ ਯਾਨੀ ਉਹ ਸਾਂਝ ਨਾ ਪੈਂਦੀ ਹੋਵੇ ਜੋ ਕਰੈਕਟਰ ਦੀ ਰਿਕੁਆਇਰਮੈਂਟ ਹੈ, ਤਾਂ ਉਹ ਕਿੰਨਾ ਹੀ ਚੰਗਾ ਕਰ ਲਵੇ ਉਹ ਅੱਛਾ ਨਹੀਂ ਹੋਏਗਾ। ਸਰ ਮੈਨੂੰ ਇੱਕ ਚੀਜ਼ ਦੱਸੋ, ਇੱਕ ਨੋਮ ਚਮਸਕੀ ਦਾ ਨਾ ਗ੍ਰਾਮਰ ਨੂੰ ਲੈ ਕੇ ਕਨਸੈਪਟ ਆ, ਉਹਦਾ ਹੈਗਾ ਸਮਰੱਥਾ ਤੇ ਤੁਹਾਡਾ ਉਹ ਕਿਸੇ ਬੰਦੇ ਦੇ ਵਿੱਚ ਕਿੰਨਾ ਉਹਦੇ ਗੁਣ ਹੈ ਤੇ ਉਹਦੀ ਕੰਪੀਟੈਂਸ ਕਿੰਨੀ ਹੈਗੀ ਆ, ਉਹਨੂੰ ਫਿਰ ਅੱਗੇ ਜਾ ਕੇ ਇਹਨੂੰ ਲੈਬੋਰੇਟ ਕਰਦਾ ਕਿ ਜਿਹੜਾ ਬੁਲਾਰਾ ਹੈ, ਸੁਣਨ ਵਾਲਾ ਤੇ ਜਿਹੜਾ ਬੋਲਣ ਵਾਲਾ, ਉਹਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਪੁੱਲ ਹੋਣਾ ਚਾਹੀਦਾ ਸੰਚਾਰ ਦਾ। ਜਿੰਨੀ ਡਿਟੇਲ, ਜਿੰਨੀ ਸੂਖਮਤਾ ਨਾਲ ਤੁਸੀਂ ਸਟੇਜ ਨੂੰ ਦੱਸ ਰਹੇ ਹੋ, ਖਾਲੀ ਸਪੇਸ ਨੂੰ ਵੀ ਲੈ ਕੇ, ਕਿਆ ਸਾਡੇ ਪਾਸ ਐਸਾ ਦਰਸ਼ਕ ਹੁੰਦਾ ਜਿਹੜਾ ਉਹ ਡਾਇਰੈਕਟਰ ਦੀ ਉਨੀ ਕੈਨਵਸ ਦੀ ਸਪੇਸ ਨੂੰ ਉਹਦੇ ਨੇੜੇ ਤੇੜੇ ਵੀ ਜਾ ਸਕਦਾ ਹੋਵੇ, ਸਮਝ ਸਕਦਾ ਹੋਵੇ? ਬਹੁਤ ਰੈਲੇਵੈਂਟ ਗੱਲ ਹੈ। ਮੈਂ ਆਪਣੇ ਇਸ 50 ਸਾਲਾ ਸਫ਼ਰ ਦੇ ਵਿੱਚ ਇਹ ਮਹਿਸੂਸ ਕੀਤਾ ਹੈ ਕਿ ਸਾਡੇ ਦਰਸ਼ਕ ਹਮੇਸ਼ਾ ਉਸ ਪੱਧਰ ਦੇ ਨਹੀਂ ਹੁੰਦੇ, ਕਿਉਂਕਿ ਦਰਸ਼ਕਾਂ ਦਾ ਇੱਕ ਸਮੂਹ ਹੁੰਦਾ ਹੈ, ਉਸ ਦੇ ਵਿੱਚ ਹੋ ਸਕਦਾ ਹੈ 10-12% ਹੋਣ ਜਿਹੜੇ ਮੇਰੇ ਸਾਰੇ ਐਕਸਪ੍ਰੈਸ਼ਨ ਨੂੰ ਉਸ ਗਹਿਰਾਈ ਨਾਲ ਸਮਝ ਲੈਣ ਜਿਸ ਨਾਲ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੱਲ ਮੈਨੂੰ ਸ਼ੁਰੂ ਤੋਂ ਹੀ ਸਮਝ ਆ ਗਈ ਸੀ, ਕਿਉਂਕਿ ਇਸ ਤੋਂ ਪਹਿਲਾਂ ਕਿ ਮੈਂ ਇਹ ਡਾਇਰੈਕਟਰ ਦਾ ਪੇਂਟ ਬ੍ਰਸ਼ ਪਕੜਦਾ, ਮੈਂ 10-12 ਸਾਲ ਲੋਕਾਂ ਦਾ ਕੰਮ ਹੀ ਦੇਖਿਆ, ਮਾਸਟਰਸ ਦਾ ਬਹੁਤ ਪੜ੍ਹਿਆ, ਤੇ ਉਸ ਤੋਂ ਬਾਅਦ ਬਹੁਤ ਇੱਕ ਪਕੇਰੀ ਸੂਝ ਨਾਲ ਮੈਂ ਇਸ ਦੇ ਵਿੱਚ ਦਾਖਲ ਹੋਇਆ, ਇਹ ਸੋਚ ਕੇ ਕਿ ਰਿਸਪੌਂਸਿਬਿਲਿਟੀ ਚੰਗੇ ਜਾਂ ਬੁਰੇ ਦੀ ਡਾਇਰੈਕਟਰ ਦੀ ਹੁੰਦੀ। ਸੋ ਵਾਈ ਸ਼ੁਡ ਆਈ ਨਾਟ ਟੇਕ ਦਾ ਫੁੱਲ ਰਿਸਪੌਂਸਿਬਿਲਿਟੀ ਕਿ ਹਾਂ ਮੈਂ ਜੋ ਕਰ ਰਿਹਾ ਹਾਂ ਉਸ ਦਾ ਕੋਈ ਅਰਥ ਹੈ। ਹਾਂ, ਉਹ ਅਰਥਵੱਤਾ ਤੁਸੀਂ ਇਸ ਤਰ੍ਹਾਂ ਕਿ ਦਰਸ਼ਕਾਂ ਤੱਕ ਪਹੁੰਚੇ, ਇੱਕ ਪੱਧਰ ਤੇ ਅਨੈਕਟ ਕਰਦੇ ਹੋਣ ਨਾ, ਉਹ ਵੀ ਤੇ ਉਹ ਵੀ, ਜਿਸ ਨੂੰ ਅਸੀਂ ਭਰਤ ਦੇ ਵੋਕੈਬਲਰੀ ਵਿੱਚ ਕਹੀਏ ਰਸ, ਭਰਤ ਮੁਨੀ ਦੇ ਜਾਰਗਨ ਦੇ ਵਿੱਚ ਕਹੀਏ ਤਾਂ ਉਹ ਰਸ ਹੈ। ਉਹ ਦਰਸ਼ਕ ਵੀ ਮਹਿਸੂਸ ਕਰਦਾ ਹੈ, ਐਕਟਰ ਵੀ ਮਹਿਸੂਸ ਕਰਦਾ ਹੈ, ਦੋਨੋਂ ਇੱਕ ਦੂਜੇ ਦੀ ਮੌਜੂਦਗੀ ਤੋਂ ਬਿਨਾਂ ਇਸ ਨੂੰ ਮਹਿਸੂਸ ਨਹੀਂ ਕਰ ਸਕਦੇ। ਇਹ ਜ਼ਰੂਰੀ ਹੈ। ਸੋ ਜੋ ਤੁਸੀਂ ਕਿਹਾ ਉਸ ਦਾ ਵੀ ਇਹੀ ਅਰਥ ਹੈ। ਸੋ ਮੈਨੂੰ ਇਸ ਗੱਲ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਕਿ ਮੇਰੀ ਆਡੀਅנס ਦਾ ਜੋ ਬੌਧਿਕ ਪੱਧਰ ਹੈ ਉਹ ਕੈਸਾ ਹੈ। ਸੋ ਇਸ ਲਈ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਤੇ ਨਵਾਂ ਜੋ ਕੁਝ ਵੀ ਮੈਂ ਕਰਨਾ ਚਾਹੁੰਦਾ, ਜਿਸ ਦਾ ਮੈਨੂੰ ਸ਼ੱਕ ਹੈ ਕਿ ਸ਼ਾਇਦ ਉਸ ਪੱਧਰ ਤੇ ਨਾ ਐਕਸੈਪਟ ਕੀਤਾ ਜਾਏ ਜਾਂ ਸਵੀਕਾਰ ਕੀਤਾ ਜਾਏ ਜਿਸ ਤੇ ਮੈਂ ਬੋਲ ਰਿਹਾ ਹਾਂ, ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ
ਜਿਹੜੀ ਰੇਜ਼ਿੰਗ ਦਾ ਬਾਰ ਕਹਿੰਦੇ ਅਸੀਂ, ਜੋ ਸਾਡੀ ਮੌਜੂਦਾ ਪੱਧਰ ਹੈ ਉਸਨੂੰ ਜਿਹੜਾ ਚੁੱਕਣਾ ਹੈ ਉਹ ਥੋੜਾ ਥੋੜਾ ਕਰਕੇ ਚੁੱਕਦਾ। ਮੇਰੇ ਹਰ ਨਵੀਂ ਪ੍ਰੋਡਕਸ਼ਨ ਦੇ ਵਿੱਚ ਕੁਛ ਨਵਾਂ ਇਹੋ ਜਿਹਾ ਹੁੰਦਾ ਹੈ ਜੋ ਸਿਰਫ 10 ਜਾਂ 20% ਐਕਟਰ ਤੋਂ ਤੇ ਆਡੀਅנס ਤੋਂ ਡਿਮਾਂਡ ਕਰਦਾ ਹੈ ਕਿ ਇਹ ਨਵਾਂ ਹੈ, ਇਹ ਓਰੀਜਨਲ ਹੈ, ਇਸ ਤੋਂ ਪਹਿਲਾਂ ਨਹੀਂ ਹੋਇਆ, ਪਰ ਇਸ ਨੂੰ ਸਮਝੋ ਤੇ ਅਪਣਾਉਣ ਦੀ ਕੋਸ਼ਿਸ਼ ਕਰੋ, ਥੋਪਣਾ ਨਹੀਂ। ਅੱਜ ਕੱਲ ਜ਼ਿਆਦਾਤਰ ਐਕਸਪੈਰੀਮੈਂਟ ਦੇ ਨਾਂ ਉੱਤੇ ਇਹ ਕੰਮ ਹੋ ਰਿਹਾ ਹੈ ਕਿ ਸਮਝ ਆਵੇ ਨਾ ਆਵੇ ਤੁਸੀਂ ਆਤੰਕਿਤ ਰਹੋ ਕਿ ਅਸੀਂ ਕੰਮ ਕਰ ਰਹੇ। ਤੁਹਾਡੀ ਅੱਜ ਕੱਲ ਇਹ ਹੋ ਰਿਹਾ ਹੈ। ਮੈਂ ਇਸੇ ਟਿੱਪਣੀ ਤੋਂ ਤੁਹਾਡੇ ਨਾਲ ਇਸ ਹਵਾਲੇ ਨਾਲ ਗੱਲ ਕਰਦਾ ਕਿ ਕਰੀਬ ਤੁਹਾਨੂੰ ਇਸ ਪੇਂਟ ਬ੍ਰਸ਼ ਨੂੰ ਹੱਥ 'ਚ ਫੜਿਆ 50 ਸਾਲ ਦੇ ਨੇੜੇ ਹੋ ਗਏ ਨੇ। ਇਹ 50 ਸਾਲ ਦੇ ਵਿੱਚ ਕਿਹੜੇ ਫੇਜ਼ ਆਏ, ਤੁਸੀਂ ਵੀ ਬਦਲੇ, ਕੋਈ ਤੁਹਾਡਾ ਜਿਹੜਾ ਕਨਸੈਪਚੁਅਲ ਥਾਟ ਹੈ ਉਸ ਪੇਂਟ ਬ੍ਰਸ਼ ਲਈ ਉਹ ਵੀ ਬਦਲਿਆ, ਜਾਂ ਤੁਹਾਨੂੰ ਲੱਗਿਆ ਕਿ ਨਹੀਂ ਜਿਹੜੇ ਤੁਹਾਡੇ ਮੁੱਢਲੇ ਥਾਟ ਸੀਗੇ ਉਹੀ ਪੁਖਤਾ ਹੋਏ ਨੇ, ਉਹਨਾਂ 'ਚ ਕੋਈ ਵੱਡੀ ਤਬਦੀਲੀ ਆਉਣ ਦੀ ਬਜਾਏ ਬਲਕਿ ਉਹਦੇ 'ਚ ਹੀ ਉਸਾਰ ਹੋਇਆ? ਇੱਦਾਂ ਦਾ ਕੋਈ ਤੁਹਾਨੂੰ ਲੱਗਿਆ ਕਿ ਕੋਈ ਜ਼ਿਹਨ ਦੇ ਵਿੱਚ ਇੱਕ ਲੜੀ ਹੈ? ਜਿਵੇਂ ਤੁਸੀਂ ਟਾਈਮ ਦੀ ਡਾਇਮੈਂਸ਼ਨ ਦੀ ਗੱਲ ਕੀਤੀ ਹੈ, ਤੁਹਾਡੇ ਜ਼ਿਹਨ 'ਚ ਵੀ ਇੱਕ ਲੰਬਾ ਟਾਈਮ ਜਿਹੜਾ ਚੱਲ ਰਿਹਾ, ਉਹਦੀ ਨਿਰੰਤਰਤਾ ਦੇ ਨਾਲ ਜੋੜ ਕੇ ਮੈਂ ਤੁਹਾਨੂੰ ਪੁੱਛ ਰਿਹਾ ਵੀ ਇਸ ਪੇਂਟ ਬ੍ਰਸ਼ 'ਚ ਕੋਈ ਤਬਦੀਲੀਆਂ ਵੀ ਆਈਆਂ? ਮੇਰੀ ਇੱਕ ਚੀਜ਼ ਵਿੱਚ ਤਬਦੀਲੀ ਨਹੀਂ ਆਈ, ਉਹ ਇਹ ਹੈ ਨਿਰੰਤਰ ਪਰਿਵਰਤਨਸ਼ੀਲਤਾ। ਪਰਿਵਰਤਨ ਨਹੀਂ ਬਦਲਿਆ, ਪਰਿਵਰਤਨ ਹੁੰਦਾ ਰਿਹਾ। ਵਾਹ ਕੀ ਬਾਤ ਹੈ। ਤੇ ਓਰੀਜਨੈਲਿਟੀ ਦਾ ਦਾਮਨ ਨਹੀਂ ਛੱਡਣਾ। ਸਾਨੂੰ ਕਿੰਨੀਆਂ ਹੀ ਚੰਗੀਆਂ ਚੀਜ਼ਾਂ ਲੱਗਣ ਜਿਨ੍ਹਾਂ ਨੂੰ ਦਿਲ ਕਰੇ ਅਸੀਂ ਇਹਨੂੰ ਕਾਪੀ ਕਰ ਲਈਏ ਤੇ ਅਸੀਂ ਇੰਪ੍ਰੈਸ ਕਰ ਸਕਦੇ ਹਾਂ, ਪਰ ਮੇਰਾ ਨਹੀਂ ਮਨ ਕਰਦਾ। ਬਲਕਿ ਮੈਂ ਇਸ ਨਵੀਂ ਟੈਕਨੋਲੋਜੀ ਇੰਟਰਨੈਟ ਦੇ ਦੌਰ ਤੋਂ ਇਸ ਲਈ ਖੁਸ਼ ਹਾਂ ਕਿ ਅੱਜ ਜਾਣਨ ਦਾ ਮੌਕਾ ਹੈ, ਮੇਰੇ ਸਟੂਡੈਂਟਸ, ਮੇਰੇ ਦਰਸ਼ਕ, ਮੇਰੇ ਫਰੈਂਡ ਸਾਰੇ ਜਾਣ ਸਕਦੇ ਹਨ ਕਿ ਜਿਹੜਾ ਕੰਮ ਮੈਂ ਕੀਤਾ, ਉਹ ਚਾਹੇ ਟੈਂਪੈਸਟ ਡਾਇਰੈਕਟ ਕੀਤਾ ਹੈ, ਚਾਹੇ ਤੁਗਲਕ ਡਾਇਰੈਕਟ ਕੀਤਾ ਹੈ, ਚਾਹੇ ਵਸੰਤ ਸੈਨਾ ਡਾਇਰੈਕਟ ਕੀਤਾ ਹੈ, ਕਿ ਇਸ ਤੋਂ ਪਹਿਲਾਂ ਕਦੀ ਵੀ ਇਹੋ ਜਿਹੀ ਪੇਸ਼ਕਾਰੀ ਦੁਨੀਆ ਵਿੱਚ ਕਿਤੇ ਵੀ ਹੋਈ ਹੈ ਜਾਂ ਉਸਦਾ ਕੋਈ ਅੰਸ਼ ਲੱਗੇ ਕਿ ਇੱਥੋਂ ਲਿੱਤਾ ਹੋਇਆ ਜਾਂ ਕੀਤਾ ਹੋਇਆ। ਸੋ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿਸ ਮਾਸਟਰ ਰਾਈਟਰ ਨੇ ਲਿਖਿਆ, ਮੈਂ ਮਾਸਟਰ ਚੁੱਕਦਾ, ਮੈਂ ਡਾਇਰੈਕਟਰ ਐਜ਼ ਏ ਪੇਂਟ ਬ੍ਰਸ਼ ਦੀ ਗੱਲ ਕਰ ਰਿਹਾ, ਤੇ ਉਹਨਾਂ ਨੂੰ ਨਵੇਂ ਸਿਰੇ ਤੋਂ ਇਸ ਤਰ੍ਹਾਂ ਸਮਝ ਲਓ। ਮੇਰਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਪੇਂਟ ਬ੍ਰਸ਼ ਦਾ ਮਤਲਬ ਹੈ ਕਿ ਜੋ ਸਾਹਮਣੇ ਤੁਹਾਡੇ ਕੈਨਵਸ ਹੈ, ਸਟੇਜ ਰੂਪੀ ਕੈਨਵਸ ਹੈ, ਉਸ ਨੂੰ ਤੁਸੀਂ ਕਿਸ ਤਰ੍ਹਾਂ ਕਿਹੜੇ ਰੰਗਾਂ ਦੇ ਨਾਲ ਡਿਜ਼ਾਈਨ ਕਰਨਾ। ਉਹਨਾਂ ਰੰਗਾਂ ਦੇ ਵਿੱਚ ਰੋਸ਼ਨੀ ਬਹੁਤ ਮਹੱਤਵਪੂਰਨ ਹੈ, ਉਹਨਾਂ ਵਿੱਚ ਕਾਸਟਿਊਮਸ ਹੈ, ਮੇਕਅਪ ਹੈ, ਮਾਸਕ ਹਨ, ਤੇ ਵਟ ਨੋਟ। ਕੀ ਚੀਜ਼ ਨਹੀਂ ਹੈ ਜੋ, ਯਾਨੀ ਕੁਹਾੜੀ ਵੀ ਸਟੇਜ ਤੇ ਆਏਗੀ, ਤਲਵਾਰ ਵੀ ਸਟੇਜ ਤੇ ਆਏਗੀ, ਨੂਪੁਰ ਵੀ, ਕਰਗਨੀ ਵੀ, ਮੁਕਟ ਵੀ, ਸਾਰੀਆਂ ਚੀਜ਼ਾਂ ਸਟੇਜ ਤੇ ਆਉਣਗੀਆਂ, ਪਰ ਉਹ ਆਪਣੀ ਜ਼ਰੂਰਤ ਮੁਤਾਬਿਕ ਆਉਣ। ਤੇ ਮੇਰਾ ਖਿਆਲ ਹੈ ਕਿ ਆਲ ਓਵਰ ਦਾ ਵਰਲਡ ਸਾਰਾ ਜਿੰਨਾ ਲਿਟਰੇਚਰ ਸਾਡੇ ਕੋਲ ਜਾਂ ਥੀਏਟਰ ਬਾਰੇ ਜਿੰਨੀ ਗੱਲ ਹੋਈ ਹੈ, ਅਕਸਰ ਇਹਨਾਂ ਚੀਜ਼ਾਂ ਨੂੰ, ਜਿਨ੍ਹਾਂ ਨੂੰ ਮੈਂ ਸਮਝਦਾ ਕਿ ਐਕਟਰ ਦੀ ਮੌਜੂਦਗੀ ਦਾ, ਐਕਟਰ ਦੀ ਐਗਜ਼ਿਸਟੈਂਸ ਦਾ, ਐਕਟਰ ਦੇ ਅਸਤਿਤਵ ਦਾ ਹਿੱਸਾ ਬਣਦੇ ਨੇ ਸਟੇਜ ਦੇ ਉੱਤੇ, ਉਹਨਾਂ ਨੂੰ ਅਕਸਰ ਬਾਕੀ ਸਾਰਿਆਂ ਨੇ ਏਡਸ ਕਿਹਾ, ਮਦਦ ਕਹੀ, ਇਹਨਾਂ ਤੋਂ ਮਦਦ ਲੈਣ। ਸਿਰਫ ਭਰਤ ਮੁਨੀ ਵਾਹਦ ਸ਼ਖਸ ਹੈ ਜਿਸ ਨੇ ਇਹਨੂੰ ਕਿਹਾ ਕਿ ਨਹੀਂ, ਆਹਾਰਿਆ ਵੀ ਅਭਿਨੈ ਹੈ। ਤੁਹਾਡਾ ਖਿਆਲ ਹੈ ਕਿ ਉਸਨੂੰ ਮਤਲਬ ਕਿ ਜਦੋਂ ਉਹਨੇ 4 ਤੱਤਵ ਕਹੇ ਕਿ ਐਕਟਿੰਗ ਦੇ ਵਿੱਚ 4 ਤਰ੍ਹਾਂ ਨਾਲ ਅਸੀਂ ਦੇਖਦੇ ਹਾਂ ਨੂੰ, ਆਂਗਿਕ, ਵਾਚਿਕ, ਸਾਤਵਿਕ ਤੇ ਆਹਾਰ, ਤੇ ਜਿਸ ਤੋਂ ਬਿਨਾਂ ਸਰਦਾ ਹੁੰਦਾ ਤੇ ਉਹ ਇੰਨੇ ਵਿਦਵਾਨ ਸਨ, ਬਿਲਕੁਲ ਸਾਰ ਲੈਂਦੇ। ਉਹਨਾਂ ਨੇ ਆਹਾਰੇ ਨੂੰ ਅਭਿਨੈ ਵਿੱਚ ਹੀ ਕਿਉਂ ਸ਼ਾਮਿਲ ਕੀਤਾ? ਉਹ ਵੀ ਤਾਂ ਕਹਿ ਸਕਦੇ ਸੀ ਤੁਹਾਡੀ ਮਦਦ ਕਰਦੀ ਹੈ, ਤੁਹਾਡੀ ਏਡ ਹੈ, ਉਹਨਾਂ ਕੋਲ ਇਹ ਲਫ਼ਜ਼ ਨਹੀਂ ਸਨ ਕਿ ਉਹਨਾਂ ਨੇ ਕਿਹਾ ਨਹੀਂ, ਇਹ ਅਭਿਨੈ। ਇੱਕ ਤਾਂ ਉਹ ਐਕਟਰ ਦੇ ਮਨ ਦੇ ਵਿੱਚ ਇਹ ਸੀਰੀਅਸਨੈਸ ਪਾਉਣਾ ਚਾਹੁੰਦੇ ਸਨ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਗੌਣ ਨਾ ਸਮਝੋ, ਛੋਟਾ ਨਾ ਸਮਝੋ, ਪ੍ਰਾਇਮਰੀ ਹੈ। ਹਾਂ, ਤੁਹਾਡੇ ਹੱਥ ਵਿੱਚ ਜਿਹੜੀ ਤਲਵਾਰ ਹੈ ਇਹ ਤੁਹਾਡੀ ਪਰਸਨੈਲਿਟੀ ਦੀ ਐਕਸਟੈਂਸ਼ਨ ਹੈ। ਤਲਵਾਰ ਇੱਕ ਵਸਤੂ ਨਹੀਂ ਹੈ, ਤੁਸੀਂ ਵਸਤੂ ਨੂੰ, ਇਸੇ ਲਈ ਹਿੰਦੀ ਦੇ ਵਿੱਚ ਜਾਂ ਸੰਸਕ੍ਰਿਤ ਦੇ ਵਿੱਚ ਇਹਨੂੰ ਧਾਰਨ ਕਰਨਾ ਕਿਹਾ ਜਾਂਦਾ। ਟੂ ਹੋਲਡ, ਨਾਟ ਟੂ ਹੋਲਡ, ਫਰਕ ਸਮਝਣ ਦੀ ਕੋਈ, ਬਟ ਧਾਰਨ ਕਰਦੇ ਹੋ ਤੁਸੀਂ, ਵਸਤਰ ਧਾਰਨ ਕਰਦੇ ਹੋ। ਸੋ ਇਹ ਚੀਜ਼ਾਂ ਨੇ, ਇਹ ਮੰਚ ਧਾਰ ਲੈਣੀਆਂ, ਪਰ ਇਹਨਾਂ ਨਾਲ ਲੋਕਾਂ ਨੂੰ ਆਤੰਕਿਤ ਨਹੀਂ ਕਰਨਾ। ਮੈਂ ਇਹਨਾਂ ਨੂੰ ਇਸਤੇਮਾਲ ਕਰ ਲੈਣਾ, ਇਸ ਦੇ ਨਾਲ ਆਪਣੀ ਆਡੀਅנס ਨੂੰ, ਆਪਣੇ ਐਕਟਰਸ ਨੂੰ ਚੁੱਪ ਚੁੱਪ ਤੇ ਐਜੂਕੇਟ ਕਰਦਾ ਚਲਾ ਜਾਂਦਾ। ਤਾਂ ਮੈਂ ਇਹ
ਡਿਵੈਲਪਮੈਂਟ ਜੋ ਤੁਸੀਂ ਕਿਹਾ ਪਿਛਲੇ 50 ਸਾਲ ਤੋਂ, ਮੈਂ ਦੇਖੀ ਵੀ ਹੈ ਕਿ ਚੰਡੀਗੜ੍ਹ ਦੀ ਸਾਰੀ ਆਡੀਅנס ਜਿਹੜੀ ਹੈ ਅੱਜ ਤੋਂ 50 ਸਾਲ ਤੋਂ ਬਹੁਤ ਅੱਗੇ ਆ ਚੁੱਕੀ ਹੈ, ਜਿਸ ਦਾ ਸਿਹਰਾ ਮੈਂ ਇਸ ਲਈ ਨਹੀਂ ਕਿ ਮੈਨੂੰ ਨਜ਼ਦੀਕ ਸਨ, ਬਟ ਇਹ ਫੈਕਟ ਹੈ ਕਿ ਬਲਵੰਤ ਗਾਰਗੀ ਦੇ ਸਿਰ ਜਾਂਦਾ ਹੈ। ਜਿਹੜੀ ਨਵੀਂ ਰੰਗ ਚੇਤਨਾ ਹੈ ਚੰਡੀਗੜ੍ਹ ਦੀ ਆਡੀਅנס ਵਿੱਚ, ਇਹ ਉਹਨਾਂ ਨੇ ਲਿਆਂਦੀ। ਉਹ ਪਹਿਲੇ ਸ਼ਖਸ ਸਨ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਬਾਹਰਲੇ ਨਿਰਦੇਸ਼ਕਾਂ ਨਾਲ, ਅੱਜ ਜਿੰਨੇ ਵੱਡੇ ਵੱਡੇ ਨਾਂ ਹਨ, ਉਹ ਪਹਿਲੀ ਵਾਰੀ ਚੰਡੀਗੜ੍ਹ ਉਹਨਾਂ ਦੇ ਬੁਲਾਏ ਤੇ ਆਏ ਸਨ। ਚਾਹੇ ਉਹ ਕਾਰਨ ਸਨ, ਚਾਹੇ ਅਲਕਾਜ਼ੀ ਸਨ, ਅਮਾਲ ਅਲਾਨਾ ਸੀ, ਜਿਤਨੇ ਵੀ ਲੋਕ ਬਾਹਰੋਂ ਆਏ ਉਹ ਉਹਨਾਂ ਦੇ ਸੱਦੇ ਤੇ ਚੰਡੀਗੜ੍ਹ ਆਏ। ਪਰ ਇਹਦੇ ਵਿੱਚ ਉਹਨਾਂ ਦਾ ਕੀ ਮੰਤਵ ਸੀ? ਉਹਨਾਂ ਦਾ ਮੰਤਵ ਸੀ ਕਿ ਆਡੀਅנס ਨੂੰ ਵੀ ਅਸੀਂ ਆਹਿਸਤਾ ਆਹਿਸਤਾ ਐਜੂਕੇਟ ਕਰਨਾ ਹੈ। ਤੇ ਉਹ ਆਡੀਅנס ਅੱਜ ਕਾਫੀ ਪਰਿਸ਼ਕ੍ਰਿਤ ਹੋ ਚੁੱਕੀ ਹੈ, ਕਾਫੀ ਸਮਰੱਥ ਹੋ ਗਈ ਹੈ, ਕਾਫੀ ਹਾਂ, ਜੋ ਸਮਰੱਥਾ ਦੀ ਤੁਸੀਂ ਗੱਲ ਕੀਤੀ। ਅੱਛਾ ਸਰ, ਇੱਕ ਛੋਟਾ ਜਿਹਾ ਹੋਰ ਨੁਕਤਾ ਮੇਰੇ ਜ਼ਿਹਨ ਚ ਆਉਂਦਾ ਹੈ ਕਿ ਤੁਸੀਂ ਕਹਿ ਰਹੇ ਸੀ ਕਿ ਬੇਸਿਕ ਜਿਹੜਾ ਪੇਂਟ ਬਰਸ਼ ਦੇ ਪ੍ਰੋਫੈਸਰ ਮਹਿੰਦਰ ਦੇ ਜਿਹੜੇ ਕਨਸੈਪਟ ਨੇ ਉਹ ਰਹੇ ਉਹੀ ਨੇ ਜਿਹੜੇ ਸੀਗੇ। ਬਲਵੰਤ ਗਾਰਗੀ ਸਾਹਿਬ ਹੋਰਾਂ ਨਾਲ ਤੁਸੀਂ ਬਹੁਤ ਲੰਬਾ ਸਮਾਂ ਜੁੜੇ ਰਹੇ ਹੋ। 35 ਸਾਲ ਤੁਸੀਂ ਵਸੰਤ ਸੇਨਾ ਤੋਂ ਜਿਹੜੇ ਤੁਸੀਂ ਪਲੇ ਸ਼ੁਰੂ ਕੀਤਾ, ਐਂਡ ਫਿਰ ਤੁਗਲਕ ਤੁਹਾਡਾ ਇੱਕ ਬੜੀ ਸੋਹਣੀ ਪੇਸ਼ਕਾਰੀ ਰਹੀ ਹੈ। ਉਸ ਤੋਂ ਇਲਾਵਾ ਤੁਸੀਂ ਲੰਬਾ ਸਮਾਂ ਹੋਰ ਅਲਕਾਜ਼ੀ ਸਾਹਿਬ ਹੋਰਾਂ ਨਾਲ ਐਸੋਸੀਏਟ ਰਹੇ ਹੋ, ਹੋਰ ਕਿੰਨਾ ਕੁਝ। ਕਿਆ ਉਹ ਤੁਹਾਡੀ ਜਿਹੜੀ ਉਹ ਪੇਂਟ ਬਰਸ਼ ਵਾਲੀ ਕਨਸੈਪਸ਼ਨ ਸੀਗੀ ਉਹ ਹੋਰ ਡੂੰਘੇਰੀ ਹੋਈ? ਤੁਹਾਨੂੰ ਲੱਗਿਆ ਕਿ ਤੁਸੀਂ ਸਹੀ ਸੀਗੇ, ਤੁਹਾਡਾ ਉਹਦੇ ਚ ਕੋਈ ਇਸ ਤਰ੍ਹਾਂ ਚੇਂਜ, ਵੱਡੀ ਚੇਂਜ ਨਹੀਂ ਆਈ ਹੈਗੀ ਇਹਨਾਂ ਬੰਦਿਆਂ ਨਾਲ ਜੁੜ ਕੇ ਵੀ? ਮੇਰਾ ਖਿਆਲ ਹੈ ਕਿ ਜੋ ਤੁਹਾਨੂੰ ਚਾਹੀਦਾ ਹੋਵੇ ਤੁਸੀਂ ਜੋ ਮਿਲਦਾ ਰਹੇ, ਹਾਂ ਸੋ ਤੁਸੀਂ ਉਸਦੀ ਪ੍ਰੋੜਤਾ ਲੱਭਦੇ ਹੋ ਕਿ ਕਿਤੋਂ ਕਿਤੋਂ, ਜਿੱਥੋਂ ਜਿੱਥੋਂ ਉਸਨੂੰ। ਪਰ ਮੈਨੂੰ ਹਮੇਸ਼ਾ ਸਹੀ ਹੁੰਗਾਰਾ ਮਿਲਿਆ। ਅਲਕਾਜ਼ੀ ਸਾਹਿਬ ਦੀ ਬੈਕਗਰਾਉਂਡ ਵੀ ਪੇਂਟਰਲੀ ਹੈ, ਰਤਨ ਥੀਅਮ ਦੀ ਬੈਕਗਰਾਉਂਡ ਪੇਂਟਰਲੀ ਹੈ, ਸਤਿਆਜੀਤ ਰੇ ਵਾਜ਼ ਅ ਪੇਂਟਰ। ਸੋ ਇਹ ਸਾਰੀਆਂ ਚੀਜ਼ਾਂ ਨੇ ਮੈਨੂੰ ਆਪਣੇ ਆਪ ਨੂੰ ਸਮਝਣ ਵਿੱਚ ਬਹੁਤ ਮਦਦ ਕੀਤੀ ਹੈ ਕਿ ਇਹ ਪਰ ਐਟ ਦ ਸੇਮ ਟਾਈਮ ਐਕਟਰ ਦੀ ਇੰਪੋਰਟੈਂਸ ਨੂੰ ਹਮੇਸ਼ਾ ਕਾਇਮ ਰੱਖਿਆ ਹੈ। ਲੋਕਾਂ ਨੂੰ ਇਹ ਹੁੰਦਾ ਖਿਆਲ ਕਿ ਨਹੀਂ, ਬਹੁਤ ਵਧੀਆ ਸੈਟ ਡਿਜ਼ਾਈਨ ਤੇ ਬਹੁਤ ਸਾਰੇ ਅੱਛੇ ਕਾਸਟਿਊਮਸ, ਅੱਛਾ ਸਾਰਾ ਕੁਛ ਦੇ ਬਾਅਦ ਫਿਰ ਐਕਟਰ ਦੀ ਜਿਹੜੀ ਹੈ ਮਹੱਤਵ ਘਟਦਾ ਹੈ। ਮੈਂ ਸਮਝਦਾ ਕਿ ਇਹਨਾਂ ਸਾਰਿਆਂ ਨਾਲ ਹੀ ਐਕਟਰ ਦਾ ਮਹੱਤਵ ਬਣਦਾ ਹੈ, ਪਰ ਇਹ ਜਿਸ ਨੂੰ ਬਣਾਉਣਾ ਆਉਂਦਾ ਹੋਵੇ, ਇਸ ਦੇ ਲਈ ਤੁਹਾਨੂੰ ਤਿਆਰੀ ਚਾਹੀਦੀ ਹੈ। ਸਰ ਕਦੀ ਇਹ ਲੱਗਿਆ ਵੀ ਜਿਸ ਪੇਂਟ ਬਰਸ਼ ਦੀ ਗਹਿਰਾਈ ਲੈ ਕੇ ਰਿਹਰਸਲਾਂ ਹੋਈਆਂ ਤੇ ਅਚਾਨਕ ਉਹੀ ਜਿਹਨੂੰ ਤੁਸੀਂ ਇੱਕ ਕਿਰਦਾਰ ਕਹਿੰਦੇ ਹੋ, ਇੱਕ ਕਰੈਕਟਰ ਕਹਿੰਦੇ ਹੋ, ਐਕਟਰ ਕਹਿੰਦੇ ਹੋ ਤੁਸੀਂ, ਕਦੀ ਲਾਸਟ ਪਰਫਾਰਮੈਂਸ ਦੇ ਵਿੱਚ ਉਸ ਕਰੈਕਟਰ ਨੇ ਉਹਨੂੰ ਹੋਰ ਵੀ ਗਹਿਰਾਈ ਚ ਲੈ ਗਿਆ ਤੇ ਤੁਹਾਨੂੰ ਹੈਰਾਨੀ ਹੋਈ ਵੀ ਯਾਰ ਵੀ ਮੈਂ ਇਹ ਪਹਿਲਾਂ ਨਹੀਂ ਸੀ ਆਈ ਗੱਲ, ਇਹ ਹੁਣ ਆ ਗਈ? ਕਿਉਂਕਿ ਉਹ ਜਿਸ ਸਟੇਜ ਦੀ ਜਿਸ ਊਰਜਾ ਚ ਹੁੰਦਾ ਉਸ ਵੇਲੇ ਕਲਾਕਾਰ, ਫਾਈਨਲ ਊਰਜਾ ਚ, ਉਦੋਂ ਇਹ ਚੀਜ਼ਾਂ ਵਾਪਰ ਜਾਂਦੀਆਂ ਹੁੰਦੀਆਂ ਕਦੇ 50 ਸਾਲਾਂ ਦੇ ਵਿੱਚ ਇਦਾਂ ਦੀਆਂ ਕੋਈ ਘਟਨਾਵਾਂ ਹੋਈਆਂ ਹੋਣ? ਮੇਰੀ ਕਿਉਰਿਓਸਿਟੀ ਹੈ ਇਹਨਾਂ ਚੀਜ਼ਾਂ ਬਾਰੇ, ਕਿਉਂਕਿ ਥੋੜਾ ਜਿਹਾ ਮੈਨੂੰ ਲੱਗਦਾ ਵੀ ਇਹ ਉਤਸੁਕਤਾ ਵਾਲੀਆਂ ਗੱਲਾਂ ਵੀ ਹੁੰਦੀਆਂ ਨੇ ਕਦੀ ਕਦੀ। ਚੰਗਾ ਪੇਂਟ ਬਰਸ਼ ਫੜਨ ਵਾਲਾ ਡਾਇਰੈਕਟਰ ਉਹੀ ਹੁੰਦਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਂਟੀਸਪੇਟ ਕਰ ਲਏ, ਪਹਿਲਾਂ ਤੋਂ ਸੋਚ ਲਏ ਕਿ ਇਹ ਹੋ ਸਕਦਾ ਹੈ, ਆਪਣੇ ਡਿਜ਼ਾਇਰਡ ਇਫੈਕਟ ਲਈ ਹੀ ਸਾਰਾ ਕੁਝ ਕਰਦਾ, ਉਹਨੂੰ ਕਰਨਾ ਚਾਹੀਦਾ, ਉਸਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ। ਇਸ ਨੂੰ ਅਸੀਂ ਕਨਫਿਊਜ਼ ਕਰ ਜਾਂਦੇ ਹਾਂ ਇਸ ਚੀਜ਼ ਨਾਲ ਕਿ ਪਹਿਲਾਂ ਤੋਂ ਹੀ ਸੋਚਿਆ ਹੁੰਦਾ ਹੈ, ਫਿਰ ਉਸਦੇ ਵਿੱਚ ਗਰੋ ਕਰਨ ਦੀ, ਡਿਵੈਲਪ ਕਰਨ ਦੀ ਜਗ੍ਹਾ ਨਹੀਂ ਹੁੰਦੀ। ਇਸ ਤਰ੍ਹਾਂ ਨਹੀਂ ਹੈ। ਤੁਹਾਨੂੰ ਆਪਣੇ ਆਪ ਦੇ ਉੱਤੇ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ। ਜਿਸ ਤਰ੍ਹਾਂ ਇੱਕ ਲਫ਼ਜ਼ ਕੋਈ ਰਾਈਟਰ ਲਿਖਣ ਤੋਂ ਪਹਿਲਾਂ ਉਸਦੀਆਂ ਸਾਰੇ ਆਲਟਰਨੇਟਿਵ ਸੋਚ ਲੈਂਦਾ ਹੈ, ਤਾਂ ਹੀ ਉਹ ਲਫ਼ਜ਼ ਲਿਖਦਾ ਹੈ। ਮੋਹਨ ਰਾਕੇਸ਼ ਦੀ ਲੈਂਗੁਏਜ ਦੇਖੀਏ ਅਸੀਂ ਤਾਂ ਉਸਦੇ ਵਿੱਚ ਕੋਈ ਲਫ਼ਜ਼ ਬਦਲਣ ਸਾਨੂੰ ਬਹੁਤ ਔਖਿਆਈ ਹੋਈ, ਅਸੀਂ ਨਹੀਂ ਬਦਲ ਸਕਦੇ। ਸ਼ਿਵ ਬਟਾਲਵੀ ਦਾ ਕੋਈ ਲਫ਼ਜ਼ ਬਦਲਣ ਲੱਗੇ ਬਹੁਤ ਔਖੇ ਹੋਵਾਂਗੇ, ਸਾਡੇ ਕੋਲ ਤਰੀਕਾ ਨਹੀਂ ਹੈ ਉਹਨਾਂ ਨੂੰ ਰਿਪਲੇਸ ਕਰਨ ਦਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਸ ਲਫ਼ਜ਼ ਨੂੰ ਬਹੁਤ ਹੀ ਚੰਗੀ ਤਰ੍ਹਾਂ ਕੁਠਾਲੀ ਵਿੱਚੋਂ ਕੱਢਿਆ ਹੁੰਦਾ, ਤੋ ਉਹ ਲਫ਼ਜ਼ ਵੈਸੇ ਹੀ ਨਹੀਂ ਆ ਗਿਆ ਹੁੰਦਾ। ਸੇਮ ਹੈਪਨਸ ਵਿਦ ਦਾ ਈਚ ਜੈਸਚਰ, ਈਚ ਮੂਵਮੈਂਟ, ਬਟ ਇਨ ਦਾ ਕੁਠਾਲੀ ਆਫ ਰਿਹਰਸਲਸ। ਤੋ ਰਿਹਰਸਲਸ ਨੂੰ ਇੱਕ ਬ੍ਰੌਡਰ ਫਰੇਮਵਰਕ ਮੈਂ ਜ਼ਰੂਰ ਦਿੰਦਾ ਹਾਂ ਜਦੋਂ ਅਸੀਂ ਕੋਈ ਸੀਨ ਕਰ ਰਹੇ ਹੁੰਦੇ ਹਾਂ। ਪਹਿਲਾਂ ਤਾਂ ਉਸ ਟੈਕਸਟ ਨੂੰ ਸਮਝ ਕੇ ਮੇਰੇ ਮਨ ਦੇ ਵਿੱਚ ਇੱਕ ਪੱਕੀ ਧਾਰਨਾ ਹੋਣੀ ਚਾਹੀਦੀ ਹੈ
ਜਾਂ ਤਾਂ ਅਸੀਂ ਟੈਕਸ, ਮੈਂ ਟੈਕਸ ਨੂੰ ਨਕਾਰਨ ਵਾਲਿਆਂ ਵਿੱਚੋਂ ਨਹੀਂ ਹਾਂ, ਮੈਂ ਟੈਕਸ ਨੂੰ ਬਦਲਣ ਦੇ ਹੱਕ ਵਿੱਚ ਨਹੀਂ। ਮੈਂ ਸਮਝਦਾ ਜਿਸ ਮਾਸਟਰ ਨੇ ਲਿਖਿਆ ਹੈ ਬਹੁਤ ਸੋਚ ਕੇ, ਬਹੁਤ ਸਮਝ ਕੇ, ਬੜੀ ਤਿਆਰੀ ਨਾਲ ਲਿਖਿਆ ਤੇ ਮੈਂ ਮਾਸਟਰਸ ਦੇ ਪਲੇ ਹੀ ਚੁੱਕਦਾ ਹਾਂ। ਪਰ ਉਸ ਦੇ ਵਿੱਚ ਮੇਰਾ ਜੋ ਤਰੀਕਾ ਹੈ, ਜਿਹਨੂੰ ਅਸੀਂ ਰੰਗਾਂ ਦੀ ਖੇਡ ਕਹਿ ਲਈਏ, ਜਿੱਦਾਂ ਰੰਗ ਬਿਰੰਗੇ ਧਾਗਿਆਂ ਨਾਲ, ਰੰਗ ਬਿਰੰਗੀਆਂ ਉੱਨਾਂ ਨਾਲ ਕੋਈ ਸਵੈਟਰ ਬੁਣਿਆ ਹੋਇਆ ਹੋਵੇ, ਬੜਾ ਖੂਬਸੂਰਤ ਆਪਣੇ ਆਪ ਵਿੱਚ। 400 ਸਾਲ ਤੋਂ, 450 ਸਾਲ ਤੋਂ ਸ਼ੇਕਸਪੀਅਰ ਹੁੰਦਾ ਆ ਰਿਹਾ, 200 ਸਾਲ ਤੋਂ ਗੋਗੋਲ ਹੁੰਦਾ ਆ ਰਿਹਾ, ਤਾਂ ਇਹ ਸਾਰੇ ਬੜੇ ਖੂਬਸੂਰਤ ਨੇ ਆਪਣੇ ਆਪ ਵਿੱਚ ਟੈਕਸਟ ਦੇ ਤੌਰ ਤੇ ਉਹ ਮਟੀਰੀਅਲ ਹੈ ਮੇਰੇ ਲਈ। ਇਸਨੂੰ ਰੰਗਮੰਚ ਉੱਤੇ ਲਿਜਾਣ ਲਈ ਮੈਂ ਕੀ ਕਰਦਾ, ਮੈਂ ਉਹ ਸਾਰਿਆਂ ਨੂੰ ਉਧੇੜ ਦਿੰਦਾ। ਅੱਛਾ। ਫਿਰ ਉਹੀ ਸਵੈਟਰ ਦੁਬਾਰਾ ਬੁਣਨਾ ਉਹਨਾਂ ਸਿਲਾਈਆਂ ਨਾਲ, ਉਹੀ ਰੰਗ, ਉਹੀ ਉਨ, ਉਹੀ ਸਾਰਾ ਕੁਛ। ਕੁਛ ਹੋਰ ਵਿੱਚ ਪਾਉਣ ਦੀ ਨਹੀਂ ਜ਼ਰੂਰਤ ਪੈਂਦੀ ਮੈਨੂੰ, ਲੇਕਿਨ ਮੈਂ ਉਸੀ ਆਕਾਰ ਦੇ ਵਿੱਚ ਸਟੇਜ ਦੇ ਵਿੱਚ ਅੱਜ ਦੀ ਆਡੀਅנס ਲਈ 400-450 ਸਾਲ ਤੋਂ ਬਾਅਦ ਕੁਝ ਫਰਕ ਹੋਣਾ ਚਾਹੀਦਾ ਨਾ, ਨਵੇਂ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਰੱਖਦਾ ਹਾਂ। ਤੇ ਮੇਰਾ ਆਪਣਾ ਇਹ ਤਜਰਬਾ ਰਿਹਾ ਹੈ ਕਿ ਹਮੇਸ਼ਾ ਲੋਕਾਂ ਨੇ ਇਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ। ਬਹੁਤ ਜਗ੍ਹਾ ਸ਼ੇਕਸਪੀਅਰ ਨੂੰ ਮੈਂ ਕਈ ਵਾਰੀ ਕੀਤਾ, ਮਿਡਸਮਰ ਡ੍ਰੀਮ, ਕਾਮੇਡੀ ਆਫ ਐਰਰਸ, ਟੈਂਪੈਸਟ। ਉਹ ਜਿਨ੍ਹਾਂ ਲੋਕਾਂ ਨੇ ਵੀ ਦੇਖਿਆ, ਉਹਨਾਂ ਚੰਗੇ ਯੂਨੀਵਰਸਿਟੀ ਦੇ ਪ੍ਰੋਫੈਸਰਸ, ਵਿਦਵਾਨ, ਉਹ ਕਹਿੰਦੇ ਕਿ ਜਿਸ ਸਹਿਜਤਾ ਨਾਲ, ਜਿਸ ਕਲੈਰਿਟੀ ਨਾਲ ਇਸ ਤੁਸੀਂ ਆਪਣੀ ਭਾਸ਼ਾ ਦੇ ਵਿੱਚ, ਮੈਂ ਹਿੰਦੀ ਵਿੱਚ ਵੀ ਕੀਤਾ, ਪੰਜਾਬੀ ਵਿੱਚ ਵੀ ਕੀਤਾ, ਦੋਨਾਂ 'ਚ ਮੈਂ ਆਪ ਖੁਦ ਅਵੇਲੇਬਲ ਹੋਣ ਦੇ ਬਾਵਜੂਦ ਬੜੇ ਟ੍ਰਾਂਸਲੇਸ਼ਨ ਹਨ, ਲੇਕਿਨ ਮੈਂ ਆਪਣਾ ਜੋ ਪ੍ਰੋਡਕਸ਼ਨ ਸਕ੍ਰਿਪਟ ਹੈ ਉਹ ਮੈਂ ਆਪ ਹੀ ਲਿਖਦਾ। ਸੋ ਕਹਿੰਦੇ ਜਿਸ ਤਰ੍ਹਾਂ ਇਹ ਅੱਜ ਸਮਝ ਆਇਆ, ਇਹ ਬਹੁਤ ਸਟੂਡੈਂਟਸ ਨੇ ਵੀ ਕਿਹਾ, ਅੰਗਰੇਜ਼ੀ ਦੇ ਪ੍ਰੋਫੈਸਰਾਂ ਨੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਸਾਨੂੰ ਇਹ ਨਹੀਂ ਸੀ ਇਸ ਤਰ੍ਹਾਂ ਸਮਝ ਆਇਆ ਜਿਸ ਤਰ੍ਹਾਂ ਤੁਸੀਂ ਸਟੇਜ ਉੱਤੇ ਸਮਝਾਇਆ। ਸੋ ਇਹਦੇ 'ਚ ਮੇਰੀ ਕੋਈ ਖਾਸੀਅਤ ਨਹੀਂ ਹੈ, ਪਰ ਉਹ ਪਲੇ ਕਿਉਂਕਿ ਲਿਖਿਆ ਹੀ ਗਿਆ ਹੁੰਦਾ ਸਟੇਜ ਦੇ ਉੱਤੇ ਸਮਝਾਉਣ ਵਾਸਤੇ, ਤੇ ਭਾਸ਼ਾ ਜਿਸ ਤਰ੍ਹਾਂ ਸ਼ੇਕਸਪੀਅਰ ਦੀ ਭਾਸ਼ਾ ਤੋਂ ਸਾਰੇ ਲੋਕ ਬਹੁਤ ਡਰਦੇ ਨੇ, ਆਸਾਨ ਕਰਕੇ। ਅੱਛਾ ਚਲੋ ਥੋੜਾ ਜਿਹਾ ਪਿੱਛੇ ਜਾ ਕੇ ਮੈਂ ਦੱਸਾਂ, ਸ਼ੇਕਸਪੀਅਰ ਨੇ ਜਦੋਂ ਆਪਣੇ ਸਮੇਂ ਵਿੱਚ ਲਿਖੇ ਗਲੋਬ ਥੀਏਟਰ ਲਈ, ਉਸਨੇ ਤਾਂ ਇਸ ਤਰ੍ਹਾਂ ਲਿਖੇ ਸੀ ਜਿਸ ਤਰ੍ਹਾਂ ਅੱਜ ਕੱਲ ਸ਼ਾਮ ਨੂੰ ਐਂਟਰਟੇਨਮੈਂਟ ਲਈ ਸੋਪ ਆਪੇਰਾਸ ਹੁੰਦੇ ਨੇ, ਦੇਖਣ ਲਈ ਹਰ ਕਲਾਸ ਦੇ ਲੋਕ ਆਉਂਦੇ ਸਨ, ਨਾ ਸਿਰਫ ਅਰਿਸਟੋਕਰੈਟ, ਵੱਡੇ ਸ਼੍ਰੇਣੀਆਂ ਦੇ, ਆਮ ਦਿਨ ਕੰਮ ਕਰਨ ਵਾਲੇ ਮਜ਼ਦੂਰ, ਤਰਖਾਣ, ਮਿਸਤਰੀ, ਹਰ ਤਰ੍ਹਾਂ ਦੀ ਆਡੀਅנס ਹੁੰਦੀ ਸੀ। ਤੇ ਉਹ ਸਾਰੇ, ਹੈਲੋ ਆਵਾਜ਼, ਹਾਂਜੀ ਹਾਂ ਸਰ ਆ ਰਹੀ ਆਵਾਜ਼ ਆ ਰਹੀ ਤੁਹਾਡੀ, ਉਹ ਸਾਰੇ ਸ਼ਾਮ ਨੂੰ ਸਿਰਫ ਐਂਟਰਟੇਨਮੈਂਟ ਲਈ ਦੇਖਣ ਵਾਸਤੇ ਆਉਂਦੇ ਸੀ। ਤੇ ਸ਼ੇਕਸਪੀਅਰ ਦਾ ਵੀ ਸਰ ਜਾਣਾ ਸੀਗਾ, ਉਹ ਇੱਕ ਸ਼ਾਮ ਲਈ ਡਰਾਮਾ ਲਿਖਦਾ, ਅਗਲੇ ਦਿਨ ਭੁੱਲ ਜਾਣ ਭਾਵੇਂ ਲੋਕ, ਬਟ ਸ਼ੇਕਸਪੀਅਰ took it upon himself the responsibility of writing good things, ਕਿ ਮੈਂ ਇਹੋ ਜਿਹਾ ਲਿਖਾਂਗਾ ਜੋ ਆਮ ਲੋਕਾਂ ਨੂੰ ਵੀ ਐਂਟਰਟੇਨ ਕਰੇ, ਪਰ ਉਸਦੀ ਸਾਹਿਤਿਕ ਵੈਲਿਊ ਵੀ ਹੋਵੇ। ਇਹ ਪਿਛਲੇ 400-500 ਸਾਲਾਂ ਤੋਂ ਸਿੱਧ ਹੋ ਚੁੱਕਿਆ ਹੈ ਕਿ ਉਹ ਸਾਹਿਤਿਕ ਵੈਲਿਊ ਬਣੀ। ਸੋ ਇਸੇ ਤਰ੍ਹਾਂ ਮੈਂ ਵੀ ਜਿਹੜਾ ਕੰਮ ਕਰਦਾ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਸ ਵਕਤ ਮੌਕੇ ਦੀ ਆਡੀਅנס ਨੂੰ ਤਾਂ ਉਹ ਐਂਟਰਟੇਨ ਕਰੇ ਹੀ, ਲੇਕਿਨ ਕੁਝ ਨਵੀਆਂ ਲੀਹਾਂ ਵੀ ਇਹੋ ਜਿਹੀਆਂ ਪਾ ਜਾਵੇ ਜਿਸ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਐਜ਼ ਰੰਗਮੰਚ ਪਰੰਪਰਾ ਦੇ ਤੌਰ ਤੇ, ਰੰਗਮੰਚ ਦੇ ਵਿੱਚ ਇਸਤੇਮਾਲ ਹੋਣ ਵਾਲੇ ਰੰਗ, ਰੂਪ, ਰੇਖਾਵਾਂ ਦੇ ਤੌਰ ਦੇ ਵਿੱਚ ਵੀ ਲੋਕ ਸਮਝਣਾ ਸ਼ੁਰੂ ਕਰ ਦੇਣ। ਸਰ ਮੈਂ ਇੱਕ ਚੀਜ਼ ਤੁਹਾਡੀ ਗੱਲ ਬਾਤ ਤੋਂ ਮੈਨੂੰ ਜਿਹੜਾ ਮੇਰੇ ਜ਼ਿਹਨ 'ਚ ਇੱਕ ਉੱਠਿਆ ਇੱਕ ਬਲਬਲਾ ਜਿਹਾ, ਉਹ ਇਹ ਹੈ ਕਿ ਤੁਸੀਂ ਜਦੋਂ ਥੀਏਟਰ ਨਹੀਂ ਕਰ ਰਹੇ, ਜਦੋਂ ਤੁਸੀਂ ਰੰਗਮੰਚ ਬਾਰੇ ਕੋਈ ਡਿਜ਼ਾਈਨਿੰਗ ਨਹੀਂ ਚੱਲ ਰਹੀ ਔਰ ਇਦਾਂ ਦਾ ਕੁਝ ਨਹੀਂ ਚੱਲਦਾ, ਔਰ ਤੁਸੀਂ ਵਿੱਚੋਂ ਇੱਕ ਸ਼ਬਦ ਸਵੈਟਰ ਦਾ ਜਿਹੜਾ ਹਵਾਲਾ ਦੇ ਕੇ ਕਿਹਾ ਸੀ ਕਿ ਉਹ ਮੈਂ ਉਹਨੂੰ ਉਧੇੜਦਾ ਰਹਿਣਾ, ਕਿਆ ਇੱਕ ਜਿਹੜਾ ਸੰਵੇਦਨਸ਼ੀਲ ਕਲਾਕਾਰ ਹੈ, ਫਨਕਾਰ ਹੈ, ਉਹ ਵੀ ਆਪਦੇ ਕਨਸੈਪਟ ਸਿਰਜਦਾ, ਉਧੇੜਦਾ, ਉਹਦੀ ਵੀ ਬਣਤਰ ਭੰਨ ਤੋੜ ਚੱਲਦੀ ਰਹਿੰਦੀ ਹੈ ਨਾਰਮਲ ਦਿਨਾਂ 'ਚ ਵੀ? ਹੋਣਾ ਚਾਹੀਦਾ ਹੈ। ਮੇਰਾ ਨਹੀਂ ਖਿਆਲ ਕੋਈ ਰਾਈਟਰ ਇਹ ਕੰਮ ਨਹੀਂ ਕਰਦਾ ਹੋਵੇਗਾ ਆਪਣੇ ਆਪ ਵਿੱਚ, ਤੇ ਕੋਈ ਪੇਂਟਰ ਨਹੀਂ ਕਰਦਾ ਹੋਵੇਗਾ। ਦਰਖਤ ਨੂੰ ਜਦੋਂ ਪੇਂਟਰ ਪੇਂਟ ਕਰਦਾ ਹੈ, ਇਹ ਉਹ ਦਰਖਤ ਨਹੀਂ ਹੁੰਦਾ ਜੋ ਉਹਦੇ ਸਾਹਮਣੇ ਖੜਾ ਹੈ। ਸਹੀ ਹੈ। ਉਹ ਦਰਖਤ ਉਸਦੇ ਮਨ ਮਸਤਿਸ਼ਕ ਵਿੱਚ, ਉਸਦੇ ਪੂਰੇ ਐਕਸਪੀਰੀਅੰਸ ਦੇ ਉੱਤੇ ਇੱਕ ਛਾਪ ਛੱਡਦਾ ਹੈ। ਉਸ ਛਾਪ ਨੂੰ ਜਿੰਨੀ ਚੰਗਾਈ ਨਾਲ, ਜਿੰਨੇ ਸਕਿੱਲ ਨਾਲ, ਜਿੰਨੀ ਆਪਣੀ ਸਮਰੱਥਾ ਨਾਲ, ਸਮਰੱਥਾ ਨਾਲ ਉਹ ਪੇਂਟ ਕਰ ਸਕਦਾ ਹੈ, ਉਹ ਪੇਂਟ ਕਰਦਾ। ਸੋ ਮਤਲਬ ਗੱਲਾਂ ਸਮਝਣ ਦਾ ਜੇ ਸਾਨੂੰ ਵੱਲ ਆਉਂਦਾ ਹੋਵੇ ਤਾਂ ਉਹ ਇਹ ਹੈ ਕਿ ਪਿਕਾਸੋ ਨੇ ਪੇਂਟ ਕੀਤਾ ਕਿਸੇ ਦਾ ਪੋਰਟਰੇਟ, ਤੇ ਲੇਡੀ ਨੇ ਦੇਖ ਕੇ ਕਿਹਾ ਕਿ
ਇਹ ਤਾਂ ਮੈਂ ਨਹੀਂ ਲੱਗਦੀ। ਨਹੀਂ ਲੱਗਦੀ ਹੈ। ਹਾਂ, ਉਹ ਕਹਿੰਦਾ ਲੱਗਣ ਲੱਗ ਜਾਏਗੀ। ਨਹੀਂ, ਇਸਦਾ ਮਤਲਬ ਹੈ ਕਿ ਤੁਹਾਡੀ ਆਰਟਿਸਟਿਕ ਸੈਂਸ, ਤੁਹਾਡਾ ਸੋਚ ਸਮਝ, ਤੁਹਾਡਾ ਤਰੀਕਾ ਡਿਵੈਲਪ ਹੋਏਗਾ ਆਹਿਸਤਾ ਆਹਿਸਤਾ। ਸੋ ਆਰਟਿਸਟ ਥੋੜਾ ਜਿਹਾ ਅੱਗੇ ਚੱਲਣ ਵਾਲਾ ਹੁੰਦਾ, ਜਿਸਨੂੰ ਪੇਸ਼ਖੇਮਾ ਕਹਿੰਦੇ ਆ, ਪ੍ਰੀਕਰਸਰ। ਸਮਝ ਗਏ ਸਰ। ਅਸੀਂ ਕਿਉਂਕਿ ਆਪਾਂ ਗੱਲਾਂ ਕਰ ਰਹੇ ਹਾਂ ਔਰ ਆਪਾਂ ਲਾਈਵ ਜਾ ਰਹੇ ਹਾਂ, ਇਹ ਹੋਰ ਤਰ੍ਹਾਂ ਦਾ ਥੀਏਟਰ, ਸਾਹਮਣੇ ਤੇ ਨਹੀਂ ਬੈਠੇ ਲੇਕਿਨ ਫਿਰ ਵੀ ਸਾਹਮਣੇ ਬੈਠੇ ਹਾਂ ਅਸੀਂ, ਬਹੁਤ ਸਕਰੀਨ ਦੇ ਉੱਤੇ। ਮੇਰੇ ਨਾਲ ਬਹੁਤ ਸਾਰੇ ਮੇਰੇ ਕੋਲੇ ਲੋਕ ਜਿਹੜੇ ਦੋਸਤ ਸਾਡੇ ਸਾਨੂੰ ਸੁਣ ਰਹੇ ਨੇ, ਤੁਹਾਡੀਆਂ ਗੱਲਾਂ ਸੁਣ ਰਹੇ ਨੇ, ਉਹਨਾਂ ਨੇ ਕੁਛ ਤੁਹਾਨੂੰ ਪਹਿਲਾਂ ਤੇ ਵੈਲਕਮ ਆਖਿਆ, ਬਹੁਤ ਸਾਰੇ ਦੋਸਤਾਂ ਨੇ। ਜੇ ਕਹੋ ਤੇ ਮੈਂ ਉਹਨਾਂ ਦੇ ਨਾਮ ਜੇ ਪੜ੍ਹ ਸਕਦਾ ਤਾਂ ਤੁਸੀਂ ਜੇ ਇਜਾਜ਼ਤ ਦਿਓ ਤਾਂ। ਤੁਹਾਡਾ ਖੁੱਲਾ। ਹਾਂ, ਕਿਉਂਕਿ ਮੈਨੂੰ ਤੇ ਹਾਂ ਸਰ, ਮੈਡਮ ਕਮਲੇਸ਼ ਉੱਪਲ ਜੀ ਤੁਹਾਨੂੰ ਸਲਾਮ ਕਹਿ ਰਹੇ ਨੇ। ਹਾਂ, ਡਿਜ਼ਾਈਨਿੰਗ ਦੇ ਮਾਹਰ ਮਹਿੰਦਰ ਜੀ ਨੂੰ ਸਲਾਮ। ਲਫ਼ਜ਼ ਮੈਂ ਜਾਣਦਾ ਉਹਨਾਂ ਦੇ, ਮੈਂ ਸਮਝਦਾ ਕਦਰਦਾਨ ਨੂੰ ਸਲਾਮ। ਹਾਏ ਹਾਏ ਹਾਏ। ਕੀਰਤੀ ਕਿਰਪਾਲ ਜੀ ਕਹਿ ਰਹੇ ਨੇ ਸਰ ਵੈਲਕਮ। ਚੰਦਰਦੀਪ ਕਹਿ ਰਹੇ ਨੇ ਕਿ ਵਾਹ, ਮੇਰੇ ਰੰਗ ਮੇਰੇ ਐਕਟਰ ਹੁੰਦੇ ਨੇ, ਟਿੱਪਣੀ ਬੜੀ ਸੋਹਣੀ ਹੈ ਤੁਹਾਡੀ ਸਰ। ਡਾਕਟਰ ਸੁਰੇਸ਼ ਮਹਿਤਾ ਜੀ ਤੁਹਾਨੂੰ ਕਹਿ ਰਹੇ ਨੇ ਕਮਾਲ। ਔਰ ਹਰਮੀਤ ਜੀ ਕਹਿ ਰਹੇ ਨੇ ਬਹੁਤ ਸੋਹਣੇ ਸਵਾਲ ਜਵਾਬ ਚੱਲ ਰਹੇ ਨੇ। ਅੰਜੁਮ ਬੱਤਰਾ ਸ਼ਾਇਦ ਅਬੋਰ ਦੇ ਇਹ ਐਕਟਰ ਨੇ, ਤੁਹਾਨੂੰ ਕਹਿ ਰਹੇ ਨੇ ਕਿ ਮਹਿੰਦਰ ਕੁਮਾਰ ਗੁਰੂ ਜੀ। ਤੇ SP ਅਰੋੜਾ ਸਰ ਵੀ ਤੁਹਾਨੂੰ ਕਹਿ ਰਹੇ ਨੇ ਕਿ ਹਾਂ, ਮਹਿੰਦਰ ਜੀ ਹੈਜ਼ ਥਰੋਨ ਗੁੱਡ ਲਾਈਟ ਔਨ ਬਲਵੰਤ ਗਾਰਗੀ। ਆਪਾਂ ਨੇ ਜਿਹੜਾ ਤੁਸੀਂ ਗਾਰਗੀ ਸਾਹਿਬ ਦੇ ਕਨਸੈਪਟ ਨੂੰ ਲੈ ਕੇ ਗੱਲ ਕੀਤੀ ਹੈ। ਔਰ SP ਅਰੋੜਾ ਜੀ ਸਾਡੇ ਨਾਲ ਜੁੜੇ ਹੋਏ ਨੇ। ਔਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਚੇਂਜ ਇਜ਼ ਦਾ ਓਨਲੀ ਕਨਸਟੈਂਟ ਇਨ ਮਹਿੰਦਰ ਜੀ, ਵਾਹ, ਮਤਲਬ ਜਿਹੜਾ ਤਬਦੀਲੀ ਹੀ। ਹਾਂ, ਯੁਵਰਾਜ ਸ਼ਰਮਾ ਜੀ ਸਾਡੇ ਨਾਲ ਨੇ, ਸਵੀਟੀ ਸ਼ਰਮਾ ਜੀ ਨੇ। ਯੁਵਰਾਜ ਕਹਿ ਰਹੇ ਨੇ ਕਿ ਸਰ ਮੈਨੂੰ ਤੁਹਾਡਾ 1975 ਦੇ ਵਿੱਚ ਮਿਰਜ਼ਾ ਸਾਹਿਬਾਂ ਦਾ ਜਿਹੜਾ ਤੁਸੀਂ ਸੈੱਟ ਡਿਜ਼ਾਈਨ ਕੀਤਾ ਸੀ, ਔਰ ਦਾ ਟਰੀ ਵਿਦ ਮਿਰਰਸ ਹੈਂਗਿੰਗ ਔਨ ਇਟ, ਜਿਹੜੇ ਤੁਸੀਂ ਸ਼ੀਸ਼ੇ, ਉਹ ਇਹ ਮੇਰੇ ਦਿਮਾਗ 'ਚ ਵੀ ਸਾਰੇ ਸਵਾਲ ਆ। ਮੈਂ ਬਾਕੀ ਦੋਸਤਾਂ ਨਾਲ ਮੈਂ ਇਸ ਤੋਂ ਬਾਅਦ ਕਰਦਾ। ਇਹ ਜਿਹੜਾ ਇੱਕ ਤੁਸੀਂ ਇਹ ਸ਼ੀਸ਼ੇ ਲਗਾਏ, ਔਰ ਉਸ ਵੇਲੇ ਤੁਸੀਂ ਇੱਕ ਘੁੰਮਦੀ ਹੋਈ ਸਟੇਜ ਇੱਕ ਡਿਜ਼ਾਈਨ ਕੀਤੀ ਸੀ, ਜਿਹਦੇ ਵਿੱਚ ਆਪਣੀ ਝਾਕੀ ਦੇ ਹਿਸਾਬ ਨਾਲ ਸਟੇਜ ਘੁੰਮਦੀ ਸੀ, ਤੇ ਬੜਾ ਉਸ ਵੇਲੇ ਬੜਾ ਤਜਰਬਾ ਸੀ, ਐਕਸਪੈਰੀਮੈਂਟ ਜਿਹਾ ਸੀ, ਤੇ ਲੋਕਾਂ ਲਈ ਬੜੀ ਉਤਸੁਕਤਾ ਭਰੀ ਉਹ ਲੱਗੀ। ਉਹ ਕਿਵੇਂ, ਕੀ ਤੁਹਾਡੇ ਜੇਨ 'ਚ ਸੀਗਾ ਇਹ ਸਰ? ਦੋ ਅਲੱਗ-ਅਲੱਗ ਚੀਜ਼ਾਂ ਨੇ। ਮਿਰਜ਼ਾ ਸਾਹਿਬਾਂ ਲਈ ਰਿਵੋਲਵਿੰਗ ਨਹੀਂ ਸੀ, ਰਿਵੋਲਵਿੰਗ ਇੱਕ ਅਲੱਗ ਜਗ੍ਹਾ ਹੈ। ਰਿਵੋਲਵਿੰਗ ਸ਼ਾਇਦ ਬਸੰਤ ਸੇਨਾ ਸੀਗੀ। ਜੀ ਬਸੰਤ। ਹਾਂ ਹਾਂ, ਤੁਹਾਨੂੰ ਠੀਕ ਹੈ, ਤੁਸੀਂ ਬੜੀ ਦੇਰ ਤੋਂ ਮੇਰੇ ਨਾਲ ਹੋ, ਮਤਲਬ ਕਿ ਮਾਨਸਿਕ ਪੱਧਰ ਤੇ ਵੀ, ਤੇ ਮੈਂ ਸੁਣਦਾ ਰਹਿਣਾ ਤੁਹਾਡੇ ਬਾਰੇ ਕਾਫੀ ਕੁਛ। ਸੋ ਯੁਵਰਾਜ ਠੀਕ ਕਹਿ ਰਹੇ ਨੇ। ਯੁਵਰਾਜ ਜਦੋਂ ਸਾਡੇ ਕੋਲ ਸਨ ਤਾਂ ਮੈਨੂੰ ਉਹਨਾਂ ਦੀ ਇੱਕ ਗੱਲ ਯਾਦ ਆ ਗਈ। ਕਿਸੇ ਦੇ ਬਾਰੇ ਕਹਿ ਰਹੇ ਸੀਗੇ ਕਿ ਉਹਦਾ ਰੰਗ ਤਾਂ ਸ਼ਰਮ ਨਾਲ ਲਾਲ ਨਹੀਂ ਹੁੰਦਾ, ਜਾਮਨੂ ਹੋ ਜਾਂਦਾ, ਕਿਉਂਕਿ ਉਹ ਥੋੜਾ ਜਿਹਾ ਪੱਕੇ ਰੰਗ ਦਾ ਸੀ। ਠੀਕ ਹੈ। ਸੋ ਪਰ ਇਸ ਦੇ ਵਿੱਚ ਮੈਨੂੰ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਬੈਕ ਸਟੇਜ ਤੇ ਕੰਮ ਕਰਨ ਲਈ ਜਾਂ ਡਾਇਰੈਕਟਰ ਬਣ ਕੇ ਕੰਮ ਕਰਨ ਲਈ ਤੁਹਾਨੂੰ ਬੜਾ ਸਬਰ, ਤਹਮੁਲ, ਇੱਕ ਬੜਾ ਆਪਣੇ ਆਪ ਨੂੰ ਸਮੇਟ ਕੇ ਰੱਖਣਾ ਪੈਂਦਾ ਹੈ, ਕਿਉਂਕਿ ਵਾਹਵਾਹੀ ਤਾਂ ਐਕਟਰ ਦੀ ਹੁੰਦੀ ਹੈ, ਸੋ ਉਹਨਾਂ ਦੇ ਵਿੱਚ, ਉਹਨਾਂ ਐਕਟਰਸ ਦੀ ਤਾਰੀਫ ਵਿੱਚ, ਉਹਨਾਂ ਐਕਟਰਸ ਦੀਆਂ ਪ੍ਰਾਪਤੀਆਂ ਵਿੱਚ ਤੁਸੀਂ ਆਪਣਾ ਅੰਸ਼ ਦੇਖ ਲਓ, ਦੇਖ ਸਕਦੇ ਹੋ। ਇਹ ਤੁਹਾਡੀ ਸੈਟਿਸਫੈਕਸ਼ਨ ਦਾ ਇਹ ਵੱਲ ਤੁਹਾਨੂੰ ਆਉਣਾ ਚਾਹੀਦਾ। ਇਹ ਜਦੋਂ ਯੁਵਰਾਜ ਨੇ ਗੱਲ ਕੀਤੀ ਤਾਂ ਮੈਂ ਉਸਦੇ ਵਿੱਚ ਦੇਖਿਆ ਕਿ ਮੇਰਾ ਰੰਗ ਪੜ੍ਹਾਇਆ ਜਾਣਾ ਸਾਰਥਕ ਸੀ, ਕਿਉਂਕਿ ਜੇ ਗੋਰਾ ਰੰਗ ਹੋਵੇ ਤਾਂ ਉਹ ਸ਼ਰਮ ਨਾਲ ਲਾਲ ਹੁੰਦਾ ਹੈ, ਤੇ ਜੇ ਉਸ 'ਚ ਕਾਲੀ ਭਾਅ ਹੋਵੇ ਤਾਂ ਉਹ ਜਾਮਨੂ, ਸਾਂਵਲਾ ਰੰਗ ਜਾਮਨੀ ਹੋ ਜਾਂਦਾ, ਲਾਲ ਕਿੱਦਾਂ ਹੋ ਸਕਦਾ। ਸੋ 75 ਦੀ ਗੱਲ ਹੈ, ਮੈਨੂੰ ਯਾਦ ਹੈ, ਉਹਨੂੰ ਪਤਾ ਨਹੀਂ ਯਾਦ ਹੋਵੇ ਜਾਂ ਨਾ ਯਾਦ ਹੋਵੇ। ਸੋ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਰੋਜ਼ਮर्रा ਦੀ ਜ਼ਿੰਦਗੀ ਵਿੱਚੋਂ ਲੋਕਾਂ ਨੂੰ ਮਿਲ ਕੇ ਦੇਖ ਕੇ, ਹੁਣ ਉਹ ਮਿਰਜ਼ਾ ਸਾਹਿਬਾਂ ਦਾ ਕੋਈ 22-23 ਫੁੱਟ ਉੱਚਾ ਦਰਖਤ ਕਦੀ ਕਿਸੇ ਨੇ ਯੂਜ਼ ਕੀਤਾ ਹੋਵੇਗਾ, ਮੈਂ ਯੂਜ਼ ਕੀਤਾ, ਕਿਉਂਕਿ ਉਸਦੇ ਵਿੱਚ ਇੱਕ ਬੜੀ ਜਿੱਥੇ ਤੁਸੀਂ
ਸੀਨਿਕ ਐਲੀਮੈਂਟਸ ਨੂੰ, ਸੀਨਿਕ ਐਲੀਮੈਂਟਸ ਮੀਨਸ ਦ੍ਰਿਸ਼ਿਆਤਮਕਤਾ ਨੂੰ ਮਜ਼ਬੂਤ ਕਰ ਸਕੋ ਬਿਨਾ ਹਾਵੀ ਹੋਇਆ। ਮੀਨਸ ਤੁਸੀਂ ਐਕਟਰ ਹਾਵੀ ਨਾ ਹੋ ਜਾਓ ਕਿ ਅਸੀਂ ਤਾਂ ਕੁਝ ਕਰ ਰਹੇ ਹਾਂ, ਤੁਸੀਂ ਕੀ ਸਮਝਦੇ ਹੋ, ਅਸੀਂ ਡਿਜ਼ਾਈਨਰ ਹੁੰਦੇ ਹਾਂ, ਅਸੀਂ ਆਰਟਿਸਟ ਹੁੰਦੇ ਹਾਂ, ਅਸੀਂ ਆਰਟ ਡਾਇਰੈਕਟਰ। ਸੋ ਇਹਨਾਂ ਚੀਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਟੈਕਸਟ ਨੂੰ ਇੰਟੈਂਸੀਫਾਈ ਕਰਕੇ ਦਰਸ਼ਕਾਂ ਤੱਕ ਪਹੁੰਚਾਉਣਾ ਮੈਂ ਆਪਣਾ ਫਰਜ਼ ਸਮਝਦਾ ਹਾਂ। ਐਕਟਰਾਂ ਦੇ ਮਾਧਿਅਮ ਨਾਲ ਟੈਕਸਟ ਨੂੰ ਇੰਟੈਂਸੀਫਾਈ ਕਰਕੇ ਐਕਟਰਾਂ ਦੇ ਮਾਧਿਅਮ ਨਾਲ ਦਰਸ਼ਕਾਂ ਤੱਕ ਪਹੁੰਚਾਉਣਾ ਹੀ ਰੰਗਮੰਚ ਹੁੰਦਾ ਹੈ ਮੇਰੇ ਹਿਸਾਬ ਨਾਲ, ਮੇਰੀ ਆਪਣੀ ਜੋ ਪਰਿਭਾਸ਼ਾ। ਸੋ ਇਹਦੇ ਵਿੱਚ ਜਦੋਂ ਮੈਂ ਹਮੇਸ਼ਾ ਦੇਖਦਾ ਹਰ ਸਾਰੇ, ਚਾਹੇ ਉਹ ਫੋਕ ਟ੍ਰੈਡੀਸ਼ਨ ਵਿੱਚ ਜਾਂ ਕਿਸੇ ਸੀ, ਜਾਂ ਤਾਂ ਮਾਈਮ ਨਾਲ ਕਰ ਦਿਓ ਕਿ ਉਹਨੇ ਤਰਕਸ਼ ਉੱਤੇ ਟੰਗ ਦਿੱਤਾ ਤੇ ਮਿਰਜ਼ੇ ਦਾ ਹੱਥ ਨਹੀਂ ਪਹੁੰਚਿਆ, ਮੇਰਾ ਤਰਕਸ਼ ਟੰਗੀ ਆਈ ਜੰਡ, ਇਸ 'ਚ ਪੋਇਟਰੀ ਦਾ ਵੀ ਹੱਥ ਹੈ। ਮੇਰੇ ਮਨ ਦੇ ਵਿੱਚ ਜੋ ਖਿਆਲ ਆਇਆ ਉਹ ਇਹ ਸੀ ਕਿ ਇਹ ਦਰਖਤ ਇੰਨਾ ਉੱਚਾ ਹੋਵੇ ਕਿ ਉਸ ਦੇ ਵਿੱਚ ਕੋਈ ਇਹੋ ਜਿਹੀ ਟੈਕਨੀਕ ਦੇ ਨਾਲ, ਇੱਕ ਪੁਲੀ ਦੇ ਨਾਲ ਜਦੋਂ ਤਰਕਸ਼ ਟੰਗ ਦੇਵੇ ਸਾਹਿਬਾਂ, ਤੇ ਉਹ ਆਪਣੇ ਆਪ ਉੱਚਾ ਚਲਾ ਜਾਏ, ਇੰਨਾ ਉੱਚਾ ਕਿ ਸੱਚਮੁੱਚ ਹੱਥ ਨਾ ਪਹੁੰਚੇ। ਪਰ ਆਪਣੇ ਆਪ ਵਿੱਚ ਸਾਰੇ ਪਲੇ ਦਾ ਇਹ ਮਤਲਬ ਇਹ ਨਹੀਂ ਕਿ ਇਸੀ ਨੂੰ ਦੇਖੋ ਤੇ ਬਾਕੀ ਨੂੰ ਨਾ ਦੇਖੋ, ਇਹ ਤਾਂ ਇੱਕ ਮਾਮੂਲੀ ਜਿਹਾ ਹਿੱਸਾ ਸੀਗਾ ਜਦੋਂ ਉਹਨੇ ਟੰਗਿਆ ਤੇ ਉਹ। ਪਰ ਤੁਸੀਂ ਵੱਡਾ ਮੈਟਾਫਰ ਯੂਜ਼ ਕੀਤਾ ਤੁਸੀਂ। ਜੀ, ਤਾਂ ਉਹ ਉੱਤੇ ਚਲਾ ਗਿਆ ਤੇ ਉਹ ਸੱਚਮੁੱਚ ਮਿਰਜ਼ਾ ਜਦੋਂ ਦੇਖਦਾ ਹੈ ਤਾਂ ਉਸਨੂੰ ਲੱਗਦਾ ਕਿ ਮੇਰੀ ਪਹੁੰਚ ਤੋਂ ਬਾਹਰ ਸੋ ਲੱਗਣਾ ਚਾਹੀਦਾ। ਅਦਰਵਾਈਜ਼ ਅਸੀਂ ਇੱਕ ਛੋਟਾ ਦਰਖਤ ਬਣਾ ਕੇ ਵੀ ਉਸਨੂੰ ਨਹੀਂ, ਤੇ ਅਲੱਗ-ਅਲੱਗ ਟੈਕਨੀਕਸ ਨੇ, ਮੈਂ ਇਹਨਾਂ ਸਾਰਿਆਂ ਅਲੱਗ-ਅਲੱਗ ਫੇਜ਼ਿਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਬ੍ਰੈਕ ਦਾ ਪਲੇ ਕੀਤਾ ਤਾਂ ਮੈਨੂੰ ਪੂਰੇ ਪੁੱਲ ਦੀ ਜ਼ਰੂਰਤ ਨਹੀਂ ਸੀ, ਮੈਂ ਐਵੇਂ ਇੱਕ 4 ਫੁੱਟ ਦਾ ਪੁੱਲ ਬਣਾ ਕੇ ਵਿਚਕਾਰ ਰੱਖ ਦਿੱਤਾ 2 ਲੋਕਾਂ ਦੇ, ਤਾਂ ਉਹ ਵੀ ਮੰਨਿਆ ਗਿਆ। ਬਟ ਇੱਥੇ ਜਦੋਂ ਇਹ ਕੀਤਾ, ਹੁਣ ਗੱਲ ਹੋ ਰਹੀ ਸੀ ਸ਼ੀਸ਼ਿਆਂ ਦੀ, ਕਿ ਸ਼ੀਸ਼ੇ ਕਿਸ ਤਰ੍ਹਾਂ। ਸੋ ਦਰਖਤ ਜਿਹੜਾ ਬਣਾ ਦਿੱਤਾ, ਇਸਨੇ ਇੱਕ ਥੀਏਟ੍ਰਿਕਲ ਪਰਪਸ ਤਾਂ ਜ਼ਰੂਰ ਹੱਲ ਕੀਤਾ, ਲਿਖੀਆਂ ਹੋਈਆਂ ਲਾਈਨਾਂ ਨੂੰ ਸਾਰਥਕ ਕੀਤਾ ਵਿਦ ਟੈਕਨੀਕ ਕਿ ਉੱਪਰ ਚਲਾ ਗਿਆ। ਬਟ ਐਟ ਦ ਸੇਮ ਟਾਈਮ ਦਰਖਤ ਨੂੰ ਇੱਕ ਹੋਰ ਡਾਇਮੈਂਸ਼ਨ ਦਿੱਤੀ ਸ਼ਗਨਾਂ ਦੀ। ਇਸ ਦੇ ਵਿੱਚ ਜੋ ਇੰਟਰਪ੍ਰੀਟੇਸ਼ਨ ਹੈ ਉਹ ਇਹ ਸੀ ਕਿ ਇਹ ਇੱਕ ਘੋਰ ਆਤਮ ਹੱਤਿਆ ਦਾ ਸੀਨ ਹੈ, ਜਿਸ ਦੇ ਵਿੱਚ ਕਿ ਮਿਰਜ਼ੇ ਨੂੰ ਕੌਸ਼ਨ ਕਰਦੀ ਹੈ ਸਾਹਿਬਾਂ ਕਿ ਅਸੀਂ ਇੱਥੇ, ਸਾਡਾ ਰੁਕਣਾ ਠੀਕ ਨਹੀਂ ਹੈ, ਅਸੀਂ ਆਪਣੇ ਪਿੰਡ ਜਾ ਕੇ ਹੀ ਦਮ ਲਵਾਂਗੇ, ਸਾਡਾ ਰੁਕਣਾ ਠੀਕ ਨਹੀਂ। ਪਰ ਉਸ ਦੇ ਬਾਵਜੂਦ ਉਸ ਸ਼ਾਇਰ ਨੇ, ਪੀਲੂ ਨੇ ਇਹ ਕਹਿ ਕੇ ਸਾਬਿਤ ਕੀਤਾ ਕਿ ਮੈਂ ਤਾਂ, ਮੇਰੀ ਬੱਗੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਉਹਦੇ ਸਾਹਮਣੇ ਰੱਖਣ ਲਈ ਵੀ ਇਹੋ ਜਿਹੇ ਆਦਮੀ ਦੇ ਸਾਹਮਣੇ ਤਰਕਸ਼ ਟੰਗਿਆ, ਉਹ ਕਿਉਂ ਨਹੀਂ ਲੈ ਸਕਦਾ। ਇੰਨਾ ਉੱਚਾ 22 ਫੁੱਟ ਜਦੋਂ ਉੱਪਰ ਚਲਾ ਗਿਆ ਤਾਂ ਸੋ ਉਹ ਇੱਕ ਆਡੀਅנס ਦੇ ਮਨ ਦੇ ਵਿੱਚ ਇਹਦੀ ਇੱਕ ਬਿਲੀਵੇਬਿਲਿਟੀ ਵੀ ਜਾਣੀ ਚਾਹੀਦੀ ਹੈ। ਜੇ ਤੁਹਾਡੀਆਂ ਸਾਰੀਆਂ ਬਾਕੀ ਸਹੂਲਤਾਂ, ਕਿਉਂਕਿ ਡਿਪਾਰਟਮੈਂਟ ਸੀ ਉੱਥੇ, ਮੈਂ ਐਕਸਪੈਰੀਮੈਂਟ ਕਰ ਸਕਦਾ ਸੀ। ਤੇ ਪਿੱਛੇ ਜਿਸਨੇ ਇਹਨੂੰ ਉੱਪਰ ਚੁੱਕ ਕੇ ਕੀਤਾ ਸੀਗਾ ਉਹ ਸਾਡੇ ਚੰਨੀ ਜੀ ਸੀਗੇ ਤੇ ਉਹ ਉਸਨੂੰ ਟਰੱਕੀ ਨਾਲ ਉੱਤੇ ਭੇਜਣਾ ਤੇ ਬਿਨਾਂ ਮਾਲੂਮ ਹੋਏ ਕਿ ਉਹ ਕਿੱਦਾਂ ਚਲਾ ਗਿਆ ਉੱਤੇ, ਕਿਉਂਕਿ ਸਾਰਾ ਫੋਕਸ, ਸਾਰਾ ਧਿਆਨ ਉਸ ਵੇਲੇ ਮਿਰਜ਼ਾ ਤੇ ਸਾਹਿਬਾਂ ਦੇ ਉੱਤੇ ਸੀਗਾ। ਉਹਦੇ ਉੱਤੇ ਇੰਨੇ ਉੱਚੇ ਜਾ ਕੇ ਇੱਕ ਪੂਰਾ ਛਤਰ ਦੀ ਤਰ੍ਹਾਂ, ਜਿਹਦੇ ਉੱਤੇ ਮੈਂ ਉਹਨੂੰ ਸ਼ਗਨਾਂ ਦਾ ਰੂਪ ਦਾ, ਸ਼ਗਨ ਦੇ ਤੌਰ ਦੇ ਉੱਤੇ, ਜਿਸ ਤਰ੍ਹਾਂ ਅਸੀਂ ਕਿਸੇ ਚੀਜ਼ ਨੂੰ ਕੰਟਰਾਸਟ ਦੇ ਵਿੱਚ ਪੇਸ਼ ਕਰਦੇ ਹਾਂ, ਗੱਲ ਹੋ ਰਹੀ ਹੈ ਮੌਤ ਦੀ, ਮਰਨ ਦੀ, ਹੱਤਿਆ ਦੀ, ਤੇ ਅਸੀਂ ਉੱਪਰ ਉਸ ਜਦੋਂ ਲਾਈਟ ਕੀਤਾ ਤਾਂ ਉਸ ਦੇ ਵਿੱਚ ਸ਼ੀਸ਼ੇ ਤੇ ਕੁਝ ਚਮਕਦਾਰ ਚੀਜ਼ਾਂ ਇਸ ਤਰ੍ਹਾਂ ਦੀਆਂ ਚਮਕ ਰਹੀਆਂ ਸਨ, ਜਿਸ ਨੇ ਉਸ ਨੂੰ ਘੋਰ ਨੂੰ ਹੋਰ ਜ਼ਿਆਦਾ ਟ੍ਰੈਜਿਕ ਬਣਾਇਆ। ਅੱਛਾ, ਕਿ ਨੀਚੇ ਜਦੋਂ ਮਿਰਜ਼ੇ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਸ ਪਰਟੀਕੂਲਰ ਸਕ੍ਰਿਪਟ ਦੇ ਵਿੱਚ ਅਖੀਰ ਦੇ ਵਿੱਚ ਹੁੰਦੀ ਹੈ ਕਿ ਸਾਹਿਬਾਂ ਨੂੰ ਨਵੇਂ ਤਰੀਕੇ ਨਾਲ ਇੰਟਰਪ੍ਰੇਟ ਕੀਤਾ ਕਿ ਮੈਂ ਇੱਕ ਪਾਟੀ ਹੋਈ ਰੂਹ ਹਾਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਸ ਲੈਵਲ ਦੇ ਉੱਤੇ ਟ੍ਰੀਟ ਕਰਨਾ, ਤੇ ਇਹੀ ਗੱਲ ਹੈ ਕਿ ਉਹ ਫਿਰ ਅਭੁੱਲ ਬਣ ਜਾਂਦੀਆਂ ਨੇ। ਤੁਸੀਂ ਇਦਾਂ ਦਾ ਐਕਸਪੈਰੀਮੈਂਟ ਗਰੀਸ਼ ਕਰਨਾਲ ਦੇ ਤੁਗਲਕ ਦੇ ਵਿੱਚ ਵੀ ਕੀਤਾ ਸੀਗਾ, ਜਦੋਂ ਵੈਸੇ ਤਾਂ ਉਹ ਬਹੁਤ ਹਿਊਜ ਵੱਡੇ ਵੱਡੇ ਕਿਲਿਆਂ ਦਾ ਤੇ ਉਹ ਵੱਡੇ ਵੱਡੇ ਰਾਹਾਂ, ਮਤਲਬ ਉਹ ਮਿਨਾਰਾਂ, ਆਰਚਾਂ ਤੇ ਹੋਰ ਮਤਲਬ ਉਸ ਕਿਸਮ ਦਾ ਸ਼ਾਨੋ ਸ਼ੌਕਤ ਵਾਲਾ ਜਿਹੜਾ ਉਹ ਰਜਵਾੜਾ ਸ਼ਾਹੀ ਦਾ ਜਿਹੜਾ ਸੈੱਟ ਆ, ਪਰ ਤੁਸੀਂ ਕਹਿੰਦੇ ਕਿ ਬਿਲਕੁਲ ਹੀ ਛੋਟੇ ਜਿਹੀ ਜਗ੍ਹਾ ਦੇ ਵਿੱਚ ਉਸਨੂੰ ਇਦਾਂ ਦਾ ਐਕਸਪੈਰੀਮੈਂਟ ਕੀਤਾ ਵੀ ਉਹ ਕੀ ਸੀਗਾ ਸਰ? ਉਹ ਵੀ ਜਰਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਬਹੁਤ ਸਾਰੇ ਤੁਹਾਡੇ ਪੁਰਾਣੇ
ਤੁਹਾਡੇ ਨਾਲ ਵੀ ਉਹਨਾਂ ਨੇ ਬਹੁਤ ਸਾਰਿਆਂ ਨੇ ਕੰਮ ਕੀਤਾ। ਕੁਮਾਰ ਪਵਨਦੀਪ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਪੂਰਨ ਡਿਜ਼ਾਈਨ ਕੀਤਾ ਸੀ, ਤੁਸੀਂ ਤੇ ਡਾਕਟਰ ਆਤਮਜੀਤ ਹੋਰਾਂ ਨੇ ਡਾਇਰੈਕਟ ਕੀਤਾ ਸੀ। ਉਹ ਤਾਂ ਉਹਨਾਂ ਨੂੰ ਕਹਿੰਦੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਇਸ ਕਿਸਮ ਦਾ। ਔਰ ਬਲਕਾਰ ਸਿੱਧੂ ਜੀ ਵੀ ਤੁਹਾਨੂੰ ਕਹਿ ਰਹੇ ਨੇ ਵੀ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ, ਦਾਨਸ਼ਵਰ ਵਧੀਆ ਗੱਲਾਂ ਕਰ ਰਹੇ ਨੇ। ਇਹ ਸਾਰਾ ਕੁਛ। ਔਰ SP ਅਰੋੜਾ ਵੀ ਕੁਛ ਕਹਿ ਰਹੇ ਨੇ, ਭਾਵੇਂ ਵਿੱਚ ਹੀ ਲੈ ਲਿਓ ਇਹ ਸਵਾਲ ਸਰ। ਉਹ ਕਹਿ ਰਹੇ ਨੇ ਡਾਕਟਰ ਮਹਿੰਦਰ ਜੀ ਕਿ ਤੁਹਾਨੂੰ ਕੀ ਲੱਗਦਾ ਜਿਹੜਾ ਪੰਜਾਬ ਦਾ ਲੋਕ ਨਾਟਕ ਆ ਉਹ ਇਪਟਾ ਦੇ ਨਾਲ ਇਸ ਤਾਲੁਕ ਰੱਖਦਾ ਕਿ ਉਹ ਕੀ ਪ੍ਰਤੀਨਿਧਤਾ ਕਰਦਾ? ਇੱਕ ਅਗਲੀ ਲਾਈਨ ਮੇਰੇ ਲੈਪਟਾਪ ਤੇ ਖੁੱਲ ਨਹੀਂ ਰਹੀ, ਉਹਨਾਂ ਨੇ ਸ਼ਾਇਦ ਕੁਛ ਹੋਰ ਪੁੱਛਿਆ। ਉਹ ਜਿਹੜੀ ਤੁਸੀਂ ਆਪਣਾ ਤੁਗਲਕ ਦੇ ਬਾਬਤ ਜੇ ਤੁਸੀਂ ਉਹਨੂੰ ਦੱਸੋ ਵੀ ਉਹ ਤੁਸੀਂ ਕੀ ਕੀਤਾ ਸੀਗਾ? ਇਹ ਵਿੱਚ ਲੋਕ ਨਾਟਕ ਦੀ ਗੱਲ ਮੈਂ ਕਰ ਲਵਾਂ ਕਿਉਂਕਿ ਹਾਂ ਤੁਸੀਂ ਨਾਲ, ਮੈਂ ਤਾਂ ਹੀ ਕਹਿੰਦਾ ਅਸੀਂ ਕਈ ਵਾਰੀ ਗੱਲਾਂ ਨੂੰ ਉਸ ਪਰਸਪੈਕਟਿਵ ਹੁੰਦਾ। ਮੀਨਸ ਮੈਂ ਸਮਝਦਾ ਕਿ ਕਈ ਨਜ਼ਰੀਏ ਹੋ ਸਕਦੇ ਨੇ ਕਿਸੇ ਚੀਜ਼ ਨੂੰ ਦੇਖਣ ਦੇ। ਇਸੇ ਲਈ ਮੈਂ ਵਿੱਚ ਜਾਣਬੁੱਝ ਕੇ ਤੁਹਾਨੂੰ ਸਵਾਲ ਕੀਤਾ ਸੀ ਇਹਨਾਂ ਦਾ ਵੀ। ਹਾਂ ਸਰ, ਹਾਂ, ਲੋਕ ਮੰਚ ਤੇ ਲੋਕ ਕਲਾ ਦੀ ਆਪਣੀ ਇੱਕ ਜਗ੍ਹਾ, ਮੇਰੀ ਆਪਣੀ ਰਿਸਰਚ ਹੋਈ ਹੈ ਫੋਕ ਮੋਟਿਵਸ ਤੇ ਫੋਕ ਡਿਜ਼ਾਈਨਸ ਦੇ ਵਿੱਚ। ਸੋ ਮੈਂ ਉਹਨਾਂ ਦੀ ਪੂਰੀ ਇੱਜ਼ਤ ਕਰਦਾ ਹਾਂ। ਸੋ ਇਹ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਮੈਂ ਗੁਰਸ਼ਰਨ ਸਿੰਘ ਜੀ ਨਾਲ ਵੀ ਕੰਮ ਕੀਤਾ ਤੇ ਉਹਨਾਂ ਦੇ ਰੰਗਮੰਚ ਦੀ ਵੀ ਮੈਨੂੰ ਉਨੀ ਇੱਜ਼ਤ ਹੈ ਜਿੰਨੀ ਕਿ ਮੈਨੂੰ ਇਹ ਸਾਰੇ ਵੱਡੇ ਅਲਕਾਜ਼ੀ ਸਾਹਿਬ ਦੇ ਪੂਰੇ ਐਲੀਟ ਥੀਏਟਰ ਦੀ। ਪਰ ਸਭ ਆਪਣੀ ਆਪਣੀ ਜਗ੍ਹਾ ਦੇ ਉੱਤੇ ਹਨ। ਸਹੀ। ਤੋ ਇਸ ਲਈ ਇਹ ਕਹਿਣਾ ਕਿ ਜੀ ਇਹ ਲੋਕ ਮੰਚ ਜਾਂ ਲੋਕ ਕਲਾ ਕਿਸੇ ਪੱਖੋਂ ਵੀ ਇਹਨਾਂ ਸਾਰਿਆਂ ਤੋਂ ਘੱਟ ਹੈ, ਇਸ ਤਰ੍ਹਾਂ ਨਹੀਂ ਹੈ। ਉਸਦੀ ਆਪਣੀ ਜਗ੍ਹਾ ਹੈ, ਇਸ ਦੀ ਆਪਣੀ ਜਗ੍ਹਾ ਹੈ। ਪਰ ਬੀਇੰਗ ਇਨ ਦਾ ਡਿਪਾਰਟਮੈਂਟ, ਮੈਂ ਡਿਪਾਰਟਮੈਂਟ ਦਾ ਸਹਿ ਸੰਸਥਾਪਕ ਹਾਂ। ਸੋ ਇਹ ਮੇਰੀ ਇੱਕ ਓੜੀ ਹੋਈ ਜ਼ਿੰਮੇਵਾਰੀ ਸੀ ਕਿ ਇਹ ਟ੍ਰੇਨਿੰਗ ਇੰਸਟੀਚਿਊਟ ਹੈ। ਸੋ ਇਸ ਦੇ ਵਿੱਚ ਸਟੂਡੈਂਟਸ ਦੇ ਨਾਲ ਉਹੀ ਕੰਮ ਕੀਤਾ ਜਾਵੇ ਜਿਹੜਾ ਇਹਨਾਂ ਨੂੰ ਅੱਗੇ ਜਾ ਕੇ ਕੰਮ ਵੀ ਆਵੇ ਤੇ ਇਹਨਾਂ ਨੂੰ ਕੁਝ ਨਵਾਂ ਸਿੱਖਣ ਨੂੰ ਵੀ ਮਿਲੇ। ਪਰ ਐਟ ਦਾ ਸੇਮ ਟਾਈਮ ਇਸ ਤੋਂ ਪਹਿਲਾਂ ਕਿ ਐਕਸਪੈਰੀਮੈਂਟੇਸ਼ਨ ਵਿੱਚ ਜਾਇਆ ਜਾਵੇ, ਸਾਨੂੰ ਇਹ ਤਾਂ ਪਤਾ ਚੱਲੇ ਕਿ ਮੌਜੂਦਾ ਥੀਏਟਰ, ਕਨਵੈਨਸ਼ਨਲ ਥੀਏਟਰ ਜਿਹੜਾ ਪਿੱਛੋਂ ਤੋਂ ਤੁਰਿਆ ਆ ਰਿਹਾ ਉਹ ਹੈ ਕੀ। ਜ਼ਿਆਦਾਤਰ ਇੱਕ ਭੇਡ ਚਾਲ ਇਹ ਹੈ ਕਿ ਯੰਗ ਬੱਚਿਆਂ ਨੂੰ ਪਿੱਛੇ ਲਗਾਉਣਾ ਥੋੜ੍ਹਾ ਆਸਾਨ ਹੁੰਦਾ। ਸੋ ਉਹਨਾਂ ਨੂੰ ਕਿਸੇ ਵੀ ਤਰੀਕੇ ਤੇ ਉਹ ਵੀ ਨਾਲ ਰਲ ਜਾਂਦੇ ਨੇ, ਬਦਲेंगे ਵੀ ਬਦਲेंगे। ਕੀ ਬਦਲਾਂਗੇ ਇਹ ਤਾਂ ਪਤਾ ਨਹੀਂ ਜੀ। ਅੱਛਾ। ਸੋ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਸ ਬਦਲਣ ਯੋਗ ਹੈ ਕੀ। ਸੋ ਇਹ ਸੋਚਣਾ ਕਿ ਬਾਹਰ ਸ਼ੇਕਸਪੀਅਰੀਅਨ ਪਲੇਸ ਬੜੇ ਐਕਸਪੈਰੀਮੈਂਟਸ ਨਾਲ ਹੁੰਦੇ ਨੇ ਕਿਉਂਕਿ ਬਚਪਨ ਤੋਂ ਹੀ ਉੱਥੋਂ ਦੇ ਬੱਚੇ ਸ਼ੇਕਸਪੀਅਰ ਦੇ ਕੋਈ 20-25 ਤਰ੍ਹਾਂ ਦੇ ਪਲੇਸ ਦੇਖ ਚੁੱਕੇ ਹੁੰਦੇ ਨੇ। ਫਿਰ ਉਹਨਾਂ ਨੂੰ ਬਦਲਣਾ, ਜਿਸ ਤਰ੍ਹਾਂ ਅਸੀਂ ਰਾਮਾਇਣ ਦੇ ਨਾਲ ਕੋਈ ਐਕਸਪੈਰੀਮੈਂਟ ਕਰਨਾ ਚਾਹੀਏ ਜੋ ਅਸੀਂ ਬਚਪਨ ਤੋਂ ਹੀ ਦੇਖ ਰਹੇ ਹਾਂ, ਉਹ ਸਮਝ ਆ ਜਾਏਗਾ ਸਾਨੂੰ। ਹਾਂ ਸਹੀ ਹੈ। ਜੇ ਅਸੀਂ ਮਤਲਬ ਜੇ ਉਸਦੇ ਵਿੱਚ ਐਕਸਪੈਰੀਮੈਂਟ ਕਰੀਏ ਕਿ ਹਨੂਮਾਨ ਸੱਚਮੁੱਚ ਪੂੰਛ ਨਾਲ ਲੰਕਾ ਨਹੀਂ ਜਲਾ ਰਹੇ, ਉਹਨਾਂ ਨੇ ਇੱਕ ਮੋਮਬੱਤੀ ਰੱਖੀ ਤੇ ਉਹਨੂੰ ਜਲਾ ਦਿੱਤਾ, ਸਮਝ ਆ ਜਾਏਗਾ। ਸਮਝ ਗਏ। ਪਰ ਜੇ ਜਿਨ੍ਹਾਂ ਚੀਜ਼ਾਂ ਦੀ ਸਾਡੀ ਬੈਕਗਰਾਉਂਡ ਕੋਈ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਫਿਰ ਐਕਸਪੈਰੀਮੈਂਟਲ ਢਾਂਚੇ ਵਿੱਚ ਪਾ ਦਈਏ, ਸਾਂਚੇ ਵਿੱਚ ਪਾ ਦਈਏ, ਤਾਂ ਉਹ ਮਿਲਣਾ ਥੋੜਾ। ਮੇਰਾ ਖਿਆਲ ਹੈ ਕਿ ਪਹਿਲਾਂ ਸਾਨੂੰ ਉਹਨਾਂ ਸਾਰਿਆਂ ਨੂੰ ਸਹੀ ਪਰਸਪੈਕਟਿਵ ਦੇ ਵਿੱਚ ਸਮਝ ਲੈਣਾ ਚਾਹੀਦਾ, ਫਿਰ ਉਹਨਾਂ ਨਾਲ ਜਿਸ ਤਰ੍ਹਾਂ ਮੈਂ ਕਿਹਾ ਮੈਂ ਹਰ ਪਲੇ ਦੇ ਵਿੱਚ ਕੋਈ 10-20% ਰੇਜ਼ਿੰਗ ਦਾ ਬਾਰ ਕਰਦਾ ਹਾਂ ਉਹ ਘੁੰਮਣ ਵਾਲੇ ਸਟੇਜ ਦਾ। ਮੈਨੂੰ ਟਾਈਮ ਦਾ ਅੰਦਾਜ਼ਾ ਨਹੀਂ, ਮੈਨੂੰ ਦੱਸ ਦੇਣਾ ਤੁਹਾਡਾ। ਅੱਛਾ ਮੈਂ ਕੋਈ ਨਹੀਂ ਸਰ, ਹੈਗਾ ਸਾਡੇ ਕੋਲ ਹਜੇ 15-20 ਮਿੰਟ ਹੈਗੇ ਸਾਡੇ ਕੋਲ। ਮੈਨੂੰ 15 ਮਿੰਟ ਨਹੀਂ ਨਾ ਪਤਾ ਲੱਗਣਗੇ, ਤੁਸੀਂ ਦੱਸੋ। ਅੱਛਾ, ਇਹ ਨਾ ਜਿਹੜਾ ਤੁਸੀਂ ਕਿਹਾ ਕਿ ਲੋਕਾਂ ਨੂੰ ਸਵਾਲ ਜਵਾਬ ਬੜੇ ਪਸੰਦ ਆ ਰਹੇ ਨੇ, ਇਸ ਵਿੱਚ ਅੱਧੀ ਤਾਰੀਫ ਤੁਹਾਡੀ ਹੈ, ਸਵਾਲ ਤੁਹਾਡੇ ਨੇ, ਜਵਾਬ ਮੇਰੇ। ਹਾਏ 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 ਸਰ, ਤੁਸੀਂ ਅੱਛਾ ਸੁਣੋ, ਗੁਰੂ ਹੋ ਤੁਸੀਂ, ਸੱਚੀ ਹੋ ਗੁਰੂ ਹੋ ਤੁਸੀਂ। ਘੁੰਮਣ ਵਾਲੀ ਚੀਜ਼, ਸੰਸਕ੍ਰਿਤ ਥੀਏਟਰ ਸ਼ੁਰੂ ਤੋਂ ਇਸ ਗੱਲ ਲਈ ਮਸ਼ਹੂਰ ਹੈ ਕਿ ਉਹਦੇ ਵਿੱਚ ਸੈਟਸ ਨਹੀਂ ਹੁੰਦੇ। ਐਕਟਰ ਆਪਣੇ ਅਭਿਨੈ ਨਾਲ ਹੀ ਇਹ ਸਾਬਿਤ ਕਰ ਦਿੰਦਾ ਕਿ ਹੁਣ ਉਹ ਵਾਟਿਕਾ ਵਿੱਚੋਂ ਮਹਿਲ ਵਿੱਚ ਆ ਗਿਆ ਜਾਂ ਮਹਿਲ ਦੇ ਚੁਬਾਰੇ ਤੇ ਚੜ ਗਿਆ। ਮੈਂ ਅਨਾਉਂਸ ਕਰ ਦਿੰਦਾ ਤੇ ਲੋਕ। ਪੋਇਟਰੀ ਵਿੱਚ ਹੁੰਦਾ, ਪੋਇਟਰੀ ਦਾ ਆਪਣਾ ਮਜ਼ਾ ਹੈ। ਮਹਿਲ ਹੋਵੇ ਤਾਂ ਉਤਰੇ ਮੈਤੋਂ ਇਸ਼ਕ ਨਾ ਧੋਤਾ ਜਾਏ, ਇਹ ਸਾਹਿਬਾਂ। ਮਹਿਲ ਹੋਵੇ ਤਾਂ ਉਤਰੇ ਮੈਥੋਂ ਇਸ਼ਕ ਨਾ ਧੋਤਾ ਜਾਏ। ਫਿਰ ਇਹਨੂੰ ਕਿਸ ਤਰ੍ਹਾਂ ਅਸੀਂ ਸਮਝਣ ਲਈ ਖਾਸ ਹੋਣਾ ਚਾਹੀਦਾ, ਕਿਸ ਤਰ੍ਹਾਂ ਅੱਡੀਆਂ ਪੂਛ ਕੇ ਉਹ ਢਾਬ ਦੇ ਬੈਠੀ ਕਰ ਰਹੀ ਹੈ ਤੇ ਇਹ
ਸ਼ਾਇਰ ਕਹਿ ਰਿਹਾ ਵੀ ਤੂੰ ਕਿਹਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੀ, ਮੈਲ ਤਾਂ ਹੈ ਨਹੀਂ ਉੱਥੇ। ਇਹ ਤਾਂ ਇਸ਼ਕ ਹੈ, ਉਤਰੇਗਾ ਨਹੀਂ। ਇਸ਼ਕ ਹੈ, ਕਿਸ ਤਰ੍ਹਾਂ ਜਿੰਨਾ ਮਰਜ਼ੀ ਮਿਲੀ ਜਾਓ, ਜਿੰਨਾ ਮਰਜ਼ੀ ਉਤਾਰੀ ਜਾਓ। तो ये पोइट्री, सो पोइट्री इसी तरह कालिदास पास इन्हां सारे लोगों ने इन्नी गहरी ते भावपूर्ण पोइट्री लिखी है कि उसनू ये दर्जा मिल चुकिया सी उदों कि हुण सानू सैट्स दी नकली लटकदे चन्न दी कोई लोड़ नहीं है। असी इमेजिनेशन, क्योंकि वो दर्शक जिन्हां दी तुसीं समर्था दी गल कीती सी हुणी पिछे, कि दर्शक भी उन्ने सुसंस्कृत हुंदे सन। उन्हां नू पेंटिंग दी, नाटक दी, ਸਕਲਪਚਰ ਦੀ, ਕਵਿਤਾ ਦੀ, ਸਭ ਦੀ ਪੂਰੀ ਸਮਝ ਹੁੰਦੀ ਸੀ ਤੇ ਇਸ ਕਰਕੇ ਉਹ ਆਨੰਦ ਲੈ ਸਕਦੇ ਸਨ। 4-4 ਘੰਟੇ ਦਾ ਪਲੇ ਵੀ ਦੇਖਦੇ ਸਨ। ਹੁਣ ਸਾਡੇ ਕੋਲ ਨਾ ਤਾਂ ਇੰਨਾ ਬੈਠ ਕੇ ਦੇਖਣ ਦਾ ਤਹੰਮੁਲ ਹੈ ਤੇ ਨਾ ਹੀ ਇੰਨੀ ਸਮਰੱਥਾ ਪਿੱਛੋਂ ਤਿਆਰੀ ਨਹੀਂ ਹੈ। ਅਸੀਂ ਥੋੜੇ ਜਿਹੇ ਅਵੇਸਲੇ ਹੋ ਗਏ ਹਾਂ। ਅਸੀਂ ਨਹੀਂ ਕੋਸ਼ਿਸ਼ ਕਰਦੇ ਕਿ ਜੇ ਅਸੀਂ ਅੱਜ ਹਾਈਵਦਨ ਦੇਖਣ ਜਾ ਰਹੇ ਹਾਂ ਤੇ ਜਾਣ ਤੋਂ ਪਹਿਲਾਂ ਹਫਤਾ ਪਹਿਲਾਂ ਇਹ ਪੜ੍ਹ ਲਈਏ, बल्कि नहीं पढ़ेंगे। स्टूडेंट्स भी मेरे नहीं पढ़ेंगे, एक ही लेना, समझ आ जाना वेयर एज उन्हें पढ़ना बहुत जरूरी है। जे असी प्ले सचमुच देखना चाहते हाँ एज जिदा मैं अज देखदा एज ए स्टूडेंट ऑफ थिएटर, मैं हुण भी किसी नवे प्ले नूं देखण जावां तो मेरी कोशिश होंदी है कि मेरा पढ़िया अषाढ़ का एक दिन मैं 3 बारी खुद कर चुके हैं, तो फिर भी मैनूं करना पवे तो मैं उन्हें फिर पढ़दा। सो उसदे विच राइटर दी पावर इन्नी हुंदी है कि तुहानूं हर वारी कोई ना कोई चीज़ नवीं दिखाई दिंदी है। तुसीं उदय प्रकाश दी कहानी दे उत्ते एक प्ले कराया, वार्न हेस्टिंग्स का सांड दे उत्ते एक प्ले सी जी, उदे विच भी तुसीं म्यूजिक नूं लैके कई तजर्बे कीते सी। इस तरह है कि मैं जिस तरह क्या विजुअल म्यूजिक ਦਾ ਜਿਹੜਾ ਵੀ ਰਿਕਾਰਡਡ ਮਿਊਜ਼ਿਕ ਸੀ ਜਾਂ ਉਸਦੇ ਜਿਹੜੇ ਅੰਸ਼ ਸਨ, ਉਹ ਸਾਰੇ ਜਿਹੜਾ ਤੁਹਾਡਾ ਵਿਜ਼ੂਅਲ ਹੈ ਉਸਨੂੰ ਐਨਫੋਰਸ ਕਰਨ ਲਈ, ਰੀਇਨਫੋਰਸ ਕਰਨ ਲਈ ਕੰਮ ਤਾਂ ਆਉਂਦੇ ਨੇ। ਦੀ ਕ੍ਰੈਡਿਟ ਗੋਜ਼ ਟੂ ਕੁਮਾਰ ਵਰਮਾ, ਬਟ ਦਾ ਆਲ ਸੀਨਿਕ ਐਲੀਮੈਂਟਸ ਕਿ ਉਹਦੇ ਵਿੱਚ ਜਿਹੜੇ ਵੀ ਤੁਸੀਂ ਚੀਜ਼ਾਂ ਦੇਖੀਆਂ ਨੇ, ਲਾਈਕ ਇੱਕ ਲੜਕੇ ਤੋਂ ਲੜਕੀ ਦਾ ਰੋਲ ਕਰਵਾ ਲੈਣਾ, ਕਿ ਕਿਉਂਕਿ ਜਿਹੜੀ ਜ਼ਖਨਾਸੀਅਨ ਹੈ ਜਿਹੜੀ ਓਰੀਜਨਲ ਪਲੇ ਦਾ ਵਿਜ਼ਿਟ, ਤਾਂ ਉਹਦਾ ਇਹਦੇ ਨਾਂ ਰੱਖਿਆ ਸੀ ना, सॉरी विजिट की गल नहीं हो रही, ये है वारन हेस्टिंग्स दा सांड। वारन हेस्टिंग्स दा सांड। सो इसदे विच ये भी स्टूडियो थिएटर दे विच कीता गया सी, बट ईच कॉर्नर ऑफ द स्टूडियो थिएटर वाज मेड इनटू ए प्लेइंग ग्राउंड एज इफ इट्स ए फुल स्टेज बिफोर इन फ्रंट ऑफ यू। जो तुसी तुगलक बारे गल कीती, तुगलक को कोई इमेजिन ही नहीं कर सकता कि वो एक किले तो अलावा किते हो सकता है, क्योंकि इतनी स्ट्रॉन्ग स्टैंप है ਉਹਦੇ ਉੱਤੇ ਕਿ ਮੈਂ ਤਾਂ ਆਪਣੇ ਸਾਹਮਣੇ ਉਹਨਾਂ ਤੋਂ ਇਲਾਵਾ ਕਿਸੇ ਦਾ ਪਲੇ ਨਹੀਂ ਦੇਖਿਆ। ਇਹ ਡਿਸਕਸ ਹੁੰਦਾ ਹੈ, ਪੜਾਇਆ ਜਾਂਦਾ ਹੈ, ਪਰ ਇਸ ਨੂੰ ਕਰਨ ਦਾ ਹਿਆ ਕੋਈ ਨਹੀਂ ਕਰਦਾ। ਤੇ ਫਿਰ ਇਹਨੇ ਲਿਮਿਟਿਡ ਰਿਸੋਰਸਿਸ ਨਾਲ ਤੇ ਸਟੂਡੈਂਟਸ ਨੇ ਮੇਰੇ ਕੋਲ ਤੇ ਇੱਕ ਛੋਟੀ ਜਿਹੀ ਸਟੂਡੀਓ ਥੀਏਟਰ ਹੈ ਉਸ ਥੋੜਾ ਜਿਹਾ, ਪਰ ਇਹ ਇਸ ਨੂੰ ਮੈਂ ਕਹਾਂਗਾ ਕਿ ਮਿਨੀਏਚਰ ਪੇਂਟਿੰਗ ਜਾਂ ਪੇਂਟਿੰਗ ਦਾ ਮਿਊਰਲ ਔਨ ਦਾ ਵਾਲ ਇੱਕੋ ਜਿਹੀ ਤੁਹਾਨੂੰ ਉਸਦੇ ਲਈ ਸਲਾਹੀਅਤ ਦੀ, ਸਕਿੱਲ ਦੀ, ਤੁਹਾਡੀ ਕਾਬਲੀਅਤ ਦੀ ਜ਼ਰੂਰਤ ਹੈ। ਛੋਟੀ ਪੇਂਟਿੰਗ ਹੈ ਤਾਂ ਜਿੱਦਾਂ ਕਿਸੇ ਨੇ ਮਜ਼ਾਕਨ ਕਿਹਾ ਸੀ, ਉਹ ਬੱਚਿਆਂ ਦਾ ਆਪਰੇਸ਼ਨ ਤਾਂ ਫਸਟ ਈਅਰ ਦਾ ਸਟੂਡੈਂਟ ਵੀ ਕਰ ਲੇਗਾ ਜਿਹੜਾ ਵੱਡਿਆਂ ਦੇ ਆਪਰੇਸ਼ਨ ਲਈ ਤੁਹਾਨੂੰ ਫਾਈਨਲ ਈਅਰ ਦੀ ਜ਼ਰੂਰਤ ਹੈ। ਸੋ ਨਾਟ ਲਾਈਕ ਦੈਟ। ਸੋ ਇਹ ਤਾਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਪੱਕਾ ਪਤਾ ਹੋਣਾ ਚਾਹੀਦਾ ਹੈ। ਲੋਹਾਕੁੱਟ ਦਾ ਇੱਕ ਮੈਂ ਖਾਸ ਜ਼ਿਕਰ ਕਰਨਾ ਚਾਹਾਂਗਾ ਬਿਫੋਰ। ਲੋਹਾਕੁੱਟ 44 ਵਿੱਚ ਲਿਖਿਆ ਗਿਆ, ਮੈਂ 94 ਵਿੱਚ ਕੀਤਾ। ਆਫਟਰ 50 ਇਅਰਸ, 50 ਸਾਲ ਬਾਅਦ। ਸਹੀ ਹੈ। ਬਲਵੰਤ ਗਾਰਗੀ ਸਾਹਿਬ ਜ਼ਿੰਦਾ ਸਨ ਤੇ ਦਿੱਲੀ ਰਹਿੰਦੇ ਸਨ, ਮੈਂ ਚੰਡੀਗੜ੍ਹ ਦੇ ਵਿੱਚ ਕਰ ਰਿਹਾ। ਇਹਦੇ ਵਿੱਚ ਇੱਕ ਹੋਰ ਛੋਟਾ ਜਿਹਾ ਵੀ ਸਾਈਡ ਰੈਫਰੈਂਸ ਇਹ ਹੈ ਕਿ ਉਹ ਜਦ ਤੱਕ ਇੱਥੇ ਰਹੇ ਮੈਨੂੰ ਕਹਿੰਦੇ ਰਹੇ ਕਿ ਉਹ ਅਕਸਰ ਲੋਹਾਕੁੱਟ ਬਹੁਤ ਲੋਕਾਂ ਨੂੰ ਕਰਨ ਦੀ ਇਜਾਜ਼ਤ ਨਹੀਂ ਸੀ ਦਿੰਦੇ, ਤੂੰ ਕਰ, ਇਹ ਆਰਟਿਸਟ ਦਾ ਪਲੇ ਹੈ। ਮੈਂ ਕਿਹਾ ਜਦ ਤੱਕ ਤੁਸੀਂ ਸਾਹਮਣੇ ਹੋ ਮੇਰੇ ਲਈ ਸਿੱਖਣ ਲਈ ਬਹੁਤ ਕੁਛ ਹੈ, ਤੁਸੀਂ ਖੁਦ ਕਰੋ। ਲਾਈਕ ਕੇਸਰੋ ਵੀ ਉਹਨਾਂ ਨੇ ਕਿਹਾ ਸੀ ਕਰੋ, ਪਰ ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਮੈਂ ਸਾਰਾ ਕੰਮ ਕਰਾਂਗਾ ਬਟ ਨਟ ਤੁਸੀਂ ਕਰੋ। ਫਿਰ ਉਸ ਤੋਂ ਬਾਅਦ ਜਦੋਂ ਮੈਂ ਡਾਇਰੈਕਟ ਕੀਤਾ 94 ਦੇ ਵਿੱਚ ਤੇ ਉਹ ਦੇਖਣ ਆਏ ਸਨ ਤੇ ਹਾਂ, ਪਰ ਉਸ ਤੋਂ ਪਹਿਲਾਂ ਵਿਚਕਾਰ 2 ਵਾਰੀ ਮੈਂ ਉਹਨਾਂ ਨੂੰ ਮਿਲਣ ਗਿਆ ਖਾਸ ਦਿੱਲੀ। ਇੱਕ ਵਾਰੀ ਤਾਂ ਮੈਂ ਇਹ ਕਹਿਣ ਗਿਆ ਕਿ ਮੈਂ ਪਹਿਲੀ ਵਾਰੀ ਇਹਨੂੰ ਹਿੰਦੀ ਵਿੱਚ ਕਰਨਾ ਚਾਹੁੰਦਾ, ਕਿਉਂਕਿ ਮੇਰੇ ਸਟੂਡੈਂਟਸ ਹਿੰਦੀ ਜ਼ਿਆਦਾ ਜਾਣਦੇ ਸੀ, ਪੰਜਾਬ ਤੋਂ ਘੱਟ ਸਨ ਉਸ ਸੈਸ਼ਨ ਦੇ ਵਿੱਚ। ਤੇ ਉਹ ਵੀ ਉਹਨਾਂ ਨੇ ਬਹੁਤ ਭਰੋਸਾ ਰੱਖਦੇ ਸੀ ਮੇਰੇ ਤੇ। ਫਿਰ ਵੀ ਉਹਨਾਂ ਨੇ ਕਿਹਾ, ਕਹਿੰਦੇ ਦੇਖ ਲਓ
ਬਹੁਤ ਸਟਰੋਂਗ ਪੰਜਾਬੀ ਤੇ ਸਾਰਾ ਕੁਛ ਉਹਦੇ ਵਿੱਚ ਮੈਂ ਉਹਨਾਂ ਕੋਲ ਮੈਂ ਆਪਣੇ स्टूडेंट्स ਨੂੰ ਵੀ ਇਹ ਕਹਿੰਦਾ, मेरे को चलते चलते आते जाते कोई पूछ लेते हैं सर वो चेखव ने वहाँ ये लिखा है, मैंने कहा तुमने पढ़ा है? ऐसे ही सामने पढ़ गया तो कुछ पूछ रहे हो। तो मैं खुद इसका धारणी मैं पूरी ट्रांसलेशन हिंदी विच करके लै गया सी उन्होंने को, मैं कहा ये है विच वाज उर्दूआइज। नहीं ये तो ठीक है रखो, पर इस तरह है क्योंकि ये लोग इन्हों पिछले 50 साल तो इसी भाषा में सुन रहे हैं, विदेशों भी हो रहा है ਤੇ ਇਹ ਐਕਸੈਪਟਡ ਹੈ ਤੇ ਪਰ ਫਾਈਨਲ ਚੋਇਸ ਇਜ਼ ਯੋਰਸ। ਉਹ ਮੇਰੇ ਤੇ ਇੰਨਾ ਭਰੋਸਾ। ਫਿਰ ਮੈਂ ਦੱਸਿਆ ਕਿ ਮੈਂ ਤਾਂ ਕਰ ਰਿਹਾ ਹਿੰਦੀ ਵਿੱਚ ਤੇ ਪੜ੍ਹ ਕੇ ਮੈਂ ਰੱਖ ਲਿਆ, ਕਹਿੰਦੇ ਮੈਂ ਦੇਖਾਂਗਾ ਕੋਈ ਲਫ਼ਜ਼ ਚੇਂਜ ਕਰਨ ਹੋਣ ਵਾਲੇ ਤਾਂ ਮੈਂ ਕਰਾਂਗਾ। ਸੋ ਉਹ ਹੋਇਆ। ਉਸ ਤੋਂ ਬਾਅਦ ਫਿਰ ਦੁਬਾਰਾ ਜਾਣਾ ਪਿਆ। ਮੈਂ ਕਿਹਾ ਜੀ ਮੈਂ ਇੱਕ ਹੋਰ ਵੀ ਚੇਂਜ ਕੀਤੀ ਹੈ ਤੇ ਬਹਿਣੋ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਜਲਦੀ ਸਮਝ ਆਏਗਾ, ਇਸ ਲਈ ਮੈਂ ਉਹਨੂੰ ਬਰੀਫ ਦੇ ਵਿੱਚ ਕਹਾਂਗਾ ਕਿ ਬਹਿਣੋ ਸਕ੍ਰਿਪਟ ਦੇ ਵਿੱਚ, ਅਸਲੀ ਸਕ੍ਰਿਪਟ ਦੇ ਵਿੱਚ ਘਰੋਂ ਦੌੜ ਜਾਂਦੀ ਹੈ ਤੇ ਫਿਰ ਆਖਿਰ ਤੱਕ ਉਹ ਵਾਪਸ ਨਹੀਂ ਆਉਂਦੀ। ਤੇ ਪਲੇ ਦਾ ਇੱਕ ਬੜਾ ਕਲਾਈਮੈਕਟਿਕ ਸੀਨ ਹੈ ਕਿ ਉਹਦਾ ਪਿਓ ਜਾਂਦਾ ਗੰਡਾਸਾ ਲੈ ਕੇ ਉਹਦੇ ਪਿੱਛੇ ਤੇ ਨਹੀਂ ਉਹਨੂੰ ਫੋਲੋ ਕਰ ਸਕਦਾ, ਉਹ ਆਪਣੇ ਲਵਰ ਸਰਵੈਂਟ ਨਾਲ ਦੌੜ ਜਾਂਦੀ ਹੈ। ਇਹ ਵਾਪਸ ਦੇ ਉੱਤੇ ਜਾਂਦੇ ਜਾਂਦੇ ਉਸਦੀ ਚੁੰਨੀ ਤੇ ਜੁੱਤੀ ਰਹਿ ਜਾਂਦੀ ਹੈ। ਉਹ ਲੈ ਆਉਂਦਾ ਫਾਦਰ। ਸੰਤੀ ਘਰ ਦੇ ਵਿੱਚ ਉਹਦੀ ਵਾਈਫ ਹੈ, ਉਹਨੂੰ ਦਿੰਦਾ ਹੈ ਤੇ ਉਹ ਉਹਨੂੰ ਸਾਂਭ ਕੇ ਰੱਖ ਲੈਂਦੀ ਹੈ। ਤੇ ਬਾਅਦ ਦੇ ਵਿੱਚ ਸੰਤੀ ਜਦੋਂ ਘਰ ਛੱਡ ਕੇ ਜਾਂਦੀ ਹੈ ਤੇ ਉਹਨਾਂ ਜੁੱਤੀ ਤੇ ਚੁੰਨੀ ਨੂੰ ਲੈ ਕੇ ਜਾਂਦੀ ਹੈ। ਇਹ ਓਰੀਜਨਲ ਪਲੇ ਹੈ। ਮੈਨੂੰ ਰਿਹਰਸਲਸ ਦੇ ਦੌਰਾਨ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਰਿਹਰਸਲਸ ਦੇ ਵਿੱਚ ਕੀ ਡਿਵੈਲਪਮੈਂਟ ਹੈ, ਪਹਿਲਾਂ ਤੋਂ ਹੀ ਸੋਚ ਕੇ ਨਹੀਂ ਬੜਾ ਕੁਛ ਹੁੰਦਾ। ਸੋ ਉਸ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਇਹ ਸ਼ਖਸ ਲੋਹਾ ਕੁੱਟ ਇਹ ਇਸ ਤਰ੍ਹਾਂ ਕਾਕੂ ਵਾਪਸ ਨਹੀਂ ਆਏਗਾ। ਤੇ ਉਹ ਰਾਤ ਨੂੰ ਜਦੋਂ ਅੱਧੀ ਰਾਤ ਪੈ ਜਾਂਦੀ, ਸਾਰੇ ਪਿੰਡ ਦੇ ਲੋਕ ਸੋ ਜਾਂਦੇ ਆ, ਤਾਂ ਆਪਣੀ ਧੀ ਨੂੰ ਮਾਰ ਕੇ ਉਹਦੀ ਲਾਸ਼ ਘਰ ਲੈ ਆਉਂਦਾ। ਉਹ ਲਾਸ਼ ਵਿਹੜੇ ਵਿੱਚ ਗੱਡੀ ਜਾਂਦੀ ਹੈ। ਇਹ ਓਰੀਜਨਲ ਸਕ੍ਰਿਪਟ ਵਿੱਚ ਨਹੀਂ ਸੀ। ਹਾਂ, ਸੋ ਮੈਂ ਇਹ ਕੀਤਾ। ਫਿਰ ਬਲਵੰਤ ਗਾਰਗੀ ਕੋਲ ਗਿਆ, ਮੈਂ ਕਿਹਾ ਮੈਂ ਇੱਕ ਇਹ ਚੇਂਜ ਕੀਤੀ ਹੈ। ਅਗੇਨ 50 ਸਾਲ ਤੋਂ ਹੋ ਰਿਹਾ ਹੈ, ਲੋਕ ਐਕਸੈਪਟ ਕਰ ਚੁੱਕੇ ਨੇ, ਇੱਕ ਕਲਾਸਿਕ ਬਣ ਚੁੱਕਾ ਹੈ ਮਾਡਰਨ ਟਾਈਮਸ ਦਾ। तुम मेरा अजीज हैं तो या रिस्क ना लो। मैं एक बारी सुन ली गल, फिर मैं कहा कि मैं काफ़ी कन्विंसड है कि मैं करना चाहूँगा। तो मेरे स्टूडियो थिएटर 150-200 लोग पैंदे बैठते ने, 3-4 शो होंगे ने, किन्ना जे आएगा कुछ तो मैनू डायरैक्टर के तौर पर सुन लांगा, मैनू इजाजत, कहते तेरी मर्जी है। सो पहला शो देखने आए सी, ही वाज वेरी इंप्रेस्ड। मैं चेंज रखी, ਪਰ ਉਹਨਾਂ ਦੀ ਵਡਿਆਈ ਹੈ ਕਿ ਅਗਲਾ ਐਡੀਸ਼ਨ ਛਾਪਣ ਲੱਗੇ ਉਹਨਾਂ ਨੇ ਇਹ ਚੇਂਜ ਉਹਦੇ ਵਿੱਚ ਰੱਖ ਲਈ। ਇਹਦੀ ਵਜ੍ਹਾ ਹੈ ਜਿਹੜੇ ਲੋਕ ਸੁਣ। ਤੇ ਇਸ ਤੋਂ ਪਹਿਲਾਂ ਢੀ ਦੇ ਪਿੱਛੇ ਗਿਆ ਜ਼ਾਲਿਮ ਫਾਦਰ, ਵਾਪਸ ਆ ਗਿਆ, ਗੰਡਾਸਾ ਪਿੱਛੇ ਲਟਕਾਈ ਕਿ ਮੈਂ ਪੜ ਨਹੀਂ ਸਕਿਆ, ਉਹ ਚਲੀ ਗਈ। ਹੁਣ ਜਦੋਂ ਉਹਦੀ ਵਾਈਫ, ਜੋ ਕਿ ਥੀਮ ਆਫ ਦਾ ਪਲੇ ਹੈ, ਥੀਮ ਆਫ ਦਾ ਪਲੇ ਹੈ ਕਿ ਜਦੋਂ ਵਾਈਫ ਫੈਸਲਾ ਕਰਦੀ ਹੈ ਕਿ ਮੈਂ ਵੀ ਘਰ ਛੱਡ ਕੇ ਜਾਣਾ, ਉਹ ਕੰਮ ਮੈਂ ਸਾਰੀ ਉਮਰ ਨਾ ਕਰ ਸਕੀ, ਹੁਣ ਕਰਾਂਗੀ, ਆਪਣੇ ਮਨ ਦੀ ਇੱਛਾ, ਜੋ ਕਿ ਇਸ ਪਲੇ ਦਾ ਬੜਾ ਵੱਡਾ ਇੱਕ ਸਟਰੋਂਗ ਪੁਆਇੰਟ ਸੀ 1944 ਵਿੱਚ ਕਿ ਔਰਤ ਆਪਣੇ ਮਨ ਦੀ ਵੀ ਕਰ ਸਕਦੀ ਹੈ। ਤਾਂ ਉਸਦੇ ਮਨ ਦੇ ਵਿੱਚ ਇਹ ਚੀਜ਼ ਕਿਤੇ ਐਟ ਦ ਬੈਕ ਆਫ ਹਿਸ ਮਾਈਂਡ ਕੰਮ ਕਰ ਰਹੀ ਸੀ ਕਿ ਦੇਖ ਲਿਆ ਸੂਰਮਾ ਗਿਆ ਸੀ ਢੀ ਪਿੱਛੇ, ਵਾਪਸ ਆ ਗਿਆ, ਮੈਂ ਜਾਵਾਂਗੀ, ਮੇਰਾ ਵੀ ਕੀ ਵਿਗਾੜ ਲੇਗਾ। ਹੁਣ ਨਾਓ ਇਟਸ ਅ ਕੌਨਸ਼ੀਅਸ ਡਿਸੀਜਨ ਉਸਦਾ, ਇਹ ਸੋਚਿਆ ਸਮਝਿਆ ਫੈਸਲਾ ਹੈ ਕਿ ਇਹ ਮੈਨੂੰ ਵੀ ਮਾਰ ਸਕਦਾ ਹੈ। ਰਿਸਕ ਵੱਧ ਗਿਆ, ਰਿਸਕ ਜ਼ਿਆਦਾ ਹੋ ਗਿਆ। ਹੁਣ ਉਸਦੇ ਫੈਸਲੇ ਵਿੱਚ ਤਾਕਤ ਹੈ, ਹੁਣ ਉਸਦੇ ਫੈਸਲੇ ਦੇ ਵਿੱਚ ਸਟਰੋਂਗ ਹੋ ਜਾਏਗਾ। ਹਾਂ, ਨਹੀਂ ਤਾਂ ਇਹੀ ਸੀਗਾ ਕਿ ਚਲੋ ਜਿੱਦਾਂ ਇਹਦਾ ਕੁਛ ਨਹੀਂ ਵਿਗੜਿਆ, ਮੇਰਾ ਵੀ ਕੀ ਵਿਗੜਨਾ, ਆ ਜਾਏਗਾ ਘਰ ਜੁੱਤੀ ਲੈ ਕੇ ਮੇਰੀ। ਜ਼ਿਆਦਾ ਇੰਟੈਂਸ ਹੋ ਗਈ ਸਿਚੁਏਸ਼ਨ। ਸਹੀ ਹੈ। ਅਦਰਵਾਈਜ਼ ਬਲਵੰਤ ਗਾਰਗੀ ਬਹੁਤ ਜ਼ਿੱਦੀ ਪਲੇਰਾਈਟ ਸੀ, ਉਹ ਮੰਨਣ ਵਾਲੇ ਨਹੀਂ ਸੀ। ਪਰ ਮੈਂ ਫਿਰ ਵੀ ਕਹਾਂਗਾ ਉਹਨਾਂ ਦੀ ਵਡਿਆਈ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ, ਕਿਉਂਕਿ ਨਾਓ ਇਟ ਰੀਇਨਫੋਰਸਿਸ ਦ ਕੈਰੈਕਟਰ ਆਫ ਸੰਤੀ which is the theme of the play, otherwise ਤੇ ਬਿਲਕੁਲ ਹੀ ਉਲਟਾਈ ਹੋਈ ਚੀਜ਼ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਮੈਂ ਕਹਿੰਦਾ ਕਿ ਇਸ ਨੂੰ ਪੇਂਟ ਬ੍ਰਸ਼ ਦੀ ਜ਼ਰੂਰਤ ਹੈ, ਕਿਉਂਕਿ ਉਸ ਸਟੂਡੀਓ ਥੀਏਟਰ ਦੇ ਵਿੱਚ ਜਿੱਥੇ ਸੰਤੀ ਜਾਣ ਤੋਂ ਪਹਿਲਾਂ ਫੈਸਲਾ ਲੈਂਦੀ ਹੈ ਕਿ ਮੈਂ ਜਾਣਾ ਚਾਹੇ ਮੈਨੂੰ ਮਾਰ ਦੇ, ਉਹ ਉਸ ਭੱਠੀ ਦਾ ਸੀਨ ਹੈ, ਘਰ ਹੈ, ਇੰਟੀਰੀਅਰ ਹੈ, ਕਿਚਨ ਹੈ, ਉਹ ਸਾਰਾ ਕੁਝ ਦੇਖ ਕੇ ਜਾਂਦੀ ਹੈ, ਉਹਦਾ ਪੁੱਤ ਵੀ ਹੈ ਘਰ ਵਿੱਚ। ਸੋ ਉਸ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਸੀਨ ਦਰ ਸੀਨ
ਫਰੇਮ ਦਰ ਫਰੇਮ, ਜੋ ਮੈਂ ਕਿਹਾ ਸੀ ਪੇਂਟ ਬ੍ਰਸ਼ ਦੇ ਨਾਲ, ਲਾਈਟਿੰਗ ਦੇ ਨਾਲ। ਹਰਜੀਤ ਕੈਂਥ ਵਾਸ ਇਨਵਾਈਟਡ ਟੂ ਡੂ ਲਾਈਟਿੰਗ ਫॉर ਮੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਤੁਸੀਂ ਇੱਕ ਪੇਂਟਰ ਦੇ ਤੌਰ ਤੇ ਇਸਤੇਮਾਲ ਕਰਦੇ। ਵਾਟ ਇਜ਼ ਕਲਰ ਜਾਂ ਲਾਈਟ, ਕੁਛ ਵੀ ਨਹੀਂ, ਇਹ ਲਾਈਟ ਨਾਲ ਹੁੰਦਾ। ਜਿੰਨੀ ਵੀ ਫਰੇਮਿੰਗ ਹੈ, ਟੈਗੋਰ ਥੀਏਟਰ ਜਾਂ ਕੋਈ ਵੀ ਥੀਏਟਰ, ਅਸੀਂ ਕੀ ਕਰਦੇ ਹਾਂ ਸਮਝ ਲਈਏ ਆਮ ਜਨਤਾ ਲਈ, ਕਿ ਅਸੀਂ ਪੂਰਾ ਹਨੇਰਾ ਕਰ ਦਿੰਦੇ ਹਾਂ, ਅੰਦਰ ਕੋਈ ਹੱਥ ਨੂੰ ਹੱਥ ਸੁਝਾਈ ਨਹੀਂ ਦਿੰਦਾ। ਫਿਰ ਅਸੀਂ ਜਿੱਥੇ ਜਿੱਥੇ ਚਾਹੁੰਦੇ ਹਾਂ ਕਿ ਲੋਕਾਂ ਦੀ ਅਟੈਂਸ਼ਨ ਜਾਵੇ, ਉੱਥੇ ਲਾਈਟ ਲੈ ਕੇ ਆਉਂਦੇ ਹਾਂ। ਹਾਂ, ਉਹ ਜਦੋਂ ਲਾਈਟ ਆਈ, ਉੱਥੇ ਜੋ ਕੁਛ ਵੀ ਤੁਹਾਨੂੰ ਦਿਖਾਈ ਦਿੰਦਾ ਉਹ ਇੰਨਾ ਖੂਬਸੂਰਤ ਹੋਣਾ ਚਾਹੀਦਾ ਹੈ, ਇੰਨਾ ਤੁਹਾਨੂੰ ਰੈਲੇਵੈਂਟ ਲੱਗਣਾ ਚਾਹੀਦਾ ਟੂ ਦਾ ਟੈਕਸਟ, ਕਿ ਇਹ ਤੁਸੀਂ ਬੋਲੋ ਚਾਹੇ ਨਾ, ਅੰਦਰੋਂ ਤੁਹਾਡੇ ਇਹੀ ਆਵਾਜ਼ ਆਉਂਦੀ ਹੈ। ਬਹੁਤੀਆਂ ਸਾਰੀਆਂ ਚੀਜ਼ਾਂ ਮਹਿਸੂਸ ਕਰਦਾ ਹੈ ਬੰਦਾ, ਜਿਸਨੂੰ ਅਸੀਂ ਰਸ ਦੀ ਨਿਸ਼ਪੱਤੀ ਕਹਿੰਦੇ ਹਾਂ, ਮਹਿਸੂਸ ਕਰਦਾ ਹੈ, ਬੋਲ ਭਾਵੇਂ ਨਾ ਸਕੇ। ਮੈਂ ਵੀ ਉਹ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਨਹੀਂ ਬੋਲ ਸਕਦਾ ਜਿਸ ਤਰ੍ਹਾਂ ਕਿ ਮੈਨੂੰ ਮਹਿਸੂਸ ਹੋਈਆਂ ਸੀ, ਜਿੰਨੇ ਲਫ਼ਜ਼ ਮੇਰਾ ਸਾਥ ਦੇ ਸਕਦੇ ਨੇ। ਇसी ਤਰ੍ਹਾਂ ਹਰ ਚੀਜ਼ ਨੂੰ ਕਰਨਾ ਤਾਂ ਬੜਾ ਮੁਸ਼ਕਿਲ ਹੈ। ਕੋਈ ਨਹੀਂ, ਮੁਕੰਮਲ ਨਹੀਂ ਹੈਗਾ ਤੇ ਮੁਕੰਮਲ। ਹਾਂ ਸਰ, ਥੋੜੇ ਜਿਹੇ ਦੋਸਤ ਹੋਰ ਜੁੜੇ ਨੇ ਸਾਡੇ ਇੱਥੇ, ਰੰਗਕਰਮੀ ਨੇ ਪੂਨਮ, ਆਪਣਾ ਮੈਡਮ ਰਮਨ ਢਿੱਲੋਂ, ਉਹ ਵੀ ਕਹਿ ਰਹੇ ਸੀਗੇ ਕਿ ਪੂਰਨ ਦੇ ਵਿੱਚ ਉਹਨਾਂ ਨੇ ਕਿਰਪੀ ਦਾ ਰੋਲ ਕੀਤਾ ਸੀ ਉਸੇ ਪਲੇ ਦੇ ਵਿੱਚ, ਜਿਹੜੇ ਤੁਹਾਨੂੰ ਕਹਿ ਰਹੇ ਸੀਗੇ, ਔਰ ਬਹੁਤ ਅੱਛਾ ਸਰ। ਹੁਣ ਆਪਣਾ ਜਿਹੜਾ ਤਾਂ ਹਦਾਇਤਕਾਰਾਂ ਨੇ, ਸੁਚੇਤਕ ਸਟੂਡੀਓ ਵਾਲਿਆਂ ਨੇ ਸਾਨੂੰ ਟਾਈਮ ਦਿੱਤਾ, ਉਹ ਤਾਂ ਅਸੀਂ ਉਹਨਾਂ ਦਾ ਕਰ ਲਿਆ, ਹੰਡਾ ਬੈਠੇ। ਪਰ ਮੈਨੂੰ ਖੁਸ਼ੀ ਇਹ ਹੋਈ ਕਿ ਜਿਹੜੇ ਉਹਨਾਂ ਨੇ ਸਾਨੂੰ ਮਜ਼ਮੂਨ ਦਿੱਤਾ ਸੀ, ਸਾਡੀ ਸਾਰੀ ਗੱਲਬਾਤ ਲਗਭਗ ਉੱਥੇ ਹੀ ਰਹੀ, ਇਸ ਲਈ ਅਸੀਂ ਅਲੱਗ ਨਹੀਂ ਹੋਏ। ਲੇਕਿਨ ਥੋੜੇ ਜਿਹੇ ਹੁਣ ਮੈਂ ਚਾਹੁੰਦਾ ਕਿ 5-7 ਮਿੰਟ ਸਾਡੇ ਕੋਲ ਹੋਰ ਵੀ ਨੇ ਸਰ, ਉਹਦੇ ਵਿੱਚ ਥੋੜਾ ਜਿਹਾ ਮੈਂ ਰੰਗਮੰਚ ਤੋਂ ਵਾਪਸ ਆ ਕੇ, ਮੈਂ ਤੁਹਾਡੇ ਇਹਨਾਂ ਦਿਨਾਂ 'ਚ ਜਿਹੜੇ ਰੁਝੇਵੇਂ ਨੇ, ਜਾਂ ਕਰੋਨਾ ਦੇ ਵਿੱਚ, ਜਾਂ ਇਹ ਖਾਲੀ ਵੇਲਿਆਂ ਦੇ ਵਿੱਚ ਜਿਹੜੇ ਤੁਸੀਂ ਜੁੜੇ ਹੋਏ ਹੋ, ਜਾਂ ਕਦੀ ਕਦੀ ਇੰਡੀਅਨ ਥੀਏਟਰ ਦੇ ਬੱਚੇ ਜਾਂ ਬੁਲਾ ਲੈਂਦੇ ਨੇ ਤੁਹਾਨੂੰ, ਜਿਹੜੇ ਵਿਜ਼ਿਟਿੰਗ ਪ੍ਰੋਫੈਸਰ ਦੇ ਤੌਰ ਤੇ ਆਉਂਦੇ ਹੋ, ਸਾਰਾ ਕੁਝ ਉਹ ਸਭ ਨੂੰ ਦੇਖ ਕੇ ਕਿੰਨੀਆਂ ਕੁ ਉਮੀਦਗੀ ਜਿਹੜੀ ਬਣੀ ਹੋਈ ਆ ਥੀਏਟਰ ਨਾਲ, ਰੰਗਮੰਚ ਨਾਲ, ਐਂਡ ਜਿਹੜਾ ਤੁਸੀਂ ਕੰਮ ਕੀਤਾ, ਉਹ ਸਾਰੇ ਕੰਮ ਦੀ ਜਿਹੜੀ ਪ੍ਰਸ਼ੰਸਾ, ਜਿਵੇਂ ਹੁਣ ਸਾਡੇ ਦੋਸਤ ਦਰਸ਼ਕ ਤੁਹਾਡੀ ਪ੍ਰਸ਼ੰਸਾ ਕਰ ਰਹੇ ਨੇ, ਇਹ ਸਾਰਿਆਂ ਨੂੰ ਲੈ ਕੇ ਸੰਤੁਸ਼ਟੀ ਲੈਵਲ ਕਿੱਥੇ ਪਹੁੰਚ ਜਾਂਦਾ ਡਾਕਟਰ ਮਹਿੰਦਰ ਹੋਰਾਂ ਦਾ? संतोष हो जाना पूरा, या लगना कि काम खत्म हो गया, तो पूर्ण विराम है, उन्नी चाहिए। जिस तरह के है परिवर्तनशीलता, तो इस दौरान जरूर कई बार महसूस होता रहा, पर किताबां बहुत अच्छा साथी होंदियां ने, ते बहुत सारिया चीज़ां जिहड़ियां मैं 40 साल पहला पढ़िया सी, उसनूं दुबारा पढ़िया तो मैनूं उन्हां चों नਵੇਂ ਸਪਾਰਕ ਦਿਖਾਈ ਦਿੱਤੇ। ਸੋ ਪਰ ਇਹ ਸਾਰਾ ਕੁਝ ਪਲੈਨਿੰਗ ਦੇ ਲੈਵਲ ਤੇ ਹੀ। ਸੋ ਮੈਨੂੰ ਅਕਸਰ ਇਸ ਚੀਜ਼ ਤੋਂ ਤਸੱਲੀ ਨਹੀਂ ਹੁੰਦੀ ਕਿ ਸਿਰਫ ਪਲੈਨਿੰਗ ਹੋਵੇ ਤੇ ਹੋ ਨਾ ਸਕੇ। ਸੋ ਚਾਹੇ ਉਹ ਗਗਨਮੈ ਥਾਲ ਹੈ, ਚਾਹੇ 3 ਸਾਲ ਲੱਗਣ ਉਸ ਦੀ ਤਿਆਰੀ ਨੂੰ, ਜਾਂ ਹੋਰ ਸਮਾਂ ਲੱਗੇ, ਕਿਉਂਕਿ ਰਿਸੋਰਸਿਸ ਜੁਟਾਉਣ 'ਚ ਵੀ ਦੇਰ ਲੱਗਦੀ ਹੈ। ਇੱਕ ਗੱਲ ਵਿੱਚ ਸ਼ੁਰੂ ਕੀਤੀ ਸੀ, ਰਹਿ ਗਈ, ਉਹ ਸੀ ਰਿਵੋਲਵਿੰਗ ਸਟੇਜ ਦੀ। ਦੇ ਵਿੱਚ ਸੈੱਟ ਨਹੀਂ ਇਸਤੇਮਾਲ ਹੁੰਦਾ, ਤੇ ਜਦੋਂ ਇਹ ਚੀਜ਼ ਮੇਰੇ ਸਾਹਮਣੇ ਆਈ ਕਿ ਨਹੀਂ ਇਸਤੇਮਾਲ ਹੁੰਦਾ, ਤੇ ਫਿਰ ਮੈਂ ਕਿਸ ਤਰ੍ਹਾਂ ਇਸ ਚੀਜ਼ ਨੂੰ ਅੱਗੇ ਵਧਾਵਾਂ। ਤਾਂ ਉਸਦੇ ਵਿੱਚ ਇਹੋ ਜਿਹੇ ਮੈਂ ਸਿਚੁਏਸ਼ਨਸ ਲੱਭੀਆਂ ਜਿਨ੍ਹਾਂ ਦੇ ਵਿੱਚ ਇਹਦੀ ਜ਼ਰੂਰਤ ਹੈ, ਜੋ ਕਿ ਸੈੱਟ ਨਹੀਂ ਹੈ ਬਟ ਸਪੇਸ ਹੈ, ਜਿਸ ਦਾ ਜ਼ਿਕਰ ਹੈ, ਸਿਚੁਏਸ਼ਨ ਹੈ। ਲਾਈਕ ਇੱਕ ਚੋਰ ਇੱਕ ਸੰਨ ਲਾ ਕੇ ਇੱਕ ਦੀਵਾਰ ਤੋਂ ਦੂਜੇ ਘਰ ਦੇ ਵਿੱਚ ਜਾਂਦਾ, ਜਿੱਥੇ ਚਾਰੂਦੱਤ ਤੇ ਮੈਤਰੇ ਦਾ, ਚਾਰੂਦੱਤ ਦਾ ਘਰ ਹੈ, ਮੈਤਰੇ ਗਹਿਣੇ ਸੰਭਾਲੀ ਬੈਠਾ, ਤੇ ਚੋਰ ਜਾ ਕੇ ਉਸ ਤੋਂ ਲੈ ਲੈਂਦਾ। ਸੋ ਇਸ ਰਿਵਾਲਵਿੰਗ ਸਟੇਜ ਤੋਂ ਇਹ ਕੰਮ ਲਿਆ ਗਿਆ ਕਿ ਇਧਰੋਂ ਸੰਨ ਲਾਉਣ ਦਾ ਜਿਹੜਾ ਸੀਨ ਹੈ, ਉਹ ਉਸਦਾ, ਕਿਉਂਕਿ ਉਸਦਾ ਬੜਾ ਅੱਛਾ ਵਰਣਨ ਹੈ ਸੰਸਕ੍ਰਿਤ ਦੇ ਵਿੱਚ, ਕਿਉਂਕਿ ਸੰਨ ਲਾਉਣਾ ਵੀ ਆਪਣੇ ਆਪ ਵਿੱਚ ਇੱਕ ਆਰਟ ਦੇ ਤੌਰ ਤੇ ਕਲਾ। ਸਾਡੇ ਪੰਜਾਬੀ ਦੇ ਵਿੱਚ ਜਾਨੀ ਚੋਰ ਦਾ ਇਸ ਕਿਸਮ ਦਾ ਬੜਾ ਸੋਹਣਾ ਕਿੱਸੇ ਦੇ ਵਿੱਚ ਬਹੁਤ ਸੋਹਣੇ ਜ਼ਿਕਰ ਨੇ ਜੀ। ਤਾਂ ਇਹ ਜਿਹੜਾ ਹੈ ਨਾ ਕਿ ਉਸ ਦਾ ਬੜਾ ਕੁਛ ਵੀ ਮੈਂ ਕਮਲ ਦੀ ਸ਼ੇਪ ਦਾ ਕਰਾਂ, ਜਾਂ ਕਿਸ ਤਰ੍ਹਾਂ ਦਾ ਮੈਂ ਸੁਰਾਖ ਕਰਾਂ ਤਾਂ ਕਿ ਸਵੇਰੇ ਦੇਖਣ ਤੇ ਆਸ਼ਾ ਦੇਖਣ ਕਿ ਆਹ ਚੋਰ ਦਾ ਕਿਆ। ਤੇ ਉਹ ਜਦੋਂ ਉਸ ਦੇ ਵਿੱਚ ਆਡੀਅੰਸ ਦੇ ਸਾਹਮਣੇ, ਬਾਕੀ ਓਰੀਜਨਲ ਦੇ ਵਿੱਚ ਤਾਂ ਇਸ ਤਰ੍ਹਾਂ ਹੀ ਹੋਏਗਾ, ਉਸਨੇ ਮਾਈਮ ਕੀਤਾ, ਧਾਗਾ ਜਨੇਊ ਦਾ ਬਣਾ ਕੇ ਮੇਜਰ ਕੀਤਾ। ਮੇਰੇ ਇੱਥੇ ਸੱਚਮੁੱਚ ਉਸਨੇ ਕੰਧ ਦੇ ਵਿੱਚ ਸੁਰਾਖ ਕੀਤਾ, ਰਿਮੂਵੇਬਲ ਬ੍ਰਿਕਸ ਸੀਗੀਆਂ, ਉਹਨੇ ਨਿਕਾਲੀਆਂ, ਤੇ
ਉਦੋਂ ਪੈਰ ਪਾਉਂਦਾ ਉਸ ਖਿੜਕੀ ਦੇ ਅੰਦਰ, ਉਸ ਸੁਰਾਖ ਦੇ ਅੰਦਰ, ਤਾਂ ਸਟੇਜ ਮੂਵ ਕਰ ਜਾਂਦਾ, ਸਪੇਸ ਮੂਵ ਕਰ ਜਾਂਦੀ ਹੈ ਤੇ ਅੰਦਰਲਾ ਸੀਨ ਆ ਜਾਂਦਾ ਹੈ, which is very very communicable to the audience। ਤੇ ਬਿਨਾਂ ਉਹਦੇ ਨਾਲ ਸੰਸਕ੍ਰਿਤ ਥੀਏਟਰ ਨਾਲ ਕੋਈ ਛੇੜਛਾੜ ਕੀਤੇ ਮੈਂ ਇੱਕ ਇਹੋ ਜਿਹਾ ਤਰੀਕਾ ਲੱਭ ਲਿਆ ਕਿ ਜਿਸ ਦੇ ਵਿੱਚ ਕੋਈ ਸੈੱਟ ਵੀ ਨਹੀਂ ਡਿਜ਼ਾਈਨ ਕੀਤਾ ਤੇ ਨਾਲ ਦੀ ਨਾਲ ਇਹ ਝੱਸ ਵੀ ਪੂਰਾ ਕਰ ਲਿਆ ਕਿ ਤੁਸੀਂ ਸਪੇਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਲਿਆ। ਮੈਂ ਇਸ ਦੇ ਵਿੱਚ ਕਹਿਣਾ ਚਾਹੁੰਦਾ, ਜਿਹੜੇ ਲੋਕ ਪੇਂਟ ਬ੍ਰਸ਼ ਦਾ ਮਤਲਬ ਹੈ, ਮੇਰੇ ਲਈ ਡਿਜ਼ਾਈਨਿੰਗ ਕੁਝ ਹੋਰ ਨਹੀਂ, ਆਈ ਸਰਾਊਂਡ ਦਾ ਐਕਟਰਸ ਸੁਟੇਬਲ ਸਪੇਸ। ਮੈਂ ਐਕਟਰਸ ਨੂੰ ਉਸ ਮਾਹੌਲ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕਰਦਾ ਜੋ ਉਹਨਾਂ ਨੂੰ ਜ਼ਿਆਦਾ ਕਮਿਊਨੀਕੇਬਲ, ਉਹਨਾਂ ਦੇ ਆਰਟ ਨੂੰ ਹੋਰ ਬਿਹਤਰ ਤਰੀਕੇ ਨਾਲ ਲੋਕਾਂ ਤੱਕ ਸਮਝਾਉਣ ਦੇ ਕੰਮ ਆਵੇ। ਸਪੇਸ ਇਜ਼ ਅ ਕੋ ਐਕਟਰ, ਸਪੇਸ ਵੀ ਐਕਟ ਕਰਦੀ ਹੈ। ਇਹ ਘੱਟ ਮਹਿਸੂਸ ਕਰਦੇ ਨੇ ਲੋਕ, ਮੈਂ ਸਮਝਦਾ ਹਾਂ ਕਿ ਸਪੇਸ ਵੀ ਐਕਟ ਕਰਦੀ ਹੈ। ਤੇ ਇਸ ਰਿਵੋਲਵਿੰਗ ਦੇ ਥਰੂ, ਪਹਿਲੀ ਵਾਰੀ ਮੈਂ 3 ਹਿੱਸਿਆਂ ਵਿੱਚ ਰਿਵੋਲਵਿੰਗ ਬਣਾਇਆ। ਰਿਵੋਲਵਿੰਗ ਅਕਸਰ 2 ਹਿੱਸਿਆਂ ਵਿੱਚ ਹੁੰਦਾ, ਗੱਲ ਚੱਲ ਰਿਹਾ ਹੁੰਦਾ ਪਿਛਲੇ ਤੇ ਸੈੱਟ ਤਿਆਰ ਹੋ ਜਾਂਦਾ। ਮੇਰਾ 3 ਹਿੱਸਿਆਂ ਵਿੱਚ ਸੀਗਾ, ਜਿਸ ਦੇ ਵਿੱਚ ਕਿ ਜਿਸ ਤਰ੍ਹਾਂ ਆਮ ਪੋਇਟਰੀ ਹੈ, ਇਸ ਪੋਇਟਰੀ ਨੂੰ ਤੁਸੀਂ ਵਿਜ਼ੂਅਲ ਕਿੱਦਾਂ ਕਰੋਗੇ? ਤੁਮ ਚਲੇ ਜ਼ਮੀਨ ਚਲੇ ਆਸਮਾਨ ਚਲੇ। ਸੋ ਉਹ ਜਦੋਂ ਲਵਰ ਮਿਲਦੇ ਨੇ ਦੋਨੋਂ, ਚਾਹੇ ਉਹਦੇ ਸੰਸੇਨਾ, ਉਦੋਂ ਪਹਿਲਾ ਕਦਮ ਪੁੱਟਦੇ ਨੇ ਤੇ ਸਟੇਜ ਮੂਵ ਕਰ ਪੈਂਦਾ, ਬਹੁਤ ਸਹਿਜੇ, ਬਹੁਤ ਆਹਿਸਤਾ। ਮੇਰੇ ਸਾਰੇ ਐਕਟਰ, ਚਾਹੇ ਉਹ ਵੱਡੇ ਰੋਲ ਕਰ ਰਹੇ ਸੀ, ਛੋਟੇ, ਪਿੱਛੋਂ ਨੂੰ ਹੱਥ ਨਾਲ ਘੁਮਾਉਂਦੇ ਸੀ। ਦੇਰ ਕ੍ਰੈਡਿਟ ਕਿ ਇਹ ਜੇ ਕਾਮਯਾਬ ਹੁੰਦਾ ਹੈ ਤੇ ਸਾਰਿਆਂ ਲੋਕਾਂ ਦੀ ਇਕੱਠੀ ਮਿਹਨਤ ਸੀ ਜਿਹੜੀ ਕਾਮਯਾਬ ਹੋਈ ਹੈ। ਸੋ ਉਹ 3 ਚੱਕਰ ਕੱਟਦੇ ਨੇ ਤੇ ਏਦਾਂ ਲੱਗਦਾ ਕਿ ਉਹ ਲਵਰਸ ਨਵੀਂ ਤੋਂ ਨਵੀਂ ਜਗ੍ਹਾ ਤੋਂ ਦੂਜੀ ਜਗ੍ਹਾ, ਫਿਰ ਤੀਜੀ ਜਗ੍ਹਾ ਸ਼ਿਫਟ ਹੋ ਜਾਂਦੇ ਨੇ। ਪਿਆਰ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਨ ਵਿੱਚ ਨਹੀਂ ਹੁੰਦਾ, ਆਪਣੇ ਪਿਆਰੇ ਦੇ ਨਾਲ ਨਵੀਆਂ ਜਗ੍ਹਾ ਵਿਜ਼ਿਟ ਕਰਨਾ, ਨਵੇਂ ਮਾਹੌਲ ਵਿੱਚ ਜਾਣਾ, ਐਕਸਪਲੋਰ ਕਰਨਾ, ਪੋਇਟਰੀ ਨੂੰ ਸਾਂਝਿਆਂ ਕਰਨਾ। ਪਿਆਰ ਇੱਕ ਦੂਜੇ ਨੂੰ ਕਰਨ ਚ ਨਹੀਂ ਹੁੰਦਾ, ਪਿਆਰ ਹੁੰਦਾ ਦੋਨੋਂ ਮਿਲ ਕੇ ਕਿਸੇ ਨਵੀਂ ਚੀਜ਼ ਨੂੰ ਇੰਜੋਏ ਕਰਦੇ ਨੇ। ਆ ਵੀ ਪਰਿਭਾਸ਼ਾ ਮੇਰੇ ਲਈ। ਸਰ ਥੈਂਕ ਯੂ ਜੀ, ਸਰ ਥੈਂਕ ਯੂ ਸਰ। ਸਾਡੇ ਹੋਰ ਬਹੁਤ ਸਾਰੇ ਦੋਸਤ ਆਏ ਨੇ ਜੀ। ਇੱਕ ਤਰੁਣ ਡੈਂਗ ਸਾਹਿਬ ਕਹਿ ਰਹੇ ਨੇ ਕਿ ਉਹ ਮਿਰਚ ਕਟਿਕਮ ਦੇ ਵਿੱਚ ਤੁਹਾਡੇ ਪਲੇ ਦਾ ਪਾਰਟ ਰਹੇ ਨੇ। ਤਰੁਣ ਯਾਦ ਹੈ ਮੁਝੇ ਬੇਟੇ। ਬਿਲਕੁਲ ਸਰ। ਸਰ ਜਾਂਦੇ ਜਾਂਦੇ ਪਹਿਲਾਂ ਤੇ ਬਹੁਤ ਸਾਰੀਆਂ ਦੁਆਵਾਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸਿਹਤ ਜਾਫਤਾ ਰਹੋ, ਖਿਆਲ ਰੱਖੋ ਆਪਦਾ, ਕਿਉਂਕਿ ਤਜਰਬੇ ਔਰ ਸਾਰਾ ਸਾਡੀ ਨਵੀਂ, ਸਾਨੂੰ ਇੱਕ ਤਰ੍ਹਾਂ ਆਸ਼ੀਰਵਾਦ ਤੇ ਚਾਹੀਦਾ, ਸਾਨੂੰ ਨਾਲ ਨਾਲ ਜਿਹੜੀਆਂ ਸਲਾਹਾਂ ਤੇ ਮਸ਼ਵਰੇ ਤੇ ਜਿਹੜੀਆਂ ਗਾਈਡੈਂਸ ਉਹ ਹਨ। ਮੈਂ ਨਕਦ ਦਿੰਦਾ ਰਹਿੰਦਾ ਆਸ਼ੀਰਵਾਦ ਰੋਜ਼ ਦਾ ਰੋਜ਼, ਪਰ ਤੁਹਾਡੀਆਂ ਦੁਆਵਾਂ ਚੱਲਣਗੀਆਂ ਉਦੋਂ ਤੱਕ ਮੈਂ ਚੱਲਾਂਗਾ। ਸਰ ਨਹੀਂ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਸਰ। ਸਰ ਜਾਂਦੇ ਜਾਂਦੇ ਸਿਰਫ ਜਿਹੜਾ ਮੈਂ ਇਹ ਹਦਾਇਤਕਾਰਾਂ ਵੱਲੋਂ, ਸੁਚੇਤਕ ਸਟੂਡੀਓ ਵੱਲੋਂ ਨਹੀਂ ਸਵਾਲ, ਇਹ ਮੇਰੇ ਵੱਲੋਂ ਹੀ ਹੈ ਕਿ ਪੰਜਾਬੀ ਰੰਗਮੰਚ ਨੂੰ ਮੌਜੂਦਾ ਸਥਿਤੀ ਨੂੰ ਦੇਖਦਿਆਂ, ਜਿਸ ਤਰ੍ਹਾਂ ਰੰਗਕਰਮੀ ਜੁੜੇ ਹੋਏ ਨੇ, ਵਰਚੁਅਲ ਸਪੇਸ ਦੇ ਵਿੱਚ ਵੀ ਬਹੁਤ ਸਾਰਾ ਕੰਮ ਕਰ ਰਹੇ ਨੇ, ਪੰਜਾਬੀ ਸਟੂਡੀਓ ਤੋਂ, ਪੰਜਾਬੀ ਰੰਗਮੰਚ ਤੋਂ, ਪੰਜਾਬੀ ਥੀਏਟਰ ਤੋਂ ਕਿੰਨੇ ਕੁ ਉਮੀਦਾਂ ਹੈਗੀਆਂ ਨੇ ਵੀ ਇਸ ਨੇ ਹਲੇ ਹੋਰ ਗਰੋਥ ਕਰਨੀ ਆ ਤੇ ਇੱਕ ਆਪਣੇ ਨਵੇਂ ਵਧੀਆ ਉਸ ਸ਼ੇਪ ਦੇ ਵਿੱਚ ਆਉਣਾ? ਕਿੰਨੀ ਕੁ ਉਮੀਦੀ ਲੱਗਦੀ ਆ, ਜਾਂ ਜਿਹੜਾ ਜਿੱਦਾਂ ਸੋਸ਼ਲ ਮੀਡੀਆ ਜਾਂ ਫਿਲਮਾਂ ਜਾਂ ਹੋਰ ਸਾਰਾ ਕੁਝ ਰਲ ਕੇ ਲੱਗਦਾ ਕਿ ਥੀਏਟਰ ਨੂੰ ਆਪਣੇ ਆਪ 'ਚ ਵੀ ਇੱਕ ਸਟਰਗਲ ਹੋਰ ਕਰਨਾ ਪਊਗਾ? ਮੇਰੇ ਖਿਆਲ ਮੁਤਾਬਿਕ, ਮੇਰਾ ਆਪਣਾ ਪਰਸਨਲ ਵਿਊ ਹੈ, ਥੀਏਟਰ ਦੀ ਪਾਵਰ ਨੂੰ ਕਦੀ ਕਿਸੇ ਤੋਂ ਕੋਈ ਖਤਰਾ ਨਹੀਂ ਹੈ, ਕਿਉਂਕਿ ਇਹ ਲਾਈਵ ਮੀਡੀਅਮ ਹੈ ਨਾ ਜਿਹੜਾ, ਇਸਨੂੰ ਵਰਚੁਅਲ ਤੋਂ ਤਾਂ ਕੱਢ ਦਿਓ, ਯਾਨੀ ਇੱਕ ਪਤਾ ਨਹੀਂ ਸਮਾਂ ਕਿੰਨਾ। ਮੈਂ ਰਵੀ ਸ਼ੰਕਰ ਨੂੰ ਆਮਣੇ ਸਾਹਮਣੇ ਸੁਣਿਆ, ਮੈਂ ਰੇਸ਼ਮਾ ਨੂੰ ਆਮਣੇ ਸਾਹਮਣੇ ਸੁਣਿਆ, ਮੈਂ ਜਗਜੀਤ ਸਿੰਘ ਨੂੰ ਆਮਣੇ ਸਾਹਮਣੇ ਸੁਣਿਆ। ਮੈਂ ਇਸ ਦੇ ਮਹੱਤਵ ਨੂੰ ਬਹੁਤ ਵੱਡਾ ਮੰਨਦਾ ਹਾਂ ਕਿ ਆਮਣੇ ਸਾਹਮਣੇ ਦੀ ਜਿਹੜੀ ਕਲਾ ਹੈ, ਚਾਹੇ 10 ਸਰੋਤਾ ਬੈਠੇ ਹੋਣ, ਚਾਹੇ 10 ਦਰਸ਼ਕ ਬੈਠੇ ਹੋਣ, ਪਰ ਉਹ ਐਕਟਰ ਦੀ ਲਾਈਵ ਆਵਾਜ਼ ਸੁਣ ਸਕਣ, ਉਸਦੇ ਹਾਵ ਭਾਵ ਨੂੰ ਲਾਈਵ ਦੇਖ ਸਕਣ, ਉਸਦਾ ਮਜ਼ਾ ਹੋਰ ਹੈ। ਤੁਸੀਂ ਮੈਨੂੰ ਇਸ ਤਰ੍ਹਾਂ ਦੇਖ ਲਿਆ, ਜਾਂ ਟੈਲੀਵਿਜ਼ਨ ਤੇ ਦੇਖ ਲਿਆ, ਜਾਂ ਰਿਕਾਰਡਡ ਦੇਖ ਲਿਆ, ਇਹ ਤਾਂ ਤੁਹਾਡੀ ਆਪਣੀ ਮਨ ਦੀ ਹੈ ਨਾ ਕਿ ਤੁਸੀਂ ਮੈਨੂੰ ਇਸ ਵੇਲੇ ਦੇਖ ਰਹੇ ਹੋ। ਇਸੀ ਤਰ੍ਹਾਂ ਤੁਸੀਂ ਰੇਸ਼ਮਾ ਦੀ ਕੈਸਟ ਸੁਣ ਲਈ, ਜਾਂ ਰਵੀ ਸ਼ੰਕਰ ਦੀ ਕੈਸਟ ਸੁਣ ਲਈ, ਜਾਂ ਜਦੋਂ ਵੱਡੇ ਜਲਸੇ ਦੇ ਵਿੱਚ 2000 ਲੋਕਾਂ ਦੇ ਵਿੱਚ ਬੈਠ ਕੇ ਮਾਈਕ੍ਰੋਫੋਨ ਤੇ ਗਾ ਰਹੇ ਨੇ, ਇੱਕੋ ਹੀ ਗੱਲ ਹੋਈ। ਇਸੀ ਲਈ ਮੈਂ ਐਕਟਰਾਂ ਨੂੰ ਕਦੀ ਵੀ, ਮੇਰੇ ਆਪਣੇ ਪਲੇਸ ਦੇ ਵਿੱਚ ਮੈਂ ਮਾਈਕ੍ਰੋਫੋਨ ਨਹੀਂ ਯੂਜ਼ ਕਰਦਾ। ਮੇਰਾ ਓਪਨ ਏਅਰ ਥੀਏਟਰ ਹੈ, 1000 ਲੋਕ ਬੈਠਦੇ ਨੇ, ਐਕੂਸਟਿਕਸ ਬਹੁਤ ਅੱਛੇ ਨੇ ਇੰਡੀਅਨ ਥੀਏਟਰ ਵਿੱਚ। ਤੇ ਇਸੀ ਤਰ੍ਹਾਂ ਟੈਗੋਰ ਥੀਏਟਰ ਵੀ ਰੈਨੋਵੇਸ਼ਨ ਤੋਂ ਪਹਿਲਾਂ ਉਸਦੀ ਐਕੂਸਟਿਕਸ ਬਹੁਤ ਅੱਛੇ ਸੀ, 600 ਲੋਕਾਂ ਤੱਕ, ਬਹੁਤ ਵਧੀਆ, ਖੂਬਸੂਰਤ, ਸ਼ੁੱਧ, ਪਵਿੱਤਰ, ਸਾਫ਼
ਮੌਲਿਕ ਆਵਾਜ਼ ਪਹੁੰਚਦੀ ਸੀ, ਉਸ ਦਾ ਮਜ਼ਾ ਹੋਰ ਹੈ। ਹੁਣ ਅਸੀਂ ਮਾਈਕ੍ਰੋਫੋਨਸ, ਹਾਂ ਬਹੁਤ ਸੋਫਿਸਟੀਕੇਟਿਡ, ਬੜੇ ਅੱਗੇ ਜਾ ਕੇ ਤਾਂ ਹੋ ਸਕਦਾ ਕੁਛ ਹੋਵੇ, ਪਰ ਇਸ ਵੇਲੇ ਜਦੋਂ ਅਸੀਂ ਬੈਠੇ ਹਾਂ, ਇੱਕ ਬੰਦਾ 40 ਫੁੱਟ ਦਾ ਫਾਸਲਾ ਹੁੰਦਾ ਸਟੇਜ ਦੇ ਵਿੱਚ, ਇੱਕ ਬੰਦਾ ਸੱਜੇ ਖੜਿਆ, ਇੱਕ ਖੱਬੇ ਖੜਿਆ, ਤਾਂ ਆਵਾਜ਼ ਇੱਕੋ ਸਪੀਕਰ ਚੋਂ ਆ ਰਹੀ ਹੈ ਦੋਨਾਂ ਦੀ। ਸਮਝ ਗਏ। ਹਾਂ, ਨਹੀਂ ਤਾਂ ਆਵਾਜ਼ ਆਉਂਦੀ ਨਹੀਂ ਜੀ, ਕਹਿੰਦੇ ਕੀ ਕਰੀਏ। ਸੋ ਐਕਟਰ ਦੀ ਆਵਾਜ਼ ਦੇ ਉੱਤੇ ਕੰਮ ਹੋਣਾ। ਉਹ ਤੁਹਾਡੀ ਸਪੇਸ ਵਾਲੀ ਜਿਹੜੀ ਖਾਲੀ ਥਾਂ ਦੀ ਸਪੇਸ ਤੇ ਜਿਹੜੀ ਆਵਾਜ਼ ਦੀ ਸਰਕੂਲੇਸ਼ਨ ਆ, ਉਹ ਕਨਸੈਪਟ ਇੱਥੇ ਭੰਗ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ। ਜੀ, ਸਪੇਸ ਦਾ ਪਤਾ ਚੱਲਣਾ ਚਾਹੀਦਾ। ਕੋਈ ਬੰਦਾ ਡਾਊਨ ਸਟੇਜ ਬੋਲ ਰਿਹਾ ਜਾਂ ਅਪ ਸਟੇਜ ਬੋਲ ਰਿਹਾ, ਮਾਈਕ੍ਰੋਫੋਨਸ ਨੇ ਤਾਂ ਫਿਰ ਇੱਕੋ ਸਪੀਕਰ ਤੋਂ ਆਵਾਜ਼ ਆਉਂਦੀ ਰਹੇਗੀ, ਠੀਕ ਹੈ, ਆਡੀਬਿਲਿਟੀ ਤਾਂ ਬਣ ਜਾਂਦੀ ਹੈ, ਬਟ ਵਾਟ ਅਬਾਊਟ ਦਾ ਫਾਈਨਰ ਨੁਆਂਸਸ ਆਫ ਅਦਾਇਗੀ। ਸਹੀ ਸਹੀ। ਤੇ ਜੋ ਤੁਸੀਂ ਕਿਹਾ ਉਮੀਦ, ਹਾਂ ਮੈਂ ਉਮੀਦਵਾਨ ਹਾਂ, ਕਿਉਂਕਿ ਭਵਿੱਖ ਦੀ ਕੁੱਖ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਜੋ ਨਹੀਂ ਪਤਾ ਹੁੰਦਾ। ਅੱਜ ਤੋਂ 50 ਸਾਲ ਪਹਿਲਾਂ ਨਹੀਂ ਸੀ ਪਤਾ ਕਿ ਜੋ ਮੈਂ ਕੀਤੇ ਨੇ, ਲਾਈਕ ਟੈਂਪੈਸਟ ਦਾ ਇਹ ਰੂਪ ਵੀ ਹੋ ਸਕਦਾ ਹੈ, ਲੋਹਾ ਕੋਟਲਾ ਵੀ ਹੋ ਸਕਦਾ ਹੈ। ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਦੀ ਮੈਂ ਆਇਆ ਸੀ, ਇਸ ਤਰ੍ਹਾਂ ਅੱਜ ਨਵੇਂ ਲੋਕ ਆ ਰਹੇ ਨੇ ਤੇ ਉਹ ਨਵਾਂ ਬਹੁਤ ਕੁਝ ਕਰਨਗੇ ਜਿਸ ਦਾ ਬੜਾ ਮਹੱਤਵ ਹੋਏਗਾ। ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰੁੱਖ ਦਾ ਸਿਖਰਲਾ ਪੱਤਾ ਵੀ ਆਪਣੀ ਤਾਕਤ ਜੜ ਤੋਂ ਲੈਂਦਾ। ਸੋ ਸਾਨੂੰ ਜੜ ਤੋਂ, ਯਾਨੀ ਜਿਹੜਾ ਨਵਾਂ ਉੱਗਿਆ ਪੱਤਾ ਨਾ ਸਿਖਰ ਦੇ ਉੱਤੇ ਵੀ, ਉਹ ਵੀ ਜੇ ਜੜ ਤੋਂ ਸੈਪ ਨਹੀਂ ਲਏਗਾ, ਜੜ ਦੇ ਵਿੱਚੋਂ ਨਹੀਂ ਲਏਗਾ ਖੁਰਾਕ, ਤਾਂ ਉਹ ਕਾਮਯਾਬ ਨਹੀਂ ਹੋ ਸਕਦਾ। ਸੋ ਇਸ ਲਈ ਉਸਦੇ ਖਿੜਨ ਲਈ, ਉਸਦੇ ਸਿਖਰ ਤੇ ਪਹੁੰਚਣ ਲਈ ਜੜਾ ਮਜ਼ਬੂਤ ਜ਼ਰੂਰੀ ਨੇ। ਸਰ ਥੈਂਕ ਯੂ ਜੀ। ਸਰ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਆਨੰਦ ਆਇਆ, ਔਰ ਮੈਨੂੰ ਉਮੀਦ ਹੈ ਵੀ ਸਾਡੇ ਜਿਹੜੇ ਦਰਸ਼ਕ ਨਾਲ ਜੁੜੇ ਨੇ ਉਹਨਾਂ ਨੇ ਵੀ ਆਨੰਦ ਮਾਣਿਆ ਹੋਏਗਾ। ਸਰ ਥੈਂਕ ਯੂ ਸੋ ਮਚ, ਮਿਹਰਬਾਨੀ ਤੁਹਾਡੀ। ਮਿਹਰਬਾਨੀ ਸਰ। ਤੁਹਾਡੀ ਮਿਹਰਬਾਨੀ, ਸਾਰੇ ਦਰਸ਼ਕਾਂ ਸਰੋਤਿਆਂ ਦੀ ਮਿਹਰਬਾਨੀ। ਬਾਕੀ ਆਉਣ ਵਾਲੇ ਸਮੇਂ ਲਈ ਆਸ਼ਾਵਾਨ। ਅੱਜ ਲਈ ਸ਼ੁਕਰੀਆ। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਦਰਸ਼ਕੋ, ਇਹ ਸਨ ਗੱਲਬਾਤ ਕਰ ਰਹੇ ਪ੍ਰੋਫੈਸਰ ਮਹਿੰਦਰ ਜੀ, ਔਰ ਇੰਡੀਅਨ ਥੀਏਟਰ ਦੇ ਵਿੱਚ ਇੱਕ ਲੰਬਾ ਸਮਾਂ, ਲੰਬੇ ਤਜਰਬੇ ਤੋਂ ਬਾਅਦ ਬਹੁਤ ਸੋਹਣੀ ਗੱਲ ਕੀਤੀ ਕਿ ਜਿਹੜਾ ਸਿਖਰਲਾ ਪੱਤਾ ਹੈ, ਜਿਹੜਾ ਉਹ ਸਿਖਰਲਾ ਪੱਤੇ ਦਾ ਭਾਵ ਹੁੰਦਾ ਉਹ ਸਟਾਰ ਜਿਹੜੇ ਬਹੁਤ ਦੂਰ ਤੱਕ ਪਹੁੰਚਦੇ ਨੇ ਇਸ ਜ਼ਰੀਏ, ਇਸ ਰੰਗਮੰਚ ਦੇ ਜ਼ਰੀਏ, ਪਰ ਉਹਨਾਂ ਦੀ ਸਾਰੀ ਊਰਜਾ, ਸਾਰੀ એનર્ਜੀ, ਸਾਰਾ ਆਬੋ ਹਵਾ ਦਾ ਜਾਂ ਪਾਣੀ ਦਾ ਫਲੋ ਆ, ਉਹ ਆਉਂਦਾ ਜੜ੍ਹਾਂ ਤੋਂ ਹੀ ਆ। ਸਾਨੂੰ ਕਿਤੇ ਨਾ ਕਿਤੇ ਆਪਣੀਆਂ ਜੜ੍ਹਾਂ, ਇਸ ਥੀਏਟਰ ਦੀ ਬੇਸਿਕ ਜਿਹੜੀ ਟ੍ਰੇਨਿੰਗ ਆ, ਉਹ ਸਾਰੀਆਂ ਨੂੰ ਰੱਖਣਾ ਚਾਹੀਦਾ ਆਪਦੇ ਆਸੇ ਪਾਸੇ। ਹਵਾ ਚ ਉੱਡ ਕੇ ਅਸੀਂ ਸ਼ਾਇਦ ਉਵੇਂ ਉਸ ਤਰ੍ਹਾਂ ਦਾ ਨਹੀਂ ਬਣ ਸਕਾਂਗੇ। ਸੁਚੇਤਕ ਸਟੂਡੀਓ ਦਾ ਇਹ 15 ਦਿਨ ਦਾ ਜਿਹੜਾ ਮੇਲਾ ਚੱਲ ਰਿਹਾ, ਅੱਜ 14ਵਾਂ ਦਿਨ ਹੈ, ਕੱਲ ਇਸ ਦਾ ਆਖਰੀ ਦਿਨ ਹੋਏਗਾ, ਅੱਜ ਸੈਕੰਡ ਲਾਸਟ ਡੇ ਸੀਗਾ। ਔਰ ਇਹ ਪੂਰੇ ਮੇਲੇ ਦੇ ਦੌਰਾਨ, ਪੂਰੀ ਇਸ ਤਰਤੀਬ ਦੇ ਦੌਰਾਨ ਤੁਸੀਂ ਬਹੁਤ ਸਾਰੇ ਕਲਾਕਾਰਾਂ ਨੂੰ, ਬਹੁਤ ਸਾਰੇ ਫਨਕਾਰਾਂ ਨੂੰ ਮਿਲੇ, ਉਹਨਾਂ ਦੀਆਂ ਗੱਲਾਂ ਸੁਣੀਆਂ। ਔਰ ਸੁਚੇਤਕ ਸਟੂਡੀਓ ਦੇ ਇਸ ਥੀਏਟਰ ਜਿਹੜਾ ਉਪਰਾਲਾ ਸੀ, ਉਹਦੇ ਵਿੱਚ ਬਹੁਤ ਸੋਹਣੇ ਸੀਗੇ ਕਿ ਹਰ ਰੋਜ਼ ਇੱਕ ਨਵੇਂ ਆਰਟਿਸਟ ਨਾਲ, ਇੱਕ ਨਵੇਂ ਫਨਕਾਰ ਨਾਲ ਇੱਕ ਨਵਾਂ ਕਨਸੈਪਟ ਲੈ ਕੇ ਥੀਏਟਰ ਦੇ ਅਲੱਗ-ਅਲੱਗ ਵੰਨਗੀਆਂ ਦੇ ਅਲੱਗ-ਅਲੱਗ ਉਹਦੇ ਜਿਹੜੇ ਅਲੱਗ-ਅਲੱਗ ਹਿੱਸੇ ਨੇ, ਉਹਦੇ ਫੇਜ਼ਸ ਨੇ, ਜਾਂ ਉਹਨਾਂ ਦਾ ਜਿਹੜਾ ਇੱਕ ਅਲੱਗ-ਅਲੱਗ ਰੂਪ ਆ, ਉਹਨੂੰ ਲੈ ਕੇ ਜਿਹੜੀ ਡਿਸਕਸ਼ਨ ਹੋਈ ਆ ਉਹ ਬਹੁਤ ਸੋਹਣੀ ਰਹੀ ਹੈ ਪੂਰੀ ਦੀ ਪੂਰੀ। ਔਰ ਅੱਜ ਵੀ ਜਿਹੜਾ ਸਾਨੂੰ ਵੀ ਇਹ ਡਾਕਟਰ ਮਹਿੰਦਰ ਸਰ ਨਾਲ ਸੀਗਾ ਕਿ ਉਹ ਜਿਹੜਾ ਡਾਇਰੈਕਟਰਸ ਜਿਹੜਾ ਪੇਂਟ ਬਰਸ਼ ਆ, ਉਹ ਕਿਵੇਂ ਸਾਨੂੰ ਪੂਰੇ ਥੀਏਟਰ ਦੇ ਵਿੱਚੋਂ ਨਜ਼ਰ ਆਉਣਾ ਚਾਹੀਦਾ, ਜਾਂ ਕਿੱਦਾਂ ਉਹਦੀ ਰੂਪ ਰੇਖਾ ਜਾਂ ਉਹਦੀ ਪਰਿਭਾਸ਼ਾ ਕਿੱਦਾਂ ਦੀ ਹੋਣੀ ਚਾਹੀਦੀ ਹੈ। ਔਰ ਇਹ ਪੰਜਾਬੀ ਦੇ ਵਿੱਚ ਇੱਕ ਸੋਹਣੀਆਂ ਗੱਲਾਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ, ਭਾਵੇਂ ਅਸੀਂ ਕਰੋਨਾ 'ਚ ਬੈਠੇ ਹਾਂ, ਹੋ ਰਹੀਆਂ ਨੇ। ਔਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਵੇਂ ਲੱਗੀਆਂ, ਕਿਉਂਕਿ ਇਹ ਅਨੀਤਾ ਔਰ ਸਤੀਸ਼ ਭਾਜੀ ਹੋਰਾਂ ਨੇ ਸੁਚੇਤਕ ਮੰਚ ਦੀ ਜਿਹੜੀ ਟੀਮ ਜਿਹੜੀ ਇਹ ਉਪਰਾਲੇ ਕਰ ਰਹੀ ਹੈ, ਔਰ ਆਉਣ ਵਾਲੇ ਦਿਨਾਂ 'ਚ ਵੀ ਇੱਕ ਇਸ ਤਰ੍ਹਾਂ ਦਾ ਹੁਣ ਅਗਲਾ ਜਿਹੜਾ ਪ੍ਰੋਗਰਾਮ, ਜਿਹੜੀ ਅਗਲੀ ਲੜੀਵਾਰ ਆ, ਉਹ ਸ਼ੁਰੂ ਹੋਏਗਾ। ਔਰ ਤੁਸੀਂ ਆਪਣੀਆਂ ਸਲਾਹਾਂ, ਆਪਣੇ ਮਸ਼ਵਰੇ ਲਾਜ਼ਮੀ ਤੌਰ ਤੇ ਰਹਿੰਦੇ ਰਹੋ। ਔਰ ਨਾਲ ਦੀ ਨਾਲ ਮੈਂ ਦੱਸ ਦੇਵਾਂ ਕਿ ਜਿਹੜੇ ਆਰਟਿਸਟ, ਜਿਹੜੇ ਫਨਕਾਰ ਆਪਣੀ ਰਿਕਾਰਡਿੰਗ ਜਾਂ ਜਿਹੜਾ ਅਸੀਂ ਸਟੋਰ ਕੀਤਾ ਹੋਇਆ, ਉਹ ਦੇਖ ਸਕਦੇ ਨੇ। ਇਹ ਸੁਚੇਤਕ ਸਟੂਡੀਓ ਦੇ ਨਾਂ ਤੇ ਫੇਸਬੁੱਕ ਦੇ ਉੱਤੇ ਪੇਜ ਆ, ਉਹਦੇ ਉੱਤੋਂ ਵੀ, ਪਰ ਇਸੇ ਨਾਮ ਦੇ ਉੱਤੇ YouTube ਦੇ ਉੱਤੇ ਵੀ ਇੱਕ ਪੇਜ ਜਿਹੜਾ ਹੈਗਾ ਉਹ ਰੱਖਿਆ ਹੋਇਆ। ਜਦੋਂ ਵੀ ਉਹ ਚਾਹਣ, ਉਹ ਆਪਣਾ ਜਿਹੜਾ ਇਹ ਦੇਖ ਸਕਦੇ ਆ, ਉਸ ਨੂੰ, ਉਹਦਾ ਆਨੰਦ ਮਾਣ ਸਕਦੇ ਆ। ਪਿੱਛੇ ਜਿਹੜੀ ਟੀਮ ਕੰਮ ਕਰ ਰਹੀ ਸੀ, ਉਹਨਾਂ ਦਾ ਬਹੁਤ ਸਾਰਾ ਧੰਨਵਾਦ, ਡਾਕਟਰ ਮਹਿੰਦਰ ਦਾ ਧੰਨਵਾਦ, ਔਰ ਧੰਨਵਾਦ ਮੇਰੇ ਦਿਲੋਂ ਜਿਹੜੇ ਦਰਸ਼ਕ ਦੇਖ ਰਹੇ ਨੇ, ਕਿਉਂਕਿ ਨਾਲ ਨਾਲ ਗੱਲਾਂ ਦੇ ਵਿੱਚ ਬਹੁਤ ਸਾਰੇ ਸਵਾਲ ਤੁਸੀਂ ਕਰਦੇ ਹੋ,
ਬਹੁਤ ਸਾਰੇ ਦੋਸਤ ਕਈਆਂ ਦੇ ਸਵਾਲ ਰਹਿ ਜਾਂਦੇ ਨੇ, ਮਾਫ਼ ਕਰ ਦਿਓ, ਕਿਉਂਕਿ ਸਾਰਿਆਂ ਦੀਆਂ ਟਿੱਪਣੀਆਂ, ਸਾਰਿਆਂ ਦੇ ਨਾਮ ਵੈਸੇ ਤੇ ਲੈਣੇ ਚਾਹੀਦੇ ਨੇ ਅਕੀਦੇ ਤੇ ਸਲੀਕੇ ਨਾਲ, ਪਰ ਫਿਰ ਵੀ ਰਹਿ ਜਾਂਦੇ ਨੇ, ਕਿਉਂਕਿ ਸਾਡੀਆਂ ਆਪਦੀਆਂ, ਮੇਰੀਆਂ ਆਪਦੀਆਂ ਸੀਮਾਵਾਂ ਰਹਿ ਜਾਂਦੀਆਂ ਹੁੰਦੀਆਂ ਨੇ। ਤੁਹਾਨੂੰ ਇਹ ਐਪੀਸੋਡ ਕਿਹੋ ਜਿਹਾ ਲੱਗਿਆ? ਆਪਣੀਆਂ ਸਲਾਹਾਂ, ਆਪਣੇ ਮਸ਼ਵਰੇ ਸਾਨੂੰ ਲਾਜ਼ਮੀ ਤੌਰ ਤੇ ਭੇਜਿਓ। ਫੇਸਬੁੱਕ ਦੇ ਉੱਤੇ ਤੁਸੀਂ ਪੋਸਟ ਕਮੈਂਟ ਵੀ ਕਰ ਸਕਦੇ ਹੋ, ਤੁਸੀਂ ਇਨਬਾਕਸ ਦੇ ਵਿੱਚ ਵੀ ਜੇ ਕੋਈ ਹਾਰਡ ਤੁਸੀਂ ਕੋਈ ਟਿੱਪਣੀ ਕਰਨੀ ਹੋਵੇ ਜਾਂ ਕੋਈ ਹਾਰਡ ਸੁਜੈਸ਼ਨ ਦੇਣੀ ਹੋਵੇ ਤਾਂ ਤੁਸੀਂ ਉਹ ਇਨਬਾਕਸ ਦੇ ਵਿੱਚ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ, ਬਹੁਤ ਸਾਰੇ ਅਲਫਾਜ਼ ਉਰਾਂ ਪਰਾਂ ਹੋਏ, ਉਹਦੇ ਲਈ ਮੈਨੂੰ ਮਾਫੀ ਕਰ ਦਿਓ। ਮੈਂ ਰੰਗਮੰਚ ਦਾ ਉਸ ਤਰ੍ਹਾਂ ਪੜ੍ਹਿਆ ਗੁਣਿਆ ਹਾਰਡ ਬਹੁਤ ਮੁਹਾਰਤ ਵਾਲਾ ਬੰਦਾ ਨਹੀਂ ਹੈਗਾ। ਮੇਰੀ ਜ਼ਿੰਮੇਦਾਰੀ ਲਾ ਦਿੱਤੀ ਜਾਂਦੀ ਆ ਅਨੀਤਾ ਔਰ ਸਦੀਸ਼ ਭਾਜੀ ਹੋਰਾਂ ਨੇ ਲਾਈ, ਤੇ ਉਹ ਮੈਂ ਨਿਭਾ ਰਿਹਾ। ਥੈਂਕ ਯੂ ਸੋ ਮਚ, ਮਿਹਰਬਾਨੀ। ਥੈਂਕ ਯੂ, ਰੱਬ ਰੱਖਾ।